ਇੱਕ ਬੰਦਾ ਆ ਕਾਈਂਡ ਆਫ ਯੋਗਾ ਕਰਦਾ ਪਿਆ ਕੀ ਇਹ ਇੱਕ ਆਪਟੀਮਲ ਵਰਕਆਊਟ ਰੂਟੀਨ ਹੈਗਾ ਆ ਕਿ ਤੁਸੀਂ ਆਪਣੀ ਬਾਹ ਉਠਾਓ ਜਾਂ ਸੀਟ ਤੋਂ ਉਠੋ, ਕੌਣ ਉਠਾਏਗਾ? ਉਹ ਮਸਲ ਤੁਹਾਡੇ ਲਈ ਪ੍ਰਾਈਮ ਹੋ ਜਾਏਗਾ ਕਿ ਨਹੀਂ ਹੋਏਗਾ? ਇੱਕ ਪਰਸਨ ਤੁਹਾਡੇ ਕੋਲ ਆ ਕੇ ਕਹਿੰਦਾ ਹੈ ਕਿ ਮੈਂ ਕਲੀਨ ਖਾਣ ਦੇ ਨਾਲ ਰਨਿੰਗ ਕਰਾਂ ਤੇ ਮੇਰੀ ਫੈਟ ਲਾਸ ਹੋ ਜੇ। ਤੁਸੀਂ ਮਸਲ ਤੋਂ ਹੀ ਤਾਂ ਕਾਰਡੀਓਵੈਸਕੂਲਰ ਨੂੰ ਇੰਪਰੂਵ ਕਰੋਗੇ, ਹਾਰਟ ਰੇਟ ਉਵੇਂ ਕਿਵੇਂ ਤੇਜ਼ ਕਰੋਗੇ? ਵਾਟ ਇਜ਼ ਇੰਟਰਮਿਟੈਂਟ ਫਾਸਟਿੰਗ ਅਕੋਰਡਿੰਗ ਟੂ ਯੂ? ਅ ਟੂਲ ਫॉर ਅ ਲੇਜ਼ੀ ਪੀਪਲ। ਉਹ ਜਿਹੜੇ ਆਪਣੇ ਮੂੰਹ ਨੂੰ ਤਾਲਾ ਆਪ ਨਹੀਂ ਲਗਾ ਪਾ ਰਹੇ ਨੇ, ਉਹਨੂੰ ਜ਼ਬਰਦਸਤੀ ਤਾਲਾ ਲਗਵਾਇਆ ਜਾ ਰਿਹਾ ਹੈ। ਕਿੱਦਾਂ ਪਤਾ ਲੱਗੇ ਕਿ ਇਹ ਇੱਕ ਮੇਰੀ ਗੁੱਡ ਟੈਕਨੀਕ ਹੈਗੀ, ਉਹਦੇ ਪੈਰਾਮੀਟਰਸ ਕੀ ਹੋਣਗੇ? ਮੇਕ ਦ ਐਕਸਰਸਾਈਜ਼ ਐਸ ਸਲੋ ਐਸ ਯੂ ਕੈਨ। ਇਹ ਇੱਕ ਐਕਸਰਸਾਈਜ਼ ਹੈ ਜਿਹਦੇ ਵਿੱਚ ਮਿਨੀਮਮ ਰਿਸਕ ਹੈ, ਮਿਨੀਮਮ ਬੈਨੀਫਿਟ ਹੈ। ਇੱਕ ਐਕਸਰਸਾਈਜ਼ ਹੈ ਜਿਹਦੇ ਵਿੱਚ ਮਿਨੀਮਮ ਬੈਨੀਫਿਟ ਹੈ, ਮੈਕਸਿਮਮ ਰਿਸਕ ਹੈ। ਕਿਹੜਾ ਲੋਗੇ? What about the Arnold presser? There is an arm rotation which is happening. There is no change in the muscle. 10 minutes fat burner abs exercises. You get a mild benefit out of it. ਤੁਹਾਡੇ 1 rep max ਦੇ ਉੱਤੇ ਕੀ ਵਿਊ ਹੈਗੇ ਨੇ? ਪੂਰਾ ਦਿਨ ਅਸੀਂ ਕੋਈ repetitive work ਕਰਦੇ, ਕੁਝ ਵੀ ਅਸੀਂ ਕੋਈ ਵੀ ਚੀਜ਼ ਇੱਕ ਵਾਰੀ ਨਹੀਂ ਕਰਦੇ। Girls ਦਾ workout, men's ਦਾ workout. The human body is moving with the muscle or muscle ਦੋਨਾਂ ਵਿੱਚ same ਹੈ। If a girl reaches one pull-up ability, it means she is all capable of losing the fat. ਬੱਚਿਆਂ ਨੂੰ ਸਕੂਲ ਵਿੱਚ ਕ੍ਰਿਕਟ ਖਿਲਾਇਆ ਜਾਂਦਾ ਹੈ, ਖੇਡੋ, ਬਹੁਤ ਵਧੀਆ, ਖੇਡਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ, ਬਟ ਦੇ ਆਰ ਵੈਰੀ ਹਾਈਲੀ ਇੰਜੂਰੀਅਸ ਗੇਮ। ਜਿਮ ਨਹੀਂ ਜਾਣਾ, ਜਿਮ ਨਹੀਂ ਜਾਣਾ, ਜਿਮ ਨਹੀਂ ਜਾਣਾ। ਐਕਸਰਸਾਈਜ਼ ਵਿੱਚ ਕਿਉਂ ਸਟੈਂਪ ਆ ਜਾਂਦੀ ਹੈਗੀ ਹੈ? ਪੁੱਛਣ ਦਾ ਕੁਐਸਚਨ ਮਾਰਕ ਆ ਜਾਂਦਾ ਹੈ, ਕਿਆ ਮੇਰੇ ਕੋ ਹਮੇਸ਼ਾ ਕਰਨੀ ਪਏਗੀ? What the bullshit, you have to do it throughout your life if you want to live it. मैं ओपन स्टेटमेंट दे रहा, मैं माफ़ी चाहूँगा। बीइंग इन द इंडस्ट्री मैं बहुत सारे साल बिता लेने, मैं बहुत सारे जिम्स विच मास्टर ट्रेनर हो चुका हूँ, बड़े बड़े जिम्स विच हो चुका हूँ। आई हैव बीन ट्रेनिंग द ट्रेनर्स, more than 1 lakh people we have already trained, so we know I'm openly selling is journal public ਨੂੰ ਦਬਾ ਕੇ ਬੇਵਕੂਫ ਬਣਾਇਆ ਜਾ ਰਿਹਾ ਹੈ। ਛੋਟੀ ਰਿਕੁਐਸਟ, ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਇਹਨੂੰ ਸਬਸਕ੍ਰਾਈਬ ਕਰਕੇ ਤੁਸੀਂ ਵੱਡਾ ਬਣਾਓਗੇ। ਮੈਂ ਹੋਰ ਵੀ ਐਥਲੀਟਸ ਲੈ ਕੇ ਆਵਾਂਗਾ, ਉਹਨਾਂ ਨਾਲ ਆਪਾਂ ਪੰਜਾਬੀ 'ਚ ਪੋਡਕਾਸਟ ਕਰਾਂਗੇ, ਉਹਨਾਂ ਦੀ ਹੈਲਥ, ਆਈਡੀਓਲੋਜੀ, ਫਿਟਨੈਸ ਬਾਰੇ ਗੱਲਾਂ ਬਾਤਾਂ ਕਰਾਂਗੇ। ਸੋ ਤੁਹਾਡੀ ਸਬਸਕ੍ਰਿਪਸ਼ਨ ਇਸ ਪੋਡਕਾਸਟ ਵਾਸਤੇ ਬਹੁਤ ਜ਼ਰੂਰੀ ਹੈਗੀ ਆ। ਸ਼ੁਕਰੀਆ। ਇੱਕ ਬੰਦਾ ਆ, ਉਹ ਕਲੀਨ ਖਾ ਰਿਹਾ ਹੈ, ਉਹ ਜੋਗਿੰਗ ਕਰਦਾ ਪਿਆ, ਉਹ ਸਟ੍ਰੈਚਿੰਗ ਕਰਦਾ ਪਿਆ, ਉਹ ਕਾਈਂਡ ਆਫ ਯੋਗਾ ਕਰਦਾ ਪਿਆ। ਆਪਣੀ ਟਰਮਸ ਦੇ ਵਿੱਚ ਉਹ ਇੱਕ ਫਿਜ਼ੀਕਲ ਐਕਟੀਵਿਟੀ ਕਰਦਾ ਪਿਆ। ਕੀ ਇਹ ਇੱਕ ਆਪਟੀਮਲ ਵਰਕਆਊਟ ਰੂਟੀਨ ਹੈਗਾ ਆ? ਪਹਿਲੇ ਤਾਂ ਗੱਲ ਸਾਨੂੰ ਇਹ ਸਮਝਣਾ ਪਏਗਾ ਕਿ ਉਹ ਕਰ ਕਿਉਂ ਰਿਹਾ, ਦ ਰਿਕੁਆਇਰਮੈਂਟ ਆਫ ਦੈਟ ਪਰਟੀਕੂਲਰ ਪਰਸਨ ਹੈ ਕਿ ਤੁਸੀਂ ਜਦੋਂ ਅਸੀਂ 10ਵੀਂ ਤੱਕ ਕੋਈ ਵੀ ਪੜ੍ਹਾਈ ਕਰਦੇ ਹੈਗੇ ਆ ਅਤੇ ਤੁਸੀਂ ਕੋਈ ਸਬਜੈਕਟ ਛੋੜਦੇ ਹੋ? ਸਾਰੇ ਪੜ੍ਹਦੇ ਹਨ। ਹਿੰਦੀ ਵੀ ਆਉਂਦੀ ਹੈ, ਇੰਗਲਿਸ਼ ਵੀ ਆਉਂਦੀ ਹੈ, ਪੰਜਾਬੀ ਵੀ ਆਉਂਦੀ ਹੈਗੀ, ਅਗਰ ਰੀਜਨਲ ਲੈਂਗੁਏਜ ਹੈਗੀ ਹੈ, ਬੇਸਿਕ ਲੈਂਗੁਏਜ ਸਾਰੀਆਂ ਆਉਂਦੀਆਂ। ਅਲੋਂਗ ਵਿਦ ਦੈਟ ਥਿੰਗ ਸਾਇੰਸ ਹੁੰਦੀ ਹੈ, ਸੋਸ਼ਲ ਸਟੱਡੀਜ਼ ਹੁੰਦੀ ਹੈ, ਮੈਥਸ ਹੁੰਦੀ ਹੈ, ਸਾਰੀਆਂ ਇਲੈਬੋਰੇਟਡ ਹੁੰਦੀਆਂ। ਟਿਲ 10th ਵੀ ਸਟੱਡੀ ਐਵਰੀਥਿੰਗ। ਇਹਨੂੰ ਅਸੀਂ ਬੋਲਦੇ ਨੇ ਬੇਸਿਕ ਫਾਊਂਡੇਸ਼ਨ ਆਫ ਦ ਐਜੂਕੇਸ਼ਨ ਸਿਸਟਮ। ਐਵੇਂ ਸਾਡੇ ਫਿਟਨੈਸ ਵਿੱਚ ਸਾਰਿਆਂ ਦੀ ਇੱਕ ਬੇਸਿਕ ਫਾਊਂਡੇਸ਼ਨ ਹੈਗੀ ਹੈ। ਸਟ੍ਰੈਚਿੰਗ ਦਾ ਇੱਕ ਅਲੱਗ ਰੋਲ ਹੈ, ਯੋਗਾ ਦਾ ਇੱਕ ਅਲੱਗ ਰੋਲ ਹੈਗਾ, ਰਨਿੰਗ ਦਾ ਇੱਕ ਅਲੱਗ ਰੋਲ ਹੈਗਾ। ਉਸ ਸਾਰਿਆਂ ਨੂੰ ਕਰਨ ਤੋਂ ਬਾਅਦ ਤੁਸੀਂ ਕਿਹੜੀ ਫੀਲਡ ਵਿੱਚ ਜਾਣਾ ਚਾਹੁੰਦੇ ਹੈਗੇ ਹੋ, ਉਹਨੂੰ ਬੋਲਦੇ ਨੇ ਸਪੈਸ਼ਲਾਈਜੇਸ਼ਨ। ਹੁਣ ਬਟ ਉਹ ਸਾਰੀਆਂ ਤੁਸੀਂ ਕਰ ਨਹੀਂ ਸਕਦੇ ਹੈਗੇ, ਯੂ ਨੋ। ਸੋ ਵੀ ਨੀਡ ਟੂ ਸੀ ਤੁਹਾਡੀ ਆਪਣੀ ਪਰਟੀਕੂਲਰ ਰਿਕੁਆਇਰਮੈਂਟ ਕੀ ਹੈ, ਜਿਸ ਨੂੰ ਤੁਸੀਂ ਚੇਸ ਕਰਦੇ ਪਏ ਹੋ। ਗੋਲ ਕੀ ਹੈ, ਉਸ ਗੋਲ ਦੇ ਉੱਤੇ ਡਿਸਾਈਡ ਕਰਕੇ ਅਸੀਂ ਬੈਕਗਰਾਊਂਡ ਦਾ ਚੈੱਕ ਕਰਾਂਗੇ। ਸਪੋਜ਼ ਕਰੋ ਇੱਕ ਬੰਦੇ ਨੇ ਬੋਲਿਆ ਮੈਨੂੰ MBBS ਡਾਕਟਰ ਕਰਨੀ ਹੈ। ਹੁਣ MBBS ਡਾਕਟਰ ਦਿਮਾਗ ਦੇ ਅੰਦਰ ਆ ਗਿਆ। ਹੁਣ MBBS ਤੋਂ ਪਹਿਲੇ ਡਰੋਪ ਡਾਊਨ ਕਰਨਾ ਪਏਗਾ ਸਾਨੂੰ ਕਿ ਅਸੀਂ ਕਿੱਥੇ ਸਟੈਂਡ ਹੋਏ ਹੋਏ ਹਾਂ। ਉਸ ਤੋਂ ਬਾਅਦ ਸਾਨੂੰ MBBS ਦੀ ਸੀੜੀ ਚੜ੍ਹਨ ਲਈ ਕਿਹੜੀ ਡਾਇਰੈਕਸ਼ਨ 'ਤੇ ਕਿਹੜੀ ਚੀਜ਼ਾਂ ਲੈਣੀਆਂ ਪੈਣਗੀਆਂ, ਰਾਦਰ ਦੈਨ ਜੰਪਿੰਗ ਹੇਅਰ ਐਂਡ ਦੇਅਰ। ਤੁਸੀਂ ਹਿਸਟਰੀ ਲੈ ਕੇ MBBS ਡਾਕਟਰ ਤਾਂ ਨਹੀਂ ਬਣੋਗੇ ਨਾ, ਭਾਵੇਂ ਤੁਹਾਨੂੰ ਕਿੰਨੀ ਅੱਛੀ ਆਉਂਦੀ ਹੋਏ, ਤੁਸੀਂ ਕਿੰਨੀ ਜ਼ਿਆਦਾ ਪੜ੍ਹ ਲਓ, ਡਜ਼ਨਟ ਮੈਟਰ ਟੂ ਇਟ। ਸੋ ਫਾਈਨਲ ਗੋਲ ਕੀ ਹੈਗਾ, ਉਹ ਡਿਸਾਈਡ ਕਰੇਗਾ ਕਿ ਕਰੰਟ ਵਿੱਚ ਤੁਸੀਂ ਕੀ ਕਰ ਰਹੇ ਹੋ। ਉਹ ਅੱਛਾ ਜਾਂ ਬੁਰਾ ਨਹੀਂ ਹੈ, ਉਹ ਆਪਟੀਮਲ ਹੈ ਕਿ ਨਹੀਂ ਹੈ, ਕੋਈ ਮਤਲਬ ਨਹੀਂ ਹੈਗਾ। Is it relevant to what you are achieving? अगर वो है, thumbs up. अगर नहीं है, then you are wasting your time. ਮੈਨੂੰ ਆਪਣੀ ਬੋਡੀ ਦੇ ਵਿੱਚ ਕਿਹੜੀ ਵਰਕਆਊਟ ਰਜੀਮ ਐਟਲੀਸਟ ਰੱਖਣੀਆਂ ਚਾਹੀਦੀਆਂ ਨੇ ਡਿਊਰਿੰਗ ਅ ਵੀਕ, ਕਿ ਮੇਰਾ ਜਿਹੜਾ ਆਲਮੋਸਟ ਹਰ ਇੱਕ ਚੈੱਕਲਿਸਟ 'ਤੇ ਟਿਕ ਹੋ ਜੇ। ਮੇਰੀ ਮਸਲ ਗਰੋਥ ਵੀ ਹੋਵੇ, ਮੇਰੀ ਫੈਟ ਲਾਸ ਵੀ ਹੋਵੇ, ਮੇਰੀ 'ਚ ਫਲੈਕਸੀਬਿਲਿਟੀ ਵੀ ਹੋਵੇ, ਐਂਡ ਮੇਰੀ ਕਾਰਡੀਓਵੈਸਕੂਲਰ ਹੈਲਥ ਵੀ ਚੰਗੀ ਹੋਵੇ। See, I tell you one thing, ਪਹਿਲੇ ਤਾਂ ਸਾਰਿਆਂ ਨੂੰ ਇੱਕ ਚੀਜ਼ ਸਮਝਣੀ ਚਾਹੀਦੀ ਹੈਗੀ ਹੈ। ਸਰਟਨ ਥਿੰਗਸ ਹੁੰਦੀਆਂ ਜਿਹਨੂੰ ਅਸੀਂ ਬੋਲਦੇ ਨੇ ਆਪਸ਼ਨਸ। ਤੁਸੀਂ ਇਹ ਵੀ ਕਰ ਸਕਦੇ ਹੋ, ਉਹ ਵੀ ਕਰ ਸਕਦੇ ਹੋ, ਉਹ ਵੀ ਕਰ ਸਕਦੇ ਹੋ।
ਕੁਝ ਲਾਈਫ ਵਿੱਚ ਇਹੋ ਜਿਹੀ ਚੀਜ਼ਾਂ ਹੁੰਦੀਆਂ ਜਿਹਨੂੰ ਅਸੀਂ ਬੋਲਦੇ ਨੇ ਨੈਸੈਸਿਟੀ। ਤੁਹਾਡੇ ਕੋਲ ਆਪਸ਼ਨ ਨਹੀਂ ਹੈ, ਤੁਹਾਡੇ ਤੋਂ ਮੈਂ ਪੁੱਛ ਨਹੀਂ ਰਿਹਾ ਤੇ ਤੁਸੀਂ ਕਰਨੀ ਹੈ ਕਿ ਨਹੀਂ ਕਰਨੀ ਹੈ, ਕਿਆ ਨੈਸੈਸਿਟੀ ਹੈ, ਕਰਨੀ ਹੈ। ਇਟਸ ਡਜ਼ਨਟ ਹੈਵ ਐਨੀ ਆਪਸ਼ਨ। ਅਗਰ ਮੈਂ ਤੁਹਾਨੂੰ ਬੋਲਦਾ ਹਾਂ ਕਿ ਤੁਸੀਂ ਆਪਣੀ ਬਾਂਹ ਉਠਾਓ ਜਾਂ ਸੀਟ ਤੋਂ ਉੱਠੋ, ਕੌਣ ਉਠਾਏਗਾ? ਜੁਆਇੰਟਸ। ਜੀ। ਉਸ ਜੁਆਇੰਟਸ ਨੂੰ ਕੌਣ ਹਿਲਾਉਂਦਾ ਹੈ? ਮਸਲਸ। ਅਗਰ ਉਹ ਮਸਲ ਤੁਹਾਡਾ ਮੂਵਮੈਂਟ ਕ੍ਰੀਏਟ ਕਰਦੀ ਪਈ ਹੈ ਹਿਊਮਨ ਬੋਡੀ ਤੇ, ਜਿਸ ਦੇ ਨਾਲ ਤੁਸੀਂ ਪੂਰੇ ਦਿਨ ਦੀ ਐਕਟੀਵਿਟੀ ਕਰਕੇ ਪੈਸਾ ਕਮਾ ਰਹੇ ਹੋ, ਗੱਡੀ ਚਲਾ ਰਹੇ ਹੋ, ਨਹਾ ਰਹੇ ਹੋ, ਕੱਪੜੇ ਚੇਂਜ ਕਰ ਰਹੇ ਹੋ, ਉਹ ਮਸਲ ਤੁਹਾਡੇ ਲਈ ਪ੍ਰਾਈਮ ਹੋ ਜਾਏਗਾ ਕਿ ਨਹੀਂ ਹੋਏਗਾ? ਬਿਲਕੁਲ। ਤੇ ਇਟ ਮੀਨਸ ਵਿਦਾਊਟ ਐਨੀ ਕੰਡੀਸ਼ਨ ਫਰਮ ਐਨੀਵਨ, the muscle training to hold it is the prime thing for each and everyone ਕਿ ਉਹ ਤਾਂ ਟ੍ਰੇਨ ਕਰਨਾ ਹੀ ਕਰਨਾ ਹੈ, ਉਹਨੂੰ ਹਟਾ ਨਹੀਂ ਸਕਦੇ। ਮਸਲ ਟ੍ਰੇਨਿੰਗ ਨੂੰ ਕਰਨ ਲਈ ਇੱਕੋ ਹੀ ਔਜ਼ਾਰ ਹੈ, ਦੂਸਰਾ ਨਹੀਂ ਹੈ। ਉਸ ਔਜ਼ਾਰ ਨੂੰ ਬੋਲਦੇ ਨੇ ਰੈਜ਼ਿਸਟੈਂਸ ਟ੍ਰੇਨਿੰਗ। ਮੈਂ ਇਹ ਨਹੀਂ ਬੋਲਿਆ ਕਿ ਤੁਸੀਂ ਜਿਮ ਜਾ ਕੇ ਕਰਨੀ ਹੈ, ਮੈਂ ਬੋਲਿਆ ਰੈਜ਼ਿਸਟੈਂਸ ਟ੍ਰੇਨਿੰਗ ਕਰਨੀ ਹੈ। ਤੁਸੀਂ ਜਿੱਥੇ ਮਰਜ਼ੀ ਕਰ ਦਿਓ, ਹੱਥ ਦੇ ਉੱਤੇ ਵਜਨ ਆਉਣਾ ਚਾਹੀਦਾ ਹੈ। ਉਹ ਭਾਵੇਂ ਬੋਟਲ ਦਾ ਹੋ ਸਕਦਾ, ਭਾਵੇਂ ਬੈਗ ਦਾ ਹੋ ਜਾਂਦਾ, ਭਾਵੇਂ ਤੁਸੀਂ ਆਪਣੇ ਬੋਡੀ ਵੇਟ ਦਾ ਹੋ ਸਕਦਾ, ਤੁਸੀਂ ਜਾ ਕੇ ਡੰਬਲ ਫੜ ਲਓ, ਡਜ਼ਨਟ ਮੈਟਰ, ਬੋਡੀ ਡਜ਼ਨਟ ਨੋ ਆਲ ਦੈਟ। ਬਟ ਅਗਰ ਤੁਸੀਂ ਉਸ ਮਸਲ ਟ੍ਰੇਨਿੰਗ ਨੂੰ ਨਹੀਂ ਕਰਦੇ ਪਏ ਹੋ ਤੇ ਇਟ ਮੀਨਸ ਯੂ ਆਰ ਮਿਸਿੰਗ ਆਊਟ ਔਨ ਦੈਟ ਥਿੰਗ। ਉਹ ਪਹਿਲੀ ਹੈ, ਵਿਦਾਊਟ ਐਨੀ ਆਪਸ਼ਨ। ਮਸਲ ਟ੍ਰੇਨਿੰਗ ਹਰੇਕ ਲਈ ਜ਼ਰੂਰੀ। ਇਟ ਮੀਨਸ ਜਿਮ ਜਾਣਾ, ਜਿਹੜਾ ਕਿ ਸਭ ਲਈ ਫਿਟਨੈਸ ਸਕੂਲ ਬਣਦਾ ਹੈ, ਪ੍ਰਾਇਮਰੀ ਚੀਜ਼ ਬਣ ਜਾਂਦੀ ਹੈ। ਨੈਸੈਸਿਟੀ। ਤੁਹਾਡੇ ਤੋਂ ਪੁੱਛ ਨਹੀਂ ਰਹੇ ਤੁਸੀਂ ਜਿਮ ਜਾਣਾ ਕਿ ਨਹੀਂ ਜਾਣਾ ਹੈਗਾ। It is a necessity and requirement for each and every individual to go to the gym and do the building process, ਜਿਹਨੂੰ ਅਸੀਂ ਬੋਲਦੇ ਨੇ strength training, ਜਿਹਦੇ ਨਾਲ ਤੁਸੀਂ ਟਿਕੇ ਰਹੋਗੇ। ਉਸ ਤੋਂ ਬਾਅਦ ਤੁਹਾਡੀ ਕੰਡੀਸ਼ਨ ਆਉਂਦੀ ਹੈ ਕਿ ਮੈਨੂੰ ਹੋਰ ਕੀ ਕਰਨਾ ਹੈ, ਬਿਕੋਜ਼ ਵਿਦ ਦੈਟ ਮਸਲ ਟ੍ਰੇਨਿੰਗ ਓਨਲੀ ਯੂ ਕੈਨ ਕਵਰ ਅਪ ਐਵਰੀਥਿੰਗ। ਅਗਰ ਮੈਂ ਫਲੈਕਸੀਬਿਲਿਟੀ ਦੀ ਵੀ ਗੱਲ ਕਰਦਾ ਹਾਂ, ਤੁਸੀਂ ਅਗਰ ਯੋਗਾ ਵਿੱਚ ਕੋਈ ਫਲੈਕਸੀਬਿਲਿਟੀ ਆਉਂਦੀ ਹੈ ਤੇ ਤੁਸੀਂ ਆਰਮ ਦੀ ਸ਼ੋਲਡਰ ਦੀ ਫਲੈਕਸੀਬਿਲਿਟੀ ਕੀ ਕਰਦੇ ਹੋ? ਹੱਥ ਨੂੰ ਐਵੇਂ ਕਰਦੇ ਹੋ, ਵਾਪਸ ਆ ਜਾਂਦੇ ਹੈਗੇ। ਹੁਣ ਅਗਰ ਮੈਂ ਚੈਸਟ ਪ੍ਰੈਸ ਜਾਂ ਬੈਂਚ ਪ੍ਰੈਸ ਕਰਦਾ ਹਾਂ ਤੇ ਤੁਸੀਂ ਪੂਰੀ ਦੀ ਪੂਰੀ ਰੇਂਜ ਲੈ ਕੇ ਜਾਂਦੇ ਹੋ, ਪੂਰੀ ਵਾਪਸ ਆਉਂਦੇ ਹੋ। ਇਟ ਮੀਨਸ ਤੁਸੀਂ ਕੰਟਰੈਕਸ਼ਨ ਵੀ ਕਰ ਰਹੇ ਹੋ, ਐਕਸਪੈਂਸ਼ਨ ਵੀ ਕਰਦੇ ਪਏ ਹੋ, ਤੇ ਇਟ ਮੀਨਸ ਤੁਹਾਡੀ ਫਲੈਕਸੀਬਿਲਿਟੀ ਵੀ ਨਾਲ ਦੇ ਨਾਲ ਆ ਰਹੀ ਹੈਗੀ। ਇਟ ਇਜ਼ ਓਨਲੀ ਇਨ ਵਨ ਸਕੁਆਟਸ, ਜਿਹਦੇ ਵਿੱਚ ਜਿਹੜੇ ਬੰਦੇ ਪੂਰੇ ਦੀ ਪੂਰੀ ਡੀਪ ਨਹੀਂ ਜਾ ਪਾਉਂਦੇ, ਉਹਨਾਂ ਦੀ ਇੱਕ ਰਿਕੁਆਇਰਮੈਂਟ ਹੁੰਦੀ ਹੈ ਕਿ ਹਾਂ ਉਹਨਾਂ ਦੀ ਹਿਪ ਦੀ ਮੋਬਿਲਿਟੀ ਥੋੜੀ ਜਿਹੀ ਘੱਟ ਹੁੰਦੀ ਹੈ। ਅਦਰਵਾਈਜ਼ ਇਨ ਐਵਰੀ ਐਕਸਰਸਾਈਜ਼ ਆਈ ਹੈਵ ਸੀਨ ਐਵਰੀ ਪਰਸਨ ਡਜ਼ ਫੁੱਲ ਰੇਂਜ ਆਫ ਮੋਸ਼ਨ। ਅਗਰ ਉਹਦੇ ਵਿੱਚ ਮੈਂ ਰੈਪੀਟੀਸ਼ਨ ਪਾ ਦੇਵਾਂ, 25-30 ਰੈਪ ਪਾ ਦੇਵਾਂ, ਤੇ ਉਹ ਇੱਕ ਤਰ੍ਹਾਂ ਦੀ ਕਾਰਡੀਓਵੈਸਕੂਲਰ ਐਕਸਰਸਾਈਜ਼ ਵੀ ਬਣ ਜਾਂਦੀ ਹੈ। ਸੋ ਦੈਟ ਵਨ ਪਰਟੀਕੂਲਰ ਥਿੰਗ ਕੈਨ ਕ੍ਰੀਏਟ ਐਵਰੀਥਿੰਗ ਦੈਟ ਯੂ ਆਰ ਵਿਸ਼ਿੰਗ ਟੂ ਡੂ। ਇੱਕ ਪਰਸਨ ਤੁਹਾਡੇ ਕੋਲ ਆ ਕੇ ਕਹਿੰਦਾ ਹੈ ਕਿ ਮੈਂ ਕਲੀਨ ਖਾਣ ਦੇ ਨਾਲ ਰਨਿੰਗ ਕਰਾਂ ਤੇ ਮੇਰੀ ਫੈਟ ਲਾਸ ਹੋ ਜੇ, ਕੀ ਉਹ ਸਹੀ ਤਰੀਕਾ ਹੈਗਾ ਫੈਟ ਲਾਸ ਦਾ? ਅਗੇਨ ਮੈਂ ਕੀ ਬੋਲਿਆ, ਅਗਰ ਤੁਸੀਂ ਹਿਸਟਰੀ ਪੜ੍ਹਦੇ ਪਏ ਹੋ ਤੇ ਤੁਸੀਂ MBBS ਨਹੀਂ ਪੜ੍ਹੋਗੇ। ਯੂ ਲਿੰਕਡ ਦਿਸ ਥਿੰਗ ਵਿਦ ਅ ਫੈਟ ਲਾਸ। ਫੈਟ ਲਾਸ ਜ਼ਰੂਰ ਹੋ ਜਾਏਗਾ, 100% ਹੋਏਗਾ, ਬਿਕੋਜ਼ ਯੂ ਆਰ ਬਰਨਿੰਗ ਸਮ ਕੈਲਰੀਜ਼ ਐਂਡ ਤੁਸੀਂ ਉਸ ਚੀਜ਼ ਨੂੰ ਆਪਟੀਮਾਈਜ਼ ਕਰਨ ਲਈ ਪੂਰੇ ਡੇ ਦੀ ਰੂਟੀਨ ਦੇਖਾਂਗੇ। ਹਾਂ ਵੀ ਤੁਸੀਂ ਕਿੰਨਾ ਖਾਇਆ ਹੈ, ਉਸ ਤੋਂ ਬਾਅਦ ਅਗਰ ਤੁਸੀਂ ਡੈਫੀਸ਼ੀਟ ਵਿੱਚ ਤੁਹਾਡੀ ਬਾਡੀ ਕ੍ਰੀਏਟ ਕਰਦੀ ਹੈ ਤੇ ਤੁਸੀਂ ਲੂਜ਼ ਕਰ ਜਾਓਗੇ, ਡਜ਼ਨਟ ਮੈਟਰ ਇਨ ਇਟ, ਹੈ ਨਾ। ਬਟ ਆਰ ਯੂ ਰੀਅਲੀ ਵਰਕਿੰਗ ਔਨ ਦੈਟ ਪਰਟੀਕੂਲਰ ਥਿੰਗ ਜਿਹਨੂੰ ਅਸੀਂ ਬੋਲਦੇ ਨੇ ਵੇਟ ਲਾਸ ਓਨਲੀ? ਬਿਕੋਜ਼ ਵੇਟ ਲਾਸ ਵਿੱਚ ਫੈਟ ਵੀ ਆਏਗਾ, ਮਸਲ ਵੀ ਟੁੱਟੇਗਾ, ਵਾਟਰ ਵੀ ਥੱਲੇ ਆਏਗਾ, 3 ਚੀਜ਼ਾਂ ਦੇ ਨਾਲ ਸਾਡਾ ਬੋਡੀ ਵੇਟ ਥੱਲੇ ਆਉਂਦਾ ਹੈ। ਤੁਸੀਂ ਕੀ ਚਾਹ ਰਹੇ ਹੋ? ਯੂ ਹੈਵ ਟੂ ਬੀ ਵੈਰੀ ਸਪੈਸੀਫਿਕ ਵਾਟ ਵੀ ਆਰ ਡੂਇੰਗ। ਮੇਰਾ ਚਾਹਣ ਦੇ ਨਾਲੋਂ ਇਹ ਇੰਪੋਰਟੈਂਟ ਆ ਕਿ ਕੀ ਮੇਰਾ ਨੁਕਸਾਨ ਹੋ ਰਿਹਾ ਹੈ? ਬਿਲਕੁਲ ਹੋ ਰਿਹਾ, 100% ਹੋਏਗਾ ਹੀ ਹੋਏਗਾ, ਬਿਕੋਜ਼ ਯੂ ਆਰ ਸੈਕਰੀਫਾਈਸਿੰਗ ਸਮਥਿੰਗ। ਸੈਕਰੀਫਾਈਸਿੰਗ ਕਿਹਨੂੰ? ਰਨਿੰਗ ਕਰਨ ਲਈ ਕੀ ਚੀਜ਼ ਚਾਹੀਦੀ ਹੈ? ਜੁਆਇੰਟਸ ਕਿਵੇਂ ਮੂਵ ਕਰਦੇ ਨੇ? ਮਸਲ। ਯੂ ਆਰ ਸੈਕਰੀਫਾਈਸਿੰਗ ਦ ਮਸਲ ਟੂ ਡੂ ਅ ਐਕਟੀਵਿਟੀ ਜਿਹਦੇ ਨਾਲ ਤੁਸੀਂ ਬੈਨੀਫਿਟ ਉਠਾਓਗੇ। ਤਾਂ ਜਿਸ ਚੀਜ਼ ਤੋਂ ਤੁਹਾਡੀ ਐਕਟੀਵਿਟੀ ਕ੍ਰੀਏਟ ਹੋ ਰਹੀ ਹੈ, ਤੁਸੀਂ ਉਹਨੂੰ ਕੰਪਰੋਮਾਈਜ਼ ਕਰ ਰਹੇ ਹੋ। ਦਿਸ ਇਜ਼ ਅ ਬਲੰਡਰ, ਦਿਸ ਇਜ਼ ਅ ਬਿਗ ਬਲੰਡਰ। ਸੋ ਬਿਫੋਰ ਯੂ ਈਵਨ ਹੈਡ ਟੂਵਰਡ, ਸਾਰੇ ਮੈਨੂੰ ਬੋਲਦੇ ਹੈਗੇ ਨੇ ਕਾਰਡੀਓਵੈਸਕੂਲਰ ਐਕਸਰਸਾਈਜ਼ ਬਹੁਤ ਜ਼ਿਆਦਾ ਜ਼ਰੂਰੀ ਹੈ, ਬਿਕੋਜ਼ ਹਾਰਟ ਪੰਪ ਹੋਣਾ ਜ਼ਰੂਰੀ ਹੈ, ਹਾਰਟ ਸਾਡਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਰਟ ਕਿਵੇਂ ਪੰਪ ਹੋਏਗਾ? ਤੁਹਾਨੂੰ ਕੀ ਲੱਗਦਾ ਕੋਈ ਬੰਦਾ ਅਗਰ ਲੇਟਿਆ ਹੋਇਆ ਹੈ ਬੈੱਡ ਦੇ ਉੱਪਰ ਤੇ ਉਹਨੂੰ ਬੋਲੋ ਕਿ ਉਹਦਾ ਹਾਰਟ ਰੇਟ ਤੇਜ਼ ਹੋ ਜਾਏ ਤਾਂ ਤੇਜ਼ ਹੋ ਜਾਏਗਾ ਕਿ? ਯੂ ਹੈਵ ਟੂ ਕ੍ਰੀਏਟ ਅ ਮੂਵਮੈਂਟ। Movement is being created by a joint. Joint runs with the help of a muscle. So it means muscle training becomes the first priority for every person to do it in order to get the benefit of a cardiovascular benefit. ਬਿਲਕੁਲ। तो ਤੁਹਾਨੂੰ muscle training in any sense, मैं ਕੀ ਬੋਲਿਆ ਪਹਿਲੇ, prime thing for everyone is to train the muscle. ਉਸ muscle ਤੋਂ ਤੁਸੀਂ ਜੋ ਮਰਜ਼ੀ ਕਰ ਲਓ, ਤੁਸੀਂ ਮਸਲ ਤੋਂ ਹੀ ਤਾਂ ਕਾਰਡੀਓਵੈਸਕੂਲਰ ਨੂੰ ਇੰਪਰੂਵ ਕਰੋਗੇ। ਹਾਰਟ ਰੇਟ ਉਵੇਂ ਕਿਵੇਂ ਤੇਜ਼ ਕਰੋਗੇ? ਬੈਠੇ ਬੈਠੇ ਤਾਂ ਹਾਰਟ ਰੇਟ ਤੇਜ਼ ਨਹੀਂ ਹੋਣਾ, ਲੇਟੇ ਲੇਟੇ ਹਾਰਟ ਤੇਜ਼ ਨਹੀਂ ਹੋਣਾ। ਯੂ ਹੈਵ ਟੂ ਰਨ ਮੀਨਸ ਵਾਟ? ਯੂ ਆਰ ਕ੍ਰੀਏਟਿੰਗ ਅ ਮੂਵਮੈਂਟ ਮੀਨਸ ਥਰੂ ਅ ਮਸਲ। ਤੁਸੀਂ ਮਸਲ ਨੂੰ ਕਿਵੇਂ ਸੈਕਰੀਫਾਈਸ ਕਰ ਦੋਗੇ?
ਔਰ ਉਸ ਸੈਕਰੀਫਾਈਜ਼ੇਸ਼ਨ ਵਿੱਚ ਅਗਰ ਮਸਲ ਟੁੱਟ ਜਾਂਦਾ, ਤੁਹਾਡੇ ਨੀ ਵਿੱਚ ਇਸ਼ੂ ਆ ਜਾਂਦੀ ਹੈ, ਐਂਕਲ ਵਿੱਚ ਇਸ਼ੂ ਆ ਜਾਂਦੀ ਹੈ, ਲੋਅਰ ਬੈਕ ਵਿੱਚ ਇਸ਼ੂ ਆ ਜਾਂਦੀ ਹੈ, ਤਾਂ ਉਹ ਕਿਵੇਂ ਵਧੇਗਾ ਤੁਹਾਡਾ ਕਾਰਡੀਓਵੈਸਕੂਲਰ? ਬਿਕੋਜ਼ ਮੂਵਮੈਂਟ ਇਜ਼ ਨਾਟ ਕ੍ਰੀਏਟਡ ਨਾਓ। ਪੀਪਲ ਐਂਡ ਕੁਝ ਐਪਸ ਜਿਹੜੀਆਂ ਨੇ ਉਹਨਾਂ ਨੇ ਸਟੈਪਸ ਨੂੰ ਇੰਨਾ ਐਮਫਸਾਈਜ਼ ਕਰ ਦਿੱਤਾ ਆ ਕਿ ਵੀ ਸਟਾਰਟਡ ਥਿੰਕਿੰਗ, ਸਾਨੂੰ ਇਹ ਚੀਜ਼ ਦੇ ਵਿਸ਼ਵਾਸ ਹੋ ਚੁੱਕਿਆ ਹੈ ਕਿ ਆਪਾਂ ਸਿਰਫ ਕਲੀਨ ਖਾਣਾ ਆ ਐਂਡ 10,000 ਸਟੈਪ, ਜੋ ਕਿ ਬਹੁਤ ਜ਼ਿਆਦਾ ਵੱਡਾ ਮਾਈਲਸਟੋਨ ਬਣਿਆ ਪਿਆ, 10,000 ਸਟੈਪ ਕਰਾਂਗੇ ਐਂਡ ਸਾਡੀ ਜ਼ਿੰਦਗੀ ਦੀ ਜਿੰਨੀ ਵੀ ਫਿਜ਼ੀਕਲ ਐਕਟੀਵਿਟੀ 'ਤੇ ਆਪਾਂ ਚੈੱਕਲਿਸਟ 'ਤੇ ਟਿਕ ਮਾਰਤੀ ਹੈਗੀ, ਦੈਟ ਇਜ਼ ਇਨਫ ਫॉर ਅਸ। ਬਟ ਆਪਾਂ ਬਹੁਤ ਚੀਜ਼ਾਂ ਜਿਹੜੀਆਂ ਬੈਗ ਦੇ ਵਿੱਚ ਪਾ ਕੇ ਨਹੀਂ ਲੈ ਕੇ ਜਾ ਰਹੇ, ਜੋ ਕਿ ਅੱਗੇ ਜਾ ਕੇ ਸਾਨੂੰ ਨੁਕਸਾਨ ਦੇਣਗੀਆਂ। ਸੀ ਪਹਿਲੇ ਤਾਂ ਵਾਕ ਜਿਹੜੀ ਹੈਗੀ ਹੈ, ਇਟ ਇਜ਼ ਵਨ ਆਫ ਦ ਵੰਡਰਸ ਫॉर एवरीवन। ਫਰਸਟ ਆਫ ਆਲ, ਇਟਸ ਨਾਟ ਐਨ ਐਕਸਰਸਾਈਜ਼, ਇਟਸ ਨਾਟ ਐਨ ਐਕਸਰਸਾਈਜ਼, ਇਟਸ ਐਨ ਐਕਟੀਵਿਟੀ। ਇਟ ਇਜ਼ ਗੁੱਡ ਜਿਹੜਾ ਨਹੀਂ ਕਰ ਰਿਹਾ। No, it is not an activity. कोई कर रहा है नहीं करने वाले कोई कहानी नहीं है। It's not part of an exercise. It's an activity. ਜਿਹੜੇ ਕਿ ਅਸੀਂ ਪੂਰਾ ਦਿਨ ਕਰਦੇ ਹੈਗੇ ਤਾਂ ਕਿ ਸਾਡਾ ਪੂਰੇ ਦਿਨ ਦਾ ਜਿਹੜਾ ਆਊਟਪੁੱਟ ਹੈ ਉਹ ਇੱਕ ਈਜ਼ੀ ਤਰੀਕੇ ਦੇ ਨਾਲ ਪੂਰਾ ਹੋ ਜਾਏ। It's not an exercise. Exercise has to be a vigorous, dedicated 1 hour, 1.5 hours of pushing some limit that you have it in order to grow. Walk will never come in the condition whether you do a 10,000 or 20,000 or a 30,000. It remains an activity. Yes. It will give you the benefit of overall, calorie balance, but will not give you ਜਿਹੜੀ ਚੀਜ਼ ਚਾਹੀਦੀ ਹੈ ਸਾਨੂੰ ਉਹ ਚੀਜ਼ ਦਾ benefit ਨਹੀਂ ਮਿਲੇਗਾ। ਇਸੀलिए walk can never be categorized in a category of exercise. ਉਹ activity ਹੈ। ਮੈਂ ਚਲਦੇ ਫਿਰਦੇ ਫੋਨ ਯੂਜ਼ ਕਰਦੇ ਕਰਦੇ walk ਕਰਦੇ ਕਰਦੇ ਮੈਂ ਕੰਮ ਕਰਦਾ ਪਿਆ ਵਾਂ, activity ਹੈ, exercise ਨਹੀਂ ਹੈ। ਅਗਰ ਤੁਸੀਂ 10,000 ਸਟੈਪਸ ਫਸਟ ਪ੍ਰਾਇੋਰਟੀ ਦੇ ਉੱਪਰ 1 ਘੰਟਾ 1.5 ਘੰਟਾ ਲੈ ਕੇ, ਬਿਕੋਜ਼ ਇੱਕ ਘੰਟੇ ਵਿੱਚ ਤਕਰੀਬਨ 7,000 ਦੇ ਕਰੀਬ ਸਟੈਪ ਕਵਰ ਹੁੰਦੇ ਨੇ, ਤੁਸੀਂ ਤਕਰੀਬਨ ਸਵਾ ਘੰਟਾ ਕਰੋਗੇ 10,000 ਲਈ। ਅਗਰ ਤੁਸੀਂ ਡੈਡੀਕੇਟਡਲੀ ਐਜ਼ ਅ ਫਸਟ ਸਟੈਪ ਵਿੱਚ 10,000 ਸਟੈਪ ਨੂੰ ਐਜ਼ ਅ ਪ੍ਰਾਇੋਰਟੀ ਲੈ ਕੇ ਐਕਟੀਵਿਟੀ ਨੂੰ ਐਕਸਰਸਾਈਜ਼ 1.25 ਘੰਟਾ ਯੂਜ਼ ਕਰ ਰਹੇ ਹੋ, ਯੂ ਆਰ ਵੇਸਟਿੰਗ ਯੋਰ ਟਾਈਮ, ਟੋਟਲ ਵੇਸਟੇਜ ਆਫ ਟਾਈਮ। ਉਹ ਸਵਾ ਘੰਟਾ ਸਕਿੱਲ ਲਰਨਿੰਗ ਨੂੰ ਹੋਣਾ ਚਾਹੀਦਾ ਜਿਹੜੀ ਤੁਹਾਨੂੰ ਆਉਂਦੀ ਨਹੀਂ ਹੈ, ਐਂਡ ਦੈਟ ਸਕਿੱਲ ਲਰਨਿੰਗ ਇਜ਼ ਨੋਨ ਐਨ ਐਕਸਰਸਾਈਜ਼। ਜੀ, ਜਿਹੜੇ ਕਿ ਸਾਰੇ ਅਵੋਇਡ ਕਰਦੇ ਨੇ, ਆਉਂਦੀ ਨਹੀਂ ਹੈ। ਕੀ ਆਉਂਦਾ? ਵਾਕ ਕਰਨਾ। ਇਸ ਲਈ ਸਾਰੇ ਤੁਰ ਜਾਂਦੇ ਨੇ ਪਾਰਕ ਵਿੱਚ। ਬਲੰਡਰ। ਯੂ ਹੈਵ ਟੂ ਟੇਕ ਦੈਟ 1 ਘੰਟਾ ਜਿਹੜਾ ਸਵਾ ਘੰਟਾ ਤੁਹਾਡੇ ਕੋਲ ਹੈ, ਡੈਡੀਕੇਟਡਲੀ ਯੂ ਹੈਵ ਟੂ ਡਿਵੋਟ ਇਨ ਲਰਨਿੰਗ ਦ ਸਕਿੱਲ ਜਿਹੜੀ ਕਿ ਤੁਹਾਨੂੰ ਲੌਂਗ ਰਨ ਵਿੱਚ ਸੇਵ ਕਰਕੇ ਰੱਖੇਗੀ, ਐਂਡ ਦੈਟਸ ਨੋਨ ਐਜ਼ ਰੈਜ਼ਿਸਟੈਂਸ ਟ੍ਰੇਨਿੰਗ, ਜਿਹੜੀ ਆਉਂਦੀ ਨਹੀਂ ਕਿਸੇ ਨੂੰ ਔਰ ਸਾਰੇ ਭੱਜਦੇ ਨੇ ਪਏ ਉਸ ਤੋਂ। ਨੈਸੈਸਿਟੀ ਹੈ ਜੋ ਨੈਸੈਸਿਟੀ। ਮੈਂ ਅਗੇਨ ਬੋਲਿਆ ਹੈਗਾ, ਆਪਸ਼ਨ ਨਹੀਂ ਹੈ। ਮੈਂ ਤੁਹਾਡੇ ਤੋਂ ਪੁੱਛ ਨਹੀਂ ਰਿਹਾ। ਇਟ ਇਜ਼ ਕੰਪਲਸਰੀ ਫॉर ਐਵਰੀ ਪਰਸਨ ਟੂ ਡੂ ਦ ਸਟਰੈਂਥ ਟ੍ਰੇਨਿੰਗ ਥਰੂ ਆਊਟ ਹਿਜ਼ ਲਾਈਫ, ਕਿਉਂਕਿ ਅਸੀਂ ਅਰਥ ਦੇ ਹੈਗਾ, ਇੱਥੇ ਗ੍ਰੈਵਿਟੀ ਹੈ, ਹਰ ਚੀਜ਼ ਵਿੱਚ ਵਜਨ ਹੈ। ਤੁਸੀਂ ਕਹਿੰਦੇ ਮੈਨੂੰ ਵਜਨ ਦੇ ਨਾਲ ਪਿਆਰ ਨਹੀਂ ਹੈ। ਅਰੇ ਵਜਨ ਦੇ ਨਾਲ ਅਗਰ ਪਿਆਰ ਨਹੀਂ ਹੈਗਾ ਤਾਂ ਆਪਣਾ ਵਜਨ ਵੀ ਤਾਂ ਲੈ ਕੇ ਤੁਰਦੇ ਪਏ ਹੋ, ਬਹਿ ਜਾਓ ਫਿਰ ਬੈੱਡ ਦੇ ਉੱਪਰ। ਵਾਈ ਆਰ ਯੂ ਕੈਰਿੰਗ ਯੋਰ ਬੋਡੀ ਵੇਟ ਦੈਨ? ਉਹ ਵੀ ਤਾਂ ਵਜਨ ਲੈ ਕੇ ਤੁਰਦੇ ਪਏ ਹੋ ਪੂਰਾ। ਜੀ, ਕੀ ਤੁਸੀਂ ਟਰੈਵਲ ਕਰਦੇ ਹੋ, ਬਰੀਫ ਕੇਸ ਨੂੰ ਖਿੱਚਦੇ ਹੈਗੇ ਹੋ, ਤੁਸੀਂ ਗੱਡੀ ਨੂੰ ਖੋਲਦੇ ਹੋ ਤੇ ਡੋਰ ਖੋਲਦੇ ਹੋ, ਯੂ ਕੈਰਿੰਗ, ਅਗਰ ਤੁਸੀਂ ਗਰੋਸਰੀ ਲੈ ਕੇ ਜਾ ਰਹੇ ਹੈਗੇ ਹੋ, ਤੁਸੀਂ 10 ਕਿਲੋ ਦਾ ਬੈਗ ਲੈ ਕੇ ਵਾਪਸ ਆ ਰਹੇ ਹੋ, ਕੀ ਹੈਗਾ ਹੈ? ਵੇਟ ਹੈ, ਰੈਜ਼ਿਸਟੈਂਸ ਹੈ। ਵੀ ਪਲੇ ਐਂਡ ਲਿਵ ਵਿਦ ਦ ਰੈਜ਼ਿਸਟੈਂਸ ਥਰੂ ਆਊਟ ਲਾਈਫ। ਔਰ ਤੁਸੀਂ ਬੋਲਦੇ ਮੈਨੂੰ ਵਜਨ ਦੇ ਨਾਲ ਪਿਆਰ ਨਹੀਂ ਹੈ। ਹਾਊ ਇਜ਼ ਦੈਟ ਪੋਸੀਬਲ? ਤੁਹਾਨੂੰ ਪਿਆਰ ਕਰਨਾ ਪਏਗਾ। ਅਗਰ ਨਹੀਂ ਹੈ ਤਾਂ ਇਟ ਮੀਨਸ ਤੁਹਾਨੂੰ ਆਉਂਦਾ ਹੀ ਨਹੀਂ ਹੈ, ਉਹਨੂੰ ਸਿੱਖ ਲਓ। ਪੰਜਾਬ ਦਾ ਪਹਿਲਾ ਪੀਨਟ ਬਟਰ HR ਪਲਾਂਟਸ ਦੇਸੀ ਮੂੰਗਫਲੀ ਤੋਂ ਬਣਾਇਆ ਹੋਇਆ ਪੀਨਟ ਬਟਰ, ਜੋ ਕਿ ਸਾਡੇ ਪੰਜਾਬੀ ਭਰਾ ਗੁਰਸਿੱਖ ਭਰਾ ਬਣਾ ਰਹੇ ਨੇ। ਇਸ ਪੀਨਟ ਬਟਰ ਦੀ ਖਾਸੀਅਤ ਇਹ ਹੈ ਕਿ ਬਹੁਤ ਹੀ ਫਰੈਸ਼ ਆ, ਇਹਦੇ ਵਿੱਚ ਕੋਈ ਪਾਮ ਆਇਲ ਨਹੀਂ ਹੈਗਾ, ਕੋਈ ਵੀ ਇਹੋ ਜਿਹਾ ਆਇਲ ਨਹੀਂ ਹੈਗਾ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਕਰ ਸਕਦਾ ਹੈ। ਮੈਂ ਤਕਰੀਬਨ ਪਿਛਲੇ 3 ਦਿਨਾਂ ਤੋਂ ਪੀਨਟ ਬਟਰ ਯੂਜ਼ ਕਰ ਰਿਹਾ ਹੈਗਾ। ਜੇ ਤੁਸੀਂ ਇਹੋ ਜਿਹੀ ਕੁਆਲਿਟੀ ਪੀਨਟ ਬਟਰ ਯੂਜ਼ ਕਰਨਾ ਚਾਹੁੰਦੇ ਹੋ ਜਾਂ ਇਹਦੀ ਡਿਸਟ੍ਰੀਬਿਊਸ਼ਨ ਲੈਣਾ ਚਾਹੁੰਦੇ ਹੋ ਤਾਂ ਆ ਦਿੱਤੇ ਹੋਏ ਕੰਟੈਕਟ ਨੰਬਰ ਤੇ ਕੰਟੈਕਟ ਕਰੋ ਤੇ ਪੰਜਾਬ ਦੇ ਬਿਜ਼ਨਸ ਨੂੰ ਸਪੋਰਟ ਕਰੋ। What is intermittent fasting according to you? See, if you ask me, intermittent fasting is basically a tool for a lazy people. ਮੈਨੂੰ ਪਤਾ ਹੀ ਸੀ। I do intermittent fasting, but I want to ask. Why ਸਿੱਧੀ ਜਿਹੀ ਗੱਲ ਹੈ। It's one of the tool that people are not able to, ਜਿਹੜੇ ਆਪਣੇ ਮੂੰਹ ਨੂੰ ਤਾਲਾ ਆਪ ਨਹੀਂ ਲਗਾ ਪਾ ਰਹੇ ਨੇ, ਉਹਨੂੰ ਜ਼ਬਰਦਸਤੀ ਤਾਲਾ ਲਗਵਾਇਆ ਜਾ ਰਿਹਾ ਹੈ ਕਿ ਵੀ 12 ਤੋਂ ਲੈ ਕੇ 6 ਵਜੇ ਤੱਕ ਤੂੰ ਕੁਝ ਖਾਣਾ ਹੈ। ਉਹਨੂੰ ਪਤਾ ਹੈ ਉਸ ਟਾਈਮ ਪੀਰੀਅਡ ਵਿੱਚ ਸਭ ਤੋਂ ਬਿਜ਼ੀ ਹੁੰਦਾ ਹੈ ਉਹ, ਤੇ ਉਹ ਕੰਮ ਤੇ ਧਿਆਨ ਦੇਗਾ ਕਿ ਖਾਣੇ 'ਚ ਧਿਆਨ ਦੇਗਾ। ਤੂੰ ਜਿੰਨਾ ਮਰਜ਼ੀ ਖਾ ਸਕਦਾ, ਖਾ ਲੈ 12 ਤੋਂ 6 ਵਜੇ ਦੇ ਵਿਚਕਾਰ, ਉਸ ਤੋਂ ਅੱਗੇ ਪਿੱਛੇ ਕੁਝ ਨਹੀਂ ਖਾਣਾ ਜਦੋਂ ਉਹ ਮੇਨ ਖਾਣਾ ਖਾਂਦਾ ਹੈ। So he's been given a restriction from 12 to 6 or whatever timing it comes with his own option ਕਿ ਤੁਸੀਂ ਇਹ 6 ਘੰਟੇ ਦੇ ਵਿੱਚ ਤੁਸੀਂ ਕਰਨਾ ਹੈਗਾ, ਉਸ ਤੋਂ ਬਾਅਦ ਕੁਝ ਨਹੀਂ ਕਰਨਾ। ਇਟ ਵਾਸ ਅ ਫੋਰਸਫੁਲ ਐਕਟ ਆਫ ਈਟਿੰਗ ਲੈਸ। ਕੀਤਾ ਉਹਨੇ ਕੀ? ਖਾਦਾ ਹੀ ਕੰਮ ਹੀ ਹੈ ਨਾ। ਜਾਦੂ ਕੈਲਰੀ ਡੈਫੀਸ਼ੀਐਂਟ ਕਰ ਰਿਹਾ। ਕਰੈਕਟ।
ਕਰੈਕਟ ਇਟ ਇਜ਼ ਅ ਹੋਲ ਵੰਡਰ ਦੈਟ ਇਜ਼ ਕਮਿੰਗ ਬਿਕੋਜ਼ ਤੁਸੀਂ 6 ਘੰਟੇ 'ਚ ਵੀ ਕਿੰਨਾ ਖਾ ਲੋਗੇ? ਘੱਟ ਹੀ ਖਾਓਗੇ। ਉਹੀ ਵਾਲਾ ਅਗਰ ਤੁਸੀਂ ਸਪੋਜ਼ ਕਰੋ ਤੁਸੀਂ ਉਸ ਇੰਟਰਮੀਡੀਏਟ ਫਾਸਟਿੰਗ ਦੇ ਉੱਤੇ 1500-1600 ਕੈਲਰੀਜ਼ ਦੀ ਸਪਲਾਈ ਕੀਤੀ, ਉਸ 1600 ਕੈਲਰੀਜ਼ ਨੂੰ ਅਗਰ ਤੁਸੀਂ 10 ਘੰਟੇ 12 ਘੰਟੇ ਜਾਂ 14 ਘੰਟੇ ਜਾਂ 16 ਘੰਟੇ ਵਿੱਚ ਕੰਜ਼ਿਊਮ ਕਰਦੇ ਹੋ ਜਾਂ 6 ਘੰਟੇ ਵਿੱਚ ਕੰਜ਼ਿਊਮ ਕਰਦੇ ਹੋ, ਹਾਊ ਡਜ਼ ਦੈਟ ਮੈਟਰ? ਉਹ 16 ਤਾਂ 16 ਹੀ ਹੈ, ਭਾਵੇਂ ਤੁਸੀਂ 6 ਤੇ ਲੈ ਲਓ, ਭਾਵੇਂ ਤੁਸੀਂ 12 ਤੇ ਲੈ ਲਓ ਜਾਂ 14 ਤੇ ਲੈ ਲਓ, ਬੋਡੀ ਵਿੱਚ ਉਸ ਪੂਰੇ ਡੇ 24 ਆਵਰਸ ਪੀਰੀਅਡ ਵਿੱਚ 1600 ਕੈਲਰੀਜ਼ ਦੀ ਕੰਜ਼ੰਪਸ਼ਨ ਹੋਈ ਹੈ, ਬੋਡੀ ਉਹ ਉਹਨੂੰ ਕਾਊਂਟ ਕਰੇਗੀ। ਸਿੰਪਲ, ਇਟਸ ਅ ਵੈਰੀ ਬੇਸਿਕ ਲਾਅ। ਅਗਰ ਅਸੀਂ P&L ਅਕਾਊਂਟ ਦੇਖਦੇ ਹਾਂ ਨਾ, ਪ੍ਰੋਫਿਟ ਐਂਡ ਲਾਸ ਅਕਾਊਂਟ, ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਇੱਕ ਰੈਵਨਿਊ ਹੁੰਦਾ, ਐਕਸਪੈਂਸਿਸ ਹੁੰਦਾ। ਦੋਨਾਂ ਦੀ ਕੈਲਕੂਲੇਸ਼ਨ ਡਿਸਾਈਡ ਕਰਦੀ ਹੈ ਫਾਈਨਲੀ ਮੈਨੂੰ ਲਾਸ ਹੋਏਗਾ ਕਿ ਪ੍ਰੋਫਿਟ ਹੋਏਗਾ। ਉਹ ਰੈਵਨਿਊ ਕਿੱਥੋਂ ਆ ਰਿਹਾ ਹੈ ਕੋਈ ਮਤਲਬ ਨਹੀਂ ਹੈ, ਐਕਸਪੈਂਸ ਕਿੱਥੇ ਜਾ ਰਿਹਾ ਹੈ ਕੋਈ ਮਤਲਬ ਨਹੀਂ ਹੈਗਾ। ਵਾਟ ਐਵਰ ਯੂ ਡੂ ਇਟ, ਵਾਟ ਇਜ਼ ਲੈਫਟ is actually known as loss or profit. ਸਾਡੀ ਹਿਊਮਨ ਬੋਡੀ ਇੰਨੀ ਬਿਊਟੀਫੁਲੀ ਡਿਜ਼ਾਈਨ ਹੈ, ਉਹ ਆਪਣੇ ਆਪ ਕੈਲਕੂਲੇਟ ਕਰ ਲੈਂਦੀ ਹੈ। ਤੁਹਾਡਾ ਅਗਰ ਵਜਨ ਵੱਧ ਗਿਆ ਹੈ ਤਾਂ ਇਟ ਮੀਨਸ ਯੂ ਹੈਵ ਡਨ ਸਮਥਿੰਗ। ਤੁਹਾਡੀ ਬੋਡੀ ਵਿੱਚ ਸਰਪਲਸ ਆ ਗਿਆ। ਸਰਪਲਸ ਦਾ ਮਤਲਬ ਇਹ ਨਹੀਂ ਤੁਸੀਂ ਜ਼ਿਆਦਾ ਖਾ ਲਿਆ, ਸਰਪਲਸ ਦਾ ਮਤਲਬ ਹੈ ਤੁਸੀਂ ਘੱਟ ਐਕਟੀਵਿਟੀ ਕੀਤੀ ਹੈ ਉਸੇ ਫੂਡ ਵਿੱਚ। ਡੈਫੀਸ਼ੀਐਂਟ ਦਾ ਮਤਲਬ ਇਹ ਨਹੀਂ ਕਿ ਘੱਟ ਖਾਣਾ ਖਾ ਲਿਆ, ਤੁਸੀਂ ਐਕਟੀਵਿਟੀ ਜ਼ਿਆਦਾ ਵਧਾ ਦਿੱਤੀ ਹੈ ਉਸੇ ਖਾਣੇ ਵਿੱਚ। ਪੀਪਲ ਹੈਵ no clue that what is deficient. They are putting some numbers to a deficit. Number ਕਿਵੇਂ ਅੰਦਰ ਕੁਝ ਵੀ ਹੋ ਸਕਦਾ ਨਾ, deficit ਕੁਝ ਵੀ ਹੋ ਸਕਦਾ। 3000 can be a deficit, 4000 can be a deficit, 5000 can be a deficit. ਮਾਈਕਲ ਫਿਲਿਪਸ 10,000 ਦੇ ਵਿੱਚ ਡੈਫੀਸ਼ੀਟ ਰਿਹਾ ਸੀਗਾ ਬਿਕੋਜ਼ ਉਹ ਇੰਨਾ ਜ਼ਿਆਦਾ ਆਪਣੀ ਐਕਟੀਵਿਟੀ ਕਰਦਾ ਹੁੰਦਾ ਸੀ। ਜਿਹਨੇ ਗੋਲਡ ਮੈਡਲ ਲਿੱਤੇ ਸੀਗੇ ਓਲੰਪਿਕਸ ਵਿੱਚ, ਸਵਿਮਰ, he was eating 10,000 calories a day. But he was training that much throughout the day on swimming cold water. Calculation. Human body does that thing. ਇਹ ਹੁਣ ਇੱਕ ਸਿਸਟਮ ਚੱਲ ਪਿਆ ਹੈ ਕਿ ਇੰਟਰਮਿਟੈਂਟ ਫਾਸਟਿੰਗ ਵਾਲੇ ਕੈਲਰੀਜ਼ ਨੂੰ ਗਿਣਦੇ ਨਹੀਂ ਆ। ਜੇ ਤੁਸੀਂ ਪੜ੍ਹੇ ਹੋ ਤਾਂ ਤੁਹਾਨੂੰ ਸਮਝ ਲੱਗਦੀ ਹੈ ਕਿ ਕੋਈ ਵੀ ਚੀਜ਼ ਇਹ ਪ੍ਰੂਵ ਨਹੀਂ ਕਰਦੀ ਕਿ ਐਨਰਜੀਜ਼ ਨਹੀਂ ਹੈਗੀਆਂ। ਆਪਾਂ ਜੋ ਖਾਂਦੇ ਉਹ ਬਸ ਕੈਲਕੂਲੇਸ਼ਨ ਸੌਖੀ ਹੋ ਜਾਂਦੀ ਹੈ। ਤੁਸੀਂ ਉਹੀ ਗੱਲ ਕਿ 2 ਵਾਰੀ ਖਾਧਾ ਆ ਅਤੇ ਕੈਲਰੀਜ਼ ਡੈਫੀਸ਼ੀਐਂਟ ਆ ਤਾਂ ਤੁਹਾਡਾ ਰਿਜ਼ਲਟ ਆਉਣਾ ਆ। ਮੇਰਾ ਇੱਥੇ ਮੁੱਦਾ ਇਹ ਹੈ ਸਰ ਕਿ ਫੈਟ ਲਾਸ ਇਜ਼ ਗੁੱਡ, ਠੀਕ ਆ, ਫੈਟ ਲਾਸ ਦਾ ਰੀਜ਼ਨ ਕੈਲਰੀ ਡੈਫੀਸ਼ੀਐਂਟ ਹੈਗਾ ਆ। ਬਟ ਜਦੋਂ ਤੁਹਾਨੂੰ ਕੋਈ ਵੀ ਬੈਨੀਫਿਟ ਮਿਲਦਾ, ਮੈਨੂੰ ਇੱਦਾਂ ਲੱਗਦਾ ਹੈ ਕਿ ਜਦੋਂ ਤੁਸੀਂ ਇੰਟਰਮਿਟੈਂਟ ਫਾਸਟਿੰਗ ਫॉर ਲੌਂਗਰ ਪੀਰੀਅਡ ਆਫ ਟਾਈਮ ਕਰਦੇ ਹੋ, ਅਟੋਫਜੀਜ਼ ਬਣਦੀਆਂ ਨੇ। Oh, that is a very different topic. Exactly, sir. That is a very, very different topic. We cannot connect with that No. to fat loss. And everything has been connected to a fat loss. This is what I want to know. Yes. That is a very different. ਉਹ ਤਾਂ ਵੀ ਆਉਂਦਾ ਹੈਗਾ ਜੇ ਤੁਸੀਂ ਲੌਂਗ ਟਰਮ ਵਿੱਚ ਅਚਾਨਕ ਥੋੜੀ ਆ ਜਾਂਦਾ ਹੈਗਾ ਤੁਹਾਨੂੰ। 12 ਘੰਟੇ 14 ਘੰਟੇ ਦੇ ਵਿੱਚ ਤੁਸੀਂ ਉਹ ਚੀਜ਼ਾਂ ਨਹੀਂ। That is a very different topic. Very different topic what we talking about. Yes. Okay, ਸਾਡਾ ਇੱਥੇ ਮੁੱਦਾ ਕੀ ਹੈ? ਮੁੱਦਾ ਹੈਗਾ ਕਿ ਮੇਰੇ ਕੋ ਮਾਸਸ ਜਿਹੜਾ ਆਉਂਦਾ ਹੈ, ਮੈਂ ਕਿਹਾ ਤੂੰ ਅੰਡਰ ਇੰਟਰਮੀਡੀਏਟ ਫਾਸਟਿੰਗ ਕਰਦਾ ਪਿਆ, ਵਾਈ ਯੂ ਵਾਂਟ ਟੂ ਡੂ ਇਟ? She says that I want to repair my cells and all that, and I said okay, good enough, do it. इससे मैंने को वजन कम कर रहा है। Now you are going off track. Now you're going off track. Now eating less doesn't mean how much less. People ਵਜਨ ਗਿਰਾਉਣ ਨੂੰ ਆਪਸ਼ਨ ਲੈਣ ਲਈ 1000 ਕੈਲਰੀਜ਼ ਤੱਕ ਆ ਜਾਂਦੇ ਨੇ, 1200 ਕੈਲਰੀਜ਼ ਤੱਕ ਆ ਜਾਂਦੇ ਨੇ। ਜਿੰਨੇ ਡਾਈਟੀਸ਼ੀਅਨਸ ਹੈਗੇ ਨੇ ਸਾਰੇ 1000-1200 ਦੇ ਉੱਤੇ ਖੇਲਦੇ ਹੈਗੇ ਨੇ, ਉਹਨਾਂ ਦਾ ਵਜਨ ਵੀ ਗਿਰ ਜਾਂਦਾ ਹੈ। ਬਿਲਕੁਲ। ਆਫਟਰ ਅ ਪੀਰੀਅਡ ਆਫ ਟਾਈਮ ਉਹਨਾਂ ਦਾ ਵਜਨ ਉਸ ਤੋਂ ਜ਼ਿਆਦਾ ਵੱਧ ਵੀ ਜਾਂਦਾ ਹੈ। ਵਾਟ ਆਰ ਵੀ ਡੂਇੰਗ ਦੈਨ? ਮਤਲਬ ਅਸੀਂ ਕਰ ਕੀ ਰਹੇ ਹਾਂ? ਇਹਦਾ ਮਤਲਬ ਇਹ ਹੁੰਦਾ ਹੈਗਾ ਕਿ ਮੇਰੇ ਕੋਲ ਇੱਕ ਲੋਨ ਪੜਿਆ ਹੋਇਆ, ਮੇਰੇ ਕੋਲ ਲੋਨ ਪਿਆ ਹੋਇਆ ਹੈ, ਮੈਂ ਲੋਨ ਨੂੰ ਉਤਾਰਨ ਲਈ ਕੰਮ ਜ਼ਿਆਦਾ ਕਰਾਂ, ਬਿਜ਼ਨਸ ਨੂੰ ਜ਼ਿਆਦਾ ਗਰੋ ਕਰਾਂ ਕਿ ਮੈਂ ਘਰ ਦੇ ਔਜ਼ਾਰ ਜਾਂ ਐਸੈਟਸ ਵੇਚ ਦੇਵਾਂ? ਕੀ ਬੋਲੋਗੇ? ਕੰਮ ਕਰਾਂ, ਯੂ ਨੋ। ਬਟ ਇਫ ਯੂ ਸਟਾਰਟ ਸੈਲਿੰਗ ਯੋਰ ਐਸੈਟਸ, ਮੈਂ ਘਰ ਹੀ ਵੇਚਣਾ ਸ਼ੁਰੂ ਕਰ ਦਾਂਗਾ ਤੇ ਤੁਸੀਂ ਟੈਂਪਰੇਰੀ ਪੀਰੀਅਡ ਵਿੱਚ ਤੁਸੀਂ ਆਪਣਾ ਕਰਜ਼ਾ ਉਤਾਰ ਲੋਗੇ, ਉਸ ਤੋਂ ਬਾਅਦ ਦੁਨੀਆ ਦੀ ਨਜ਼ਰਾਂ 'ਚ ਰਈਸ ਬਣ ਜਾਓਗੇ। ਸਿੰਪਲ ਜੀ। ਦ ਵਾਂਸ ਦ ਕਰਜ਼ਾ ਇਜ਼ ਗੋਨ, ਯੂ ਹੈਵ ਨੋ ਐਸੈਟਸ। ਤੁਹਾਡੇ ਕੋਲ ਸੋਰਸ ਹੀ ਨਹੀਂ ਹੈਗਾ ਕਿ ਬਿਜ਼ਨਸ ਨੂੰ ਕਿਵੇਂ ਗਰੋ ਕਰਾਂਗੇ। ਕਰਜ਼ਾ ਦੁਬਾਰਾ ਚੜ ਜਾਏਗਾ ਬਿਕੋਜ਼ ਬੇਸਿਕ ਨੈਸੈਸਿਟੀਜ਼ ਤਾਂ ਪੂਰੀ ਕਰਨੀ ਹੈ। ਤੁਸੀਂ ਇੱਕ ਵਾਲੇ ਥੱਲੇ ਆ ਜਾਓਗੇ, 1000-1200 ਕੈਲਰੀਜ਼ ਵਿੱਚ ਆ ਜਾਓਗੇ, ਤੁਸੀਂ ਆਪਣਾ ਵਜਨ ਗਿਰਾ ਲੋਗੇ, ਉਸ ਤੋਂ ਬਾਅਦ ਪੀਪਲ ਰੀਚ ਅ ਗੋਲ 10 ਕਿਲੋ 15 ਕਿਲੋ ਲੂਜ਼ ਕਰਦੇ ਨੇ, ਉਹਨਾਂ ਕਹਿੰਦਾ ਸਾਡਾ ਹੋ ਗਿਆ ਟਾਰਗੇਟ ਪੂਰਾ ਹੋਣ। ਦੇ ਸਟਾਰਟ ਗੋਇੰਗ ਫॉर ਅ ਨਾਰਮਲ ਈਟਿੰਗ ਪੈਟਰਨ ਜਿਹੜਾ ਪਹਿਲੇ ਕਰਦੇ ਸੀਗੇ, ਔਰ ਸ਼ੂਟ ਕਰਕੇ ਵਾਪਸ ਆ ਜਾਏਗਾ ਸਾਰਾ ਵਜਨ ਪਹਿਲੇ ਤੋਂ ਵੀ ਜ਼ਿਆਦਾ, ਬਿਕੋਜ਼ ਯੋਰ ਬੋਡੀ ਹੈਜ਼ ਡਿਸਟਰੋਇਡ ਨਾਓ। ਡਿਸਟਰਕਸ਼ਨ ਮੋਡ ਵਿੱਚ ਪਹਿਲੇ ਚਲੀ ਗਈ। ਯੂ ਹੈਵ actually taken off the assets from the body, which is muscle.
ਤੁਸੀਂ ਡਿਸਟਰੋਏ ਕਰਕੇ ਖਾਲੀ ਕਿਉਂ? ਕਿਉਂਕਿ ਤੁਸੀਂ ਆਪਣਾ ਵਜ਼ਨ ਦਿਖਾਉਣਾ ਸੀਗਾ। ਤੁਸੀਂ ਮਾਸਿਸ ਵੀ ਦੇਖੋਗੇ, ਜਿੰਨੇ ਵੀ ਵਜ਼ਨ ਕਰਾਉਣ ਵਾਲੇ ਨੇ 20 ਕਿਲੋ 30 ਕਿਲੋ 40 ਕਿਲੋ, ਦੇ ਆਲ ਸ਼ੋ देयर ऑन क्लोथ्स पिक। ਕੱਪੜੇ ਉਤਾਰ ਕੇ ਕੋਈ ਨਹੀਂ ਦਿਖਾਉਂਦਾ। why aren't you showing it? ਬਿਲਕੁਲ, because you know that you have the destruction done. It is visible outside also. ਤੁਸੀਂ ਦਿਖਾਣਾ ਨਹੀਂ ਚਾਹ ਰਹੇ। ਸਾਡੇ ਤੋਂ ਪੁੱਛ ਕੇ ਬੈਕ ਸਟੇਜ ਤੋਂ ਪੁੱਛ ਲੋਗੇ ਸਾਡੇ ਤੋਂ। ਓਪਨ ਮੀਡੀਆ ਵਿੱਚ ਤੁਸੀਂ ਨਹੀਂ ਜਾ ਪਾ ਰਹੇ। I have so many members calling me on this, messaging me on this thing, who have lost 50, 60 kilos. But they are frustrated. Because ਅੰਦਰ ਉਹਨਾਂ ਦਾ ਖੋਖਲਾ ਹੈ। Because ਕਿਉਂ? ਉਹਨਾਂ ਨੇ ਆਪਣੇ ਐਸਿਡ ਵੇਚਤੇ। So intermittent fasting is one of the tool for the people who are not able to tolerate the given number of calories throughout the day. तो ਉਹਨਾਂ ਨੂੰ forceful act ਦੇ ਨਾਲ ਇੱਕ intermittent fasting ਦਿੱਤੀ ਜਾਂਦੀ ਹੈ ਕਿ ਤੁਸੀਂ ਐਵੇਂ ਤਾਂ ਤੁਸੀਂ ਸੁਧਰ ਨਹੀਂ ਰਹੇ ਹੋ, ਐਵੇਂ ਕਰ ਲਓ। ਵਿਗੜੇ ਬੱਚੇ ਨੂੰ ਸੁਧਾਰਨ ਵਾਲੀ। Simple. So which never works. Which never works. You need to know what exactly you need to eat, how much you have to eat. Throughout life ਤੁਸੀਂ ਉਹਨੂੰ ਕਰਨਾ ਹੈ, ਤਾਂ ਹੀ ਅੱਗੇ ਗੱਡੀ ਵਧੇਗੀ। Temporary fitness is not temporary. It is a permanent act for throughout life. ਮੈਂ ਆਪਣਾ ਫੈਟ ਲਾਸ ਕਰਨਾ ਹੈ ਬਟ ਇੰਟਰਮਿਟੈਂਟ ਫਾਸਟਿੰਗ ਨਹੀਂ ਕਰਨੀ, ਤਾਂ ਸ਼ਰਟ ਖੋਲ ਕੇ ਵੀ ਦਿਖਾਣੀ ਆ, ਆਪਣਾ ਮਸਲ ਵੀ ਦਿਖਾਣਾ ਆ ਐਂਡ ਆਪਣੀ ਫੈਟ ਵੀ ਚੜਾਉਣੀ ਆ। ਕਿਹੜਾ ਬੈਸਟ ਵੇ ਹੈਗਾ? The way you are living. The way you are living. The food which you are eating. The lifestyle which you are going to adapt throughout your life. ਜੋ ਚੀਜ਼ ਤੁਸੀਂ ਕਰ ਰਹੇ ਹੋ ਹੁਣੇ, ਉਹੀ, ਕਿਉਂਕਿ ਉਹ ਵਾਲੀ ਚੀਜ਼ ਜਿਹੜੀ ਹੈਗੀ ਤੁਹਾਡੀ ਬੋਡੀ ਦੀ ਅਡੈਪਟਡ ਹੈ। ਤੁਸੀਂ ਇੰਜੋਏ ਕਰਦੇ ਹੋ ਉਹ ਚੀਜ਼। ਸਵੇਰੇ ਪਰਾਂਠਾ ਖਾਣਾ ਤੁਹਾਨੂੰ ਚੰਗਾ ਲੱਗਦਾ ਹੈ, ਰਾਤੀ ਜਾ ਕੇ ਤੁਹਾਨੂੰ ਖਾਣਾ ਚੰਗਾ ਲੱਗਦਾ ਹੈਗਾ, ਵਿਚ ਤੁਸੀਂ ਪੂਰੀ ਜ਼ਿੰਦਗੀ ਕਰਨੀ ਹੈ। ਉਹੀ ਕਰੋ ਨਾ। ਕਰਨਾ ਕੀ ਹੈ? ਮੈਜਰਿੰਗ ਹੀ ਤਾਂ ਕਰਨੀ ਹੈ, ਕੁਆਂਟੀਟੀ ਵੀ ਤਾਂ ਕਰਨਾ ਹੈ। ਉਹੀ ਵਾਲਾ ਫੂਡ ਜੋ ਤੁਸੀਂ ਖਾ ਰਹੇ ਹੋ, ਅਸੀਂ ਉਹਦੇ ਵਿੱਚ ਅਗਰ ਕੁਆਂਟੀਟਿਵ ਨੇਚਰ ਕ੍ਰੀਏਟ ਕਰ ਦਿੰਦੇ ਹੈਗੇ ਆ, ਉਹਦੇ ਵਿੱਚ ਹੀ ਐਕਟੀਵਿਟੀ ਐਡ ਕਰ ਦਿੰਦੇ ਹੈਗੇ ਆ, ਤਾਂ ਆਟੋਮੈਟਿਕਲੀ ਡੈਫੀਸ਼ੀਟ ਕ੍ਰੀਏਟ ਹੋ ਜਾਏਗਾ। ਬਸ ਇੰਨਾ ਹੀ ਹੈ। ਇੰਨਾ ਹੀ ਹੈ ਜੀ, ਇਸ ਤੋਂ ਇਲਾਵਾ ਕੁਝ ਨਹੀਂ ਹੈਗਾ। ਪੀਪਲ ਹੈਵ ਮੇਡ ਫਿਟਨੈਸ ਸੋ ਕੰਪਲਿਕੇਟਡ ਕਿ ਹਰ ਬੰਦੇ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਕਿ ਮੈਂ ਕਿਵੇਂ ਇਹਨੂੰ ਬੇਵਕੂਫ ਬਣਾਵਾਂ ਤੇ ਇਸ ਦੇ ਵਿੱਚੋਂ ਪੈਸੇ ਕੱਢਾਂ ਇਹਦੇ ਜੇਬ ਚੋਂ। ਅਗਰ ਇਹੀ ਵਾਲੀ ਸੀੜੀ ਉੱਪਰ ਗਈ ਹੈ ਵੀਰੇ, ਇਹੀ ਵਾਲੀ ਸੀੜੀ ਉੱਪਰੋਂ ਥੱਲੇ ਵੀ ਤਾਂ ਆਊਗੀ। ਜ਼ਿਆਦਾ ਖਾਤਾ ਤੇ ਐਕਟੀਵਿਟੀ ਨਹੀਂ ਕੀਤੀ ਤੇ ਵੇਟ ਵਧਿਆ। ਸਿੰਪਲ। ਹੁਣ ਅਸੀਂ ਕੀ ਕਰਦੇ ਹਾਂ? ਅਸੀਂ ਇਹ ਸੀੜੀ ਲੈ ਕੇ ਉੱਪਰ ਚੜ ਜਾਂਦੇ ਹਾਂ। ਥੱਲੇ ਆਉਣ ਲਈ ਅਸੀਂ ਰਾਹ ਕੋਈ ਹੋਰ ਲੱਭਣੀ ਸ਼ੁਰੂ ਕਰ ਦਿੰਦੇ ਹਾਂ। ਐਗਜ਼ੈਕਟਲੀ। ਪਰ ਅਸੀਂ ਉਹਦੇ ਕੋਲ ਜਾਂਦੇ ਹਾਂ, ਸਾਨੂੰ ਥੱਲੇ ਪਹੁੰਚਣਾ ਕੁਝ ਦੱਸਦੇ, ਕੋਈ ਬੰਦਾ ਤੋਂ ਉੱਤੋਂ ਥੱਲੇ ਛਾਲ ਮਾਰ ਦਿੰਦਾ ਹੈਗਾ। ਇਹ ਨਹੀਂ ਪਤਾ ਭਾਈ ਉਹੀ ਸੀੜੀਆਂ ਬੇਟੇ, ਉਹੀ ਸੀੜੀਆਂ ਤੋਂ ਥੱਲੇ ਆ ਜਾਓ। ਬਟ ਵੀ ਆਰ ਇਨ ਅ ਬਲੰਡਰ। ਤੁਸੀਂ ਕੁਝ ਚੇਂਜ ਨਹੀਂ ਕਰਨਾ ਹੈ। ਤੁਸੀਂ ਖਾਲੀ ਆਪਣੀ 20% 25% ਦੀ ਵੀ ਅਗਰ ਜੋ ਖਾਣਾ ਖਾ ਰਹੇ ਹੋ ਉਹਨੂੰ ਰਿਡਕਸ਼ਨ ਕਰ ਦੋਗੇ ਔਰ ਐਕਟੀਵਿਟੀ ਲੈਵਲ 20% 25% ਨੂੰ ਵਧਾ ਦੋਗੇ। ਮੈਂ ਐਕਟੀਵਿਟੀ ਲੈਵਲ ਇਸ ਲਈ ਬੋਲਦਾ ਪਿਆ ਵਾਂ ਕਿ ਇਨੀਸ਼ੀਅਲੀ ਫੇਜ਼ ਵਿੱਚ ਤੁਹਾਨੂੰ ਪਰਫਾਰਮੈਂਸ ਆਉਣ ਲਈ ਗੁੱਡ ਫੀਲਿੰਗ ਲੈਣ ਲਈ। ਇਜ਼ ਦੈਟ ਥਿੰਗ ਅ ਰਾਈਟ ਥਿੰਗ? ਨੋ। ਸਕੂਲ ਜਾਂਦੇ ਹੋਏ ਬੱਚੇ ਨੂੰ ਪਹਿਲੇ ਖੁਸ਼ ਨਹੀਂ ਕਰੀਦਾ, ਉਹ ਖਾਲੀ ਜਾ ਕੇ ਨਾ ਖੇਡਦਾ ਹੈ ਪ੍ਰੈਪਰੇਟਰੀ ਸਕੂਲ ਵਿੱਚ। ਪਰ ਉਸ ਤੋਂ ਬਾਅਦ ਹੀ ਸਟਾਰਟਸ ਲਰਨਿੰਗ ਦ ਸਕਿੱਲ ਆਫ ਦ ਐਜੂਕੇਸ਼ਨ ਵਿਚ ਇਜ਼ ਨੋਨ ਐਜ਼ ABCD। ਬਿਲਕੁਲ। ਸਾਡੀ ਕਿੱਥੇ ਹੈ? ਵੇਅਰ ਇਜ਼ ਦ ABCD ਆਫ ਆਰ ਇੰਡਸਟਰੀ? ਹਰ ਕੋਈ ਬੰਦਾ ਜਿਮ ਵਿੱਚ ਜਾ ਕੇ ਚਲਾ ਜਾਂਦਾ, ਉਹਦਾ ਟ੍ਰੇਨਰ ਉਹਨੂੰ ਬੋਲਦਾ ਇਹ ਕਰ ਲੈ, ਇਹ ਕਰ ਲੈ, ਇਹ ਕਰ ਲੈ, ਇਹ ਕਰ ਲੈ। ਅਰੇ ਹਾਊ ਡਜ਼ ਹੀ ਨੋ ਦੈਟ ਵਾਟ ਇਜ਼ A? ਪੀਪਲ ਆਰ ਟੋਟਲੀ ਡਿਪੈਂਡੈਂਟ ਔਨ ਸਮਵਨ ਜਦੋਂ ਜਿਮ ਵਿੱਚ ਜਾਂਦੇ। And they think ਇੱਕੋ ਹੀ ਇੰਡਸਟਰੀ ਹੈ, ਯਾਦ ਰੱਖਣਾ, this is the only and only industry ਜਿਹਦੇ ਵਿੱਚ ਤੁਸੀਂ ਬੰਦਾ ਹਾਇਰ ਨਹੀਂ ਕਰ ਸਕਦੇ ਆਪਣਾ ਕੰਮ ਕਰਨ ਲਈ। You can't delegate. ਅਗਰ ਡੈਲੀਗੇਸ਼ਨ ਵਰਕ ਕਰਦੀ ਤੇ ਅੰਬਾਨੀ ਬਹੁਤ ਅੱਛੀ ਫਿਜ਼ੀਕ ਤੇ ਹੁੰਦਾ ਨਹੀਂ ਹੈ। You can hire a teacher who will teach you how to build your own house. ਤੁਸੀਂ ਲੇਬਰ ਹਾਇਰ ਕੀਤਾ ਹੋਇਆ ਤੁਹਾਨੂੰ ਇੱਟ ਪੜਾਉਣ ਲਈ, ਦੀਵਾਰ ਤੁਸੀਂ ਖੜੀ ਕਰਨੀ ਹੈ। ਐਂਡ ਦੀਵਾਰ ਖੜੀ ਕਰਨ ਲਈ ਤਾਂ ਕਿ ਤੁਹਾਡਾ ਘਰ ਬਣੇ, ਯੂ ਨੀਡ ਟੂ ਲਰਨ ਦ ਸਕਿੱਲ ਆਫ ਬਿਲਡਿੰਗ ਦੈਟ ਵਾਲ। ਰਾਈਟ। ਦੈਟਸ ਨੋਨ ਐਜ਼ ਸਕਿਲਡ ਲੇਬਰਰ। ਹੁਣ ਜਦ ਤੱਕ ਸਕਿਲਡ ਲੇਬਰਰ ਬਣੋਗੇ ਨਹੀਂ, ਤੁਸੀਂ ਘਰ ਨਹੀਂ ਬਣਾ ਪਾਓਗੇ ਆਪਣਾ, ਜਿਹਨੂੰ ਬੋਲਦੇ ਨੇ ਫਿਜ਼ੀਕ। ਇਟਸ ਨਾਟ ਪੋਸੀਬਲ।
So stop losing the weight and start building something inside it ਜੋ ਕਿ ਅੱਗੇ ਚੱਲ ਕੇ ਤੁਹਾਨੂੰ ਜੋ ਤੁਸੀਂ ਚਾਹੁੰਦੇ ਹੋ ਉਹ ਹੋ ਜਾਏਗਾ। ਅਸੀਂ ਇੱਕ ਬੱਚੇ ਦੇ ਨਾਲ 20 ਸਾਲ ਬਿਤਾਉਂਦੇ ਹਾਂ, 20 years ਉਸ ਬੱਚੇ ਦੇ ਨਾਲ 20 ਸਾਲ ਬਿਤਾਉਣ ਤੋਂ ਬਾਅਦ ਅਸੀਂ ਉਹਦੇ ਉੱਤੇ ਲੱਖੋਂ ਰੁਪਇਆ ਖਰਚ ਕਰਦੇ ਹਾਂ ਤਾਂ ਕਿ ਉਹ ਕਮਾਈ ਕਰਨੀ ਸ਼ੁਰੂ ਕਰੇ ਜ਼ਿੰਦਗੀ ਭਰ ਦੀ। ਉਹਨੂੰ ਕਿਉਂ ਨਹੀਂ ਸ਼ੁਰੂ ਕਰਾ ਦਿੰਦੇ ਪਹਿਲੇ? ਉਹਨੂੰ ਕਿਉਂ ਪੜਾਇਆ 20 ਸਾਲ? ਉਹਦੇ ਉੱਤੇ ਕਿਉਂ ਪੈਸੇ ਖਰਚੇ ਨੇ ਪਹਿਲੇ? ਕਿਉਂਕਿ ਉਹ ਕਮਾਈ ਪੂਰੀ ਜ਼ਿੰਦਗੀ ਕਰ ਪਾਏ। ਐਕਸਰਸਾਈਜ਼ ਵੀ ਤਾਂ ਸੇਮ ਚੀਜ਼ ਹੈ। ਹੈਲਥ ਇਜ਼ ਵੈਲਥ ਦਾ ਮਤਲਬ ਕੀ ਹੈਗਾ? ਜਦੋਂ ਹੈਲਥ ਦੀ ਵਾਰੀ ਆਉਂਦੀ ਹੈ ਤੁਹਾਨੂੰ ਕੁਝ ਸਿੱਖਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਸਭ ਆਉਂਦਾ ਹੈਗਾ। ਤੁਸੀਂ ਉਹਦੇ 'ਤੇ ਕੋਈ ਇਨਵੈਸਟਮੈਂਟ ਨਹੀਂ ਕਰਨੀ ਹੈਗੀ, ਤੁਸੀਂ ਉਹਦੇ ਲਈ ਕੋਈ ਟੀਚਰ ਹਾਇਰ ਨਹੀਂ ਕਰਨਾ ਹੈਗਾ, ਤੁਸੀਂ ਉਹਦੇ ਲਈ ਖਾਲੀ ਬੰਦਾ ਹਾਇਰ ਕਰਨਾ ਜਿਹੜਾ ਤੁਹਾਨੂੰ ਉਠਾਏਗਾ, ਤੁਹਾਨੂੰ ਬੋਲੇਗਾ, ਪੁਸ਼ ਕਰੇਗਾ, ਤੁਹਾਨੂੰ ਕਹੇਗਾ ਕਰ ਲਓ। ਤੁਹਾਨੂੰ ਟੀਚਰ ਨਹੀਂ ਚਾਹੀਦਾ ਉਹਦੇ ਲਈ। ਬਲੰਡਰ। ਸਾਡਾ ਜਿਮ ਫਿਟਨੈਸ ਸਕੂਲ ਹੋਣਾ ਚਾਹੀਦਾ ਜਿਹੜਾ ਹੈ ਨਹੀਂ, ਹੈ ਹੀ ਨਹੀਂ। ਮੈਨੂੰ ਕਿਸੇ ਨੇ ਸਿਖਾਇਆ ਹੀ ਨਹੀਂ ਹੈ ਕਿ ਇੱਕ ਆਪਟੀਮਲ ਐਕਸਰਸਾਈਜ਼ ਰੂਟੀਨ ਕੀ ਹੁੰਦਾ ਹੈ। ਆਪਾਂ ਫਿਜ਼ੀਕਲ ਜਿਹੜੀ ਪੀਟੀ ਦੇ ਨਾਂ ਦਾ ਸਾਡੇ ਲੈਕਚਰ ਕਲਾਸ ਹੁੰਦੀ ਸੀਗੀ, ਸਾਨੂੰ ਟ੍ਰੇਨ ਹੀ ਨਹੀਂ ਕੀਤਾ ਗਿਆ ਵਟ ਇਜ਼ ਰਾਈਟ ਪੁਸ਼ਅਪ, ਵਟ ਇਜ਼ ਇੱਕ ਫਿਜ਼ੀਕਲ ਐਕਟੀਵਿਟੀ ਕਿੰਨੀ ਹੋਣੀ ਚਾਹੀਦੀ ਆ, ਵਟ ਇਜ਼ ਅ ਗੁੱਡ ਵਾਰਮ ਅਪ, ਕੁਛ ਵੀ ਨਹੀਂ। ਜਾ ਕੇ ਕੁਛ ਵੀ ਨਹੀਂ ਕੀਤਾ। ਡਿਡਨਟ ਲਰਨ ਐਨੀਥਿੰਗ ਇਨ ਯੂ ਸੀ ਸਾਡੇ ਕੋਲ ਆਈ ਹੈਵ ਬੀਨ ਟ੍ਰੇਨਿੰਗ ਨਾਓ, ਸੀ ਹੁਣ 35 ਕੰਟਰੀਜ਼ ਵਿੱਚ ਹੈਗੇ ਆ ਕਰੰਟਲੀ। ਵੀ ਹੈਵ ਬੀਨ ਟ੍ਰੇਨਿੰਗ ਸਿੰਸ ਏਜਸ ਨਾਓ। ਹੁਣ ਕਿਉਂਕਿ ਮਾਸ ਪਾਪੂਲੇਸ਼ਨ ਨੂੰ ਅਸੀਂ ਟ੍ਰੇਨ ਕਰਦੇ ਪਏ ਹਾਂ, ਅਸੀਂ ਓਪਨਲੀ ਬੋਲ ਸਕਦੇ ਹਾਂ ਕਿ ਪੀਪਲ ਹੂ ਹੈਵ ਦ ਐਕਸਪੀਰੀਅੰਸ, ਜਿਨ੍ਹਾਂ ਨੂੰ 5-5 7-7 ਸਾਲ ਵੀ ਹੋ ਗਿਆ ਹੈ, ਦੇ ਆਰ ਆਲਸੋ ਮਿਸਿੰਗ ਦ ਬੇਸਿਕ ਮੂਵਮੈਂਟਸ ਆਫ ਡੂਇੰਗ ਐਕਸਰਸਾਈਜ਼। ਨਵੇਂ ਬੰਦੇ ਨੂੰ ਤਾਂ ਭੁੱਲ ਹੀ ਜਾਓ। ਬਿਲਕੁਲ। ਇਫ ਯੂ ਡੋਂਟ ਨੋ ਹਾਊ ਟੂ ਡਰਾਈਵ ਅ ਕਾਰ, ਤੁਸੀਂ ਆਪਣਾ ਰਸਤਾ ਤੈਅ ਕਿਵੇਂ ਕਰੋਗੇ? ਮਤਲਬ ਹਾਊ ਇਜ਼ ਇਟ ਪੋਸੀਬਲ? ਹਾਊ ਇਜ਼ ਇਟ ਪੋਸੀਬਲ? ਤੁਸੀਂ ਕਹਿੰਦੇ ਹੋਗੇ ਮੈਂ ਉਹਨੂੰ ਅਗਰ 2 ਸਾਲ ਤੋਂ ਬਾਅਦ ਮੈਂ बोलता हूँ तूने पीटी कितनी ली थी, वो कहता 2 साल से पीटी ले रहा हूँ। मैं कहा बहुत बढ़िया। मैं कहा कोई एक्सरसाइज का नाम तो बता दे। कहते वो ऐसे ही। मैंने कहा आई डिड नॉट आस्क यू द एक्शन, आई आस्क्ड द नेम। आई डोंट नो, वो तो मेरे को जो बोलता था वो मेरे को बोलता सी मैं करा देंदा सी। ਆ ਲਾ ਦੋ। यस आ ला लो आ ला लो आ ला लो आ ला लो। मैं क्या ਕੀ ਲਾ ਲਓ? ਕੀ ਲਾ ਲਓ? ਸੋ ਉਹ ਜਿਹੜਾ ਬੇਸਿਕ ਫਾਊਂਡੇਸ਼ਨ ਹੈ ਨਾ ਕਿਸੇ ਵੀ ਜਣੇ ਲਈ, ਉਹ ਮਿਸਿੰਗ ਹੈ। ਔਰ ਮਾਸ ਵਿੱਚ, ਇਹ ਨਹੀਂ ਖਾਲੀ ਇੰਡੀਆ ਵਿੱਚ, ਗਲੋਬਲ ਹੈ। ਗਲੋਬਲ ਸਾਡੀ ਇੰਡਸਟਰੀ ਵਿੱਚ ਲੋਕਾਂ ਨੂੰ ਮੁਹਤਾਜ ਕਰਕੇ ਰੱਖਿਆ ਹੋਇਆ। ਇੰਡੀਪੈਂਡੈਂਟ ਦੀ ਕੋਈ ਨੇਚਰ ਹੀ ਨਹੀਂ ਹੈਗੀ। ਅਗਰ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਹੈ, ਤੁਸੀਂ ਬੰਦਾ ਕਿਉਂ ਨਹੀਂ ਰੱਖ ਲੈਂਦੇ ਆਪਣੇ ਨੂੰ ਨਹਾਉਣ ਲਈ? ਉਹ ਕਿਉਂ ਨਹਾਉਂਦੇ ਆਪਣੇ ਆਪ? ਖਾਣਾ ਕਿਉਂ ਖਾਂਦੇ ਆਪਣੇ ਆਪ? ਕੱਪੜੇ ਕਿਉਂ ਆਪਣੇ ਆਪ ਚੇਂਜ ਕਰਦੇ ਹੋ? ਬੰਦਾ ਰੱਖ ਸਕਦੇ ਹੋ ਨਾ, ਰੱਖ ਲਓ। ਉਹਦੇ ਵਿੱਚ ਤਾਂ ਨਹੀਂ ਰੱਖਦੇ। ਕਦੋਂ ਰੱਖਿਆ ਜਾਂਦਾ? ਜਦੋਂ ਤੁਸੀਂ ਫਿਜ਼ੀਕਲੀ ਜਿਹੜੇ ਹੈਗੇ ਨਾ ਕੈਪੇਬਲ ਨਹੀਂ ਹੁੰਦੇ, ਤਾਂ ਤੁਹਾਨੂੰ ਬੰਦਾ ਇੱਕ ਨਹਾਉਣ ਲਈ ਚਾਹੀਦਾ, ਕੱਪੜੇ ਪਾਉਣ ਲਈ ਚਾਹੀਦਾ, ਜਿਹੜਾ ਤੁਹਾਨੂੰ ਪਸੰਦ ਨਹੀਂ ਆਉਂਦਾ। ਜਦੋਂ ਉਹ ਪਸੰਦ ਨਹੀਂ ਆਉਂਦਾ ਤਾਂ ਐਕਸਰਸਾਈਜ਼ ਵਿੱਚ ਕਿਵੇਂ ਪਸੰਦ ਆ ਰਿਹਾ? ਕਿਉਂ ਤੁਹਾਡੇ ਨਾਲ ਬੰਦਾ ਖੜਿਆ ਹੋਇਆ ਹੈ? ਹੀ ਸ਼ੁੱਡ ਮੂਵ ਆਊਟ ਆਫਟਰ ਟੀਚਿੰਗ ਯੂ, ਐਂਡ ਯੂ ਸ਼ੁੱਡ ਬੀ ਕਮਾਂਡਿੰਗ ਯੂਅਰ ਓਨ ਬਾਡੀ ਥਰੂ ਆਊਟ ਯੂਰ ਲਾਈਫ। ਤੁਹਾਨੂੰ ਡਾਇਰੈਕਸ਼ਨ ਚਾਹੀਦੀ ਹੈ ਨਾ, ਡਾਇਰੈਕਸ਼ਨ ਲੈ ਲਓ ਨਾ। ਤੁਹਾਨੂੰ ਗੂਗਲ ਮੈਪ ਹੀ ਚਾਹੀਦਾ ਨਾ, ਗੂਗਲ ਮੈਪ ਲੈ ਲਓ ਨਾ। ਪਰ ਗੱਡੀ ਤਾਂ ਸਿੱਖੋ। ਤੁਹਾਨੂੰ ਗੱਡੀ ਨਹੀਂ ਆਉਂਦੀ ਚਲਾਣੀ, ਗੂਗਲ ਮੈਪ ਜ਼ੀਰੋ ਵੈਲਿਊ ਹੈ। ਔਰ ਲੋਕੀ ਕੀ ਕਰਦੇ ਨੇ, ਇੱਕ ट्रांसफॉर्मेशन आती है, उसको बोलो मेरे को भी अपना प्लान दे दे। अरे प्लान लेके की करेगा? प्लान तो फ्लोटेड है, गूगल में भरे पे ने ਲੱਖੋਂ प्लान्स मिल जाएंगे ਤੁਹਾਨੂੰ। ਬੇਸਿਕ ਮੇਰੇ ਖਿਆਲ 80 to 90% ਸਾਰੇ ਪਲਾਨ ਸੇਮ ਹੀ ਹੁੰਦੇ ਆ। ਗੇਮ ਤੇ ਸਾਰੀ ਉਹ ਕਨੈਕਟੀਵਿਟੀ ਦੀ ਹੈਗੀ ਆ ਜਿਹੜੀ। ਯਾਰ ਐਵੇਂ ਹੈਗਾ ਕਿ ਕੱਪੜਾ ਤੂੰ ਵੀ ਉਹੀ ਪਾਣਾ, ਮੈਂ ਵੀ ਕੱਪੜਾ ਉਹੀ ਪਾਣਾ। ਜੀ। ਤੂੰ ਆਪਣੇ ਸਾਈਜ਼ ਦਾ ਪਾਣਾ, ਮੈਂ ਆਪਣੇ ਸਾਈਜ਼ ਦਾ ਪਾਣਾ। ਬਸ ਕੀ ਫਰਕ ਹੈ? ਮੈਂ ਅਗਰ ਇੱਥੇ ਬੈਠਾ ਹੋਇਆ ਵਾਂ, ਅਗਰ ਡਿਨਰ ਸਰਵ ਹੋ ਰਿਹਾ ਹੈਗਾ, ਉਹੀ ਚਪਾਤੀ ਤੂੰ ਖਾ ਰਿਹਾ, ਉਹੀ ਚਪਾਤੀ ਮੈਂ ਖਾ ਰਿਹਾ ਵਾਂ। ਤੂੰ ਆਪਣੇ ਹਿੱਸੇ ਦੀ ਖਾ ਰਿਹਾ, ਮੈਂ ਆਪਣੇ ਹਿੱਸੇ ਦੀ ਖਾ ਰਿਹਾ ਹੈਗਾ। ਤੂੰ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਖਾ ਰਿਹਾ, ਮੈਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਖਾ ਰਿਹਾ ਵਾਂ। ਵਾਟ ਇਜ਼ ਦ ਡਿਫਰੈਂਸ? There's no difference in it. We need to understand this thing. Fitness बहुत ही simple है, बहुत simple है। it's so simple कोई चीज़ नहीं है ਜੀ। ਜਦੋਂ ਅਸੀਂ ਸਾਨੂੰ ਕੋਈ ਸਪਲੀਮੈਂਟ ਨਹੀਂ ਚਾਹੀਦਾ ਵਜਨ ਵਧਾਉਣ ਲਈ, ਤੇ ਸਪਲੀਮੈਂਟ ਕਿਉਂ ਚਾਹੀਦਾ ਗਿਰਾਉਣ ਲਈ? ਫੈਟ ਲਾਸ ਸਪਲੀਮੈਂਟ ਹੈ ਕਿਸ ਲਈ? ਮਤਲਬ I am not able to understand this thing. ਔਰ ਜਦੋਂ ਅਸੀਂ ਟਰਾਂਸਫਰਮੇਸ਼ਨ ਕਰਕੇ ਅੰਡਰ 10% ਬੋਡੀ ਫੈਟ ਪਰਸੈਂਟੇਜ ਕਿਸੇ ਦਾ ਲੈ ਕੇ ਆਉਂਦੇ ਹੈਗੇ, ਸਾਨੂੰ ਕੋਈ ਸਵਾਲ ਨਹੀਂ ਪੁੱਛਦਾ, ਕੰਪਲੀਮੈਂਟ ਨਹੀਂ ਦਿੰਦਾ। ਬਹੁਤ ਸਾਰੇ ਜਿਹੜੇ ਬੋਲਦੇ ਨੇ ਝੂਠ ਬੋਲ ਰਹੇ ਆ,
ਇਟ ਮੀਨਸ ਉਹਨਾਂ ਨੇ ਆਪਣੇ ਅੰਦਰ ਬਣਾ ਕੇ ਰੱਖਿਆ ਹੋਇਆ ਕਿ ਇਸ ਤੋਂ ਬਿਨਾਂ ਤਾਂ ਪੋਸੀਬਲ ਹੀ ਨਹੀਂ ਹੈ। ਮਤਲਬ ਸਟੇਟਮੈਂਟ ਕ੍ਰੀਏਟ ਹੋ ਰਹੀਆਂ ਕਿ ਇਹ ਤਾਂ ਬਿਨਾਂ ਸਟੀਰੋਇਡ ਤੇ ਹੋ ਹੀ ਨਹੀਂ ਸਕਦਾ ਹੈਗਾ। ਆਈ ਨੋ ਦ ਨੇਮ ਆਫ ਯੋਰ ਸਟੀਰੋਇਡ ਸਰ, ਉਹ ਹੈਗੀ ਹੈ ਕੰਸਿਸਟੈਂਸੀ, ਡਿਸਿਪਲਿਨ। ਮੈਨੂੰ ਦੱਸੋ ਕਿਹੜੀ ਇਹੋ ਜਿਹੀ ਚੀਜ਼ ਹੈਗੀ ਹੈ ਜਿਹਦੇ ਵਿੱਚ ਉਹ ਨਹੀਂ ਹੈ? ਟੈਲ ਮੀ ਵਨ ਥਿੰਗ ਆਫ ਲਾਈਫ ਇਨ ਵਿਚ ਯੂ ਡੋਂਟ ਡੂ ਕੰਸਿਸਟੈਂਸੀ ਐਂਡ ਸਟੇਜ਼ ਵਿਦ ਯੂ। ਇੱਕ ਚੀਜ਼ ਵੀ ਦਿਖਾ ਦਿਓ। ਤੁਸੀਂ ਇੱਕ ਹਫਤਾ ਨਹਾਓਗੇ ਨਹੀਂ, ਤੁਹਾਨੂੰ ਦਿੱਕਤ ਆਣੀ ਸ਼ੁਰੂ ਹੋ ਜਾਏਗੀ। ਤੁਸੀਂ ਘਰ ਦੇ ਬਰਤਨ ਅਗਰ ਇੱਕ ਹਫਤਾ ਨਹੀਂ ਧੋਂਦੇ ਹੈਗੇ, ਤੁਹਾਨੂੰ ਦਿੱਕਤ ਆਣੀ ਸ਼ੁਰੂ ਹੋ ਜਾਏਗੀ। ਤੁਸੀਂ ਕੱਪੜੇ ਨਹੀਂ ਅਗਰ ਚੇਂਜ ਕਰਦੇ ਇੱਕ ਹਫਤਾ, ਤੁਹਾਡੇ ਉਹਦੇ ਵਿੱਚ ਸਮੈਲ ਆਣੀ ਸ਼ੁਰੂ ਹੋ ਜਾਏਗੀ। ਤੁਸੀਂ ਇੱਕ ਹਫਤਾ 2 ਹਫਤੇ ਅਗਰ ਬ੍ਰੈਡ ਨੂੰ ਅਗਰ ਫ੍ਰਿਜ ਦੇ ਅੰਦਰ ਰੱਖਦੇ ਹੈਗੇ ਹੋ ਤੇ ਨਹੀਂ ਕੱਢਦੇ, ਉਹਦੇ ਵਿੱਚ ਫੰਗਸ ਆ ਜਾਏਗੀ। ਤੁਸੀਂ ਆਪਣੇ ਘਰ ਨੂੰ ਇੱਕ ਹਫਤਾ ਵੀ ਅਗਰ ਬੰਦ ਕਰਕੇ ਰੱਖਦੇ ਹੋ, ਉਹਦੇ ਅੰਦਰ ਧੂਲ ਆ ਜਾਏਗੀ। ਕਿਹੜੀ ਚੀਜ਼ ਹੈਗੀ ਹੈ ਲਾਈਫ ਵਿੱਚ ਜਿਹੜੀ ਤੁਸੀਂ ਕੰਸਿਸਟੈਂਸ ਨਹੀਂ ਕਰਦੇ ਹੋ ਤੇ ਉਹ ਟਿੱਕੀ ਹੋਈ ਹੈ? ਕੋਈ ਵੀ ਨਹੀਂ ਹੈ। ਐਕਸਰਸਾਈਜ਼ ਵਿੱਚ ਕਿਉਂ ਸਟੈਂਪ ਆ ਜਾਂਦੀ ਹੈਗੀ ਹੈ? ਪੁੱਛਣ ਦਾ ਕੁਐਸਚਨ ਮਾਰਕ ਆ ਜਾਂਦਾ ਹੈ, ਕਿਆ ਮੇਰੇ ਕੋ ਹਮੇਸ਼ਾ ਕਰਨੀ ਪਏਗੀ? ਵਾਟ ਦ ਬੁਲਸ਼ਿਟ, ਯੂ ਹੈਵ ਟੂ ਡੂ ਇਟ ਥਰੂ ਆਊਟ ਯਰ ਲਾਈਫ ਇਫ ਯੂ ਵਾਂਟ ਟੂ ਲਿਵ ਇਟ। ਤੁਸੀਂ ਮੈਨੂੰ ਕੁਐਸਚਨ ਪੁੱਛਦੇ ਹੀ ਕਿਉਂ ਪਏ ਹੋ ਕਿ ਮੈਨੂੰ ਇਹ ਵਾਲੀ ਪੂਰੀ ਜ਼ਿੰਦਗੀ ਕਰਨੀ ਪਏਗੀ? ਕਿਆ ਅਰੇ ਕਰਨੀ ਪਏਗੀ ਮਤਲਬ ਤੁਸੀਂ ਅਗਰ ਦੁਕਾਨ ਜਾ ਰਹੇ ਹੈਗੇ ਹੋ ਤੇ ਤੁਸੀਂ ਆਪਣਾ ਸ਼ਟਰ ਉੱਪਰ ਕਰੋਗੇ ਤੇ ਤੁਹਾਡੇ ਕੋਲ ਗ੍ਰਾਹਕ ਆਏਗਾ ਤੇ ਤੁਸੀਂ ਪੈਸੇ ਕਮਾਓਗੇ। ਘਰ ਬੈਠੇ ਕਿਵੇਂ ਆ ਜਾਏਗੀ? ਯੂ ਹੈਵ ਟੂ ਡੂ ਦ ਹਾਰਡ ਵਰਕ ਐਂਡ ਕੰਸਿਸਟੈਂਸੀ ਇਜ਼ ਆਲ ਅਬਾਊਟ what you are willing to achieve। ਸਾਡੇ ਕੋਲ ਵੈਲਿਊ ਨਹੀਂ ਹੈਗੀ ਹੈਲਥ ਦੀ, ਸਾਡੇ ਕੋਲ ਪੈਸੇ ਦੀ ਬਹੁਤ ਵੈਲਿਊ ਹੈ। ਅਸੀਂ ਪੈਸੇ ਲਈ ਰੋਜ਼ ਕੰਸਿਸਟੈਂਟ ਹੁੰਦੇ ਹਾਂ, ਬੁਖਾਰ ਵੀ ਚੜਿਆ ਹੁੰਦਾ ਹੈ ਤਾਂ ਵੀ ਅਸੀਂ ਕੰਮ ਵਿੱਚ ਚਲੇ ਜਾਂਦੇ ਹਾਂ। ਬਿਲਕੁਲ। ਸਾਡਾ ਪੈਰ ਟੁੱਟਾ ਹੁੰਦਾ ਅਸੀਂ ਤਾਂ ਵੀ ਚਲੇ ਜਾਂਦੇ ਹੈਗੇ। ਇੱਥੇ ਐਕਸਰਸਾਈਜ਼ ਵਿੱਚ ਇੱਕ ਛੋਟੀ ਜਿਹੀ ਫਿੰਗਰ ਦੇ ਵਿੱਚ ਇੱਥੇ ਕੁਝ ਖਰਾਸ਼ ਆ ਜਾਏ ਨਾ, ਕਹਿੰਦੇ ਉਹ ਮੈਨੂੰ ਚੋਟ ਲੱਗੀ ਹੈਗੀ ਇਸ ਲਈ ਅੱਜ ਐਕਸਰਸਾਈਜ਼ ਨਹੀਂ ਕੀਤੀ। ਅਰੇ ਵੱਡੇ ਐਕਸਕਿਊਜ਼ ਦੇਖੋ, ਮੈਂ ਟਰੈਵਲਿੰਗ ਕਰਦਾ ਵਾ ਇਸ ਲਈ ਮੈਂ ਐਕਸਰਸਾਈਜ਼ ਨਹੀਂ ਕੀਤੀ। ਅਰੇ ਦਾਰੂ ਵਾਲੇ ਨੂੰ ਪੁੱਛੋ ਜਰਾ ਟਰੈਵਲਿੰਗ ਤੋਂ ਪਹਿਲੇ ਕੀ ਕਰਦਾ ਹੈਗਾ? ਪਲਾਨਿੰਗ ਪੂਰੀ ਪਲਾਨਿੰਗ ਹੋ ਜਾਂਦੀ। ਉਹਦੀ ਬਿਜ਼ਨਸ ਦੀ ਪਲਾਨਿੰਗ ਤਾਂ ਦੂਰ ਦੀ ਗੱਲ ਹੈਗੀ ਹੈ। ਉਹ ਕਹਿੰਦਾ ਮੇਰੀ ਉਹ ਵਾਲੀ ਪਲਾਨਿੰਗ ਪਹਿਲੇ ਦੱਸ ਦਿਓ ਕਿੱਥੇ ਮਿਲੇਗਾ। It's all about the value what you're trying to put with the things. People don't have the value of the health. ਸਾਰਿਆਂ ਕੋਲ ਸਾਰਿਆਂ ਚੀਜ਼ ਦੀ ਵੈਲਿਊ ਹੈਗੀ। ਬ੍ਰਸ਼ ਨਹੀਂ ਕਰੋਗੇ ਇੱਕ ਹਫਤਾ ਤੇ ਉਹਨਾਂ ਨੂੰ ਪਤਾ ਕੌਨਸੀਕੁਐਂਸਿਸ ਕੀ ਹੈਗੇ। ਸਾਰਿਆਂ ਨੂੰ ਕੌਨਸੀਕੁਐਂਸਿਸ ਪਤਾ ਨੇ। ਹੈਲਥ ਦੇ ਕੌਨਸੀਕੁਐਂਸਿਸ ਸਾਰਿਆਂ ਨੂੰ ਪਤਾ ਹੁੰਦੇ ਸਾਰ ਵੀ ਚੁੱਪ ਬੈਠੇ ਹੋਏ ਨੇ ਸਾਰੇ। ਇਹ ਨਹੀਂ ਕਿ ਕਿਸੇ ਨੂੰ ਨਹੀਂ ਪਤਾ। ਤੁਸੀਂ ਯੂ ਆਸਕ ਐਨੀਵਨ ਇਫ ਦ ਫਿਜ਼ੀਕਲ ਹੈਲਥ ਵਿਲ ਗਿਵ ਯੂ ਬੈਨੀਫਿਟ, ਉਹ ਕਹੇਗਾ ਹਾਂ ਯੈਸ ਹਾਂ। ਕਿ ਅਗਰ ਤੁਸੀਂ ਨਹੀਂ ਕਰੋਗੇ ਤੁਹਾਨੂੰ ਨੁਕਸਾਨ ਹੋਏਗਾ, ਕਹਿੰਦਾ ਹਾਂ। ਹੀ ਨੋਜ਼ ਐਵਰੀਥਿੰਗ। ਬਟ ਉਹਨੂੰ ਯਾਦ ਕਦੋਂ ਆਉਂਦਾ? ਜਦੋਂ ਉਹਨੂੰ ਕੋਈ ਹੈਲਥ ਇਸ਼ੂ ਆ ਜਾਂਦੀ ਹੈ। ਬਿਲਕੁਲ। ਤੁਹਾਡੇ ਉੱਤੇ ਲੋਨ ਚੜ ਜਾਏਗਾ ਤਾਂ ਤੁਸੀਂ ਕੰਮ ਕਰਨਾ ਸ਼ੁਰੂ ਕਰੋਗੇ ਕਿ ਕੰਮ ਪਹਿਲੇ ਸ਼ੁਰੂ ਕੀਤਾ ਹੈਗਾ ਤਾਂ ਕਿ ਲੋਨ ਕਦੀ ਚੜੇ ਨਾ। ਚੜੇ ਹੀ ਨਾ। This is what is happening in an industry. People need to realize this thing. Exercise has to be along. ਜਿਸ ਵੇਲੇ ਤੁਸੀਂ ਆਪਣੀ ਪੈਸੇ ਕਮਾਈ ਦੀ ਪ੍ਰੋਸੈਸ ਸ਼ੁਰੂ ਕਰ ਦਿੱਤਾ ਹੈ, ਇਹ ਹੈਲਥ ਦਾ ਪ੍ਰੋਸੈਸ ਸ਼ੁਰੂ ਹੋ ਜਾਣਾ ਚਾਹੀਦਾ ਉਸ ਵੇਲੇ। ਬੱਚਿਆਂ ਨੂੰ ਸਕੂਲ ਵਿੱਚ ਕ੍ਰਿਕਟ ਖਿਲਾਇਆ ਜਾਂਦਾ ਹੈ, ਬੈਡਮਿੰਟਨ ਖਿਲਾਇਆ ਜਾਂਦਾ ਹੈ, ਸਪੋਰਟਸ ਖਿਲਾਈ ਜਾਂਦੀ ਹੈਗੀ ਹੈ, ਫੁੱਟਬਾਲ ਖਿਲਾਈ ਜਾਂਦੀ ਹੈ, ਰਗਬੀ ਖਿਲਾਈ ਜਾਂਦੀ। ਵੈਰੀ ਗੁੱਡ। ਇਟ ਗਿਵਸ ਵੈਰੀ ਗੁੱਡ ਅਮਾਊਂਟ ਆਫ ਬੈਨੀਫਿਟਸ ਇਨ ਦਿਸ ਥਿੰਗ ਕਿ ਹਾਂ ਉਹਦੇ ਵਿੱਚ ਉਹਨਾਂ ਦਾ ਲੀਡਰਸ਼ਿਪ ਪ੍ਰੋਗਰਾਮ ਆਉਂਦਾ ਹੈ, ਉਹਨਾਂ ਦੀ ਟੀਮ ਵਰਕ ਉਹਨਾਂ ਨੂੰ ਪ੍ਰਿਪੇਅਰ ਹੁੰਦਾ। ਐਕਸਲੈਂਟ। ਬਟ ਇਟ ਇਜ਼ ਹਾਈਲੀ ਇੰਜੂਰੀਅਸ ਗੇਮਸ ਆਲ। ਉਹਦੇ ਵਿੱਚ ਓਪਨਲੀ ਸਾਰਿਆਂ ਨੂੰ ਦਿਖਾਇਆ ਜਾਂਦਾ ਖੇਡੋ, ਬਹੁਤ ਵਧੀਆ, ਖੇਡਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ, ਬਟ ਦੇ ਆਰ ਵੈਰੀ ਹਾਈਲੀ ਇੰਜੂਰੀਅਸ ਗੇਮ। ਜਿਮ ਨਹੀਂ ਜਾਣਾ, ਜਿਮ ਨਹੀਂ ਜਾਣਾ, ਜਿਮ ਨਹੀਂ ਜਾਣਾ। ਅਰੇ ਜਿਮ ਇਜ਼ ਦ ਮੋਸਟ ਲੀਨੀਅੰਟ ਔਰ ਸਭ ਤੋਂ ਘੱਟ ਇੰਜੂਰੀਅਸ ਪਲੇਸ ਹੈ ਐਕਸਰਸਾਈਜ਼ ਲਈ, ਜਿਹਦੇ ਵਿੱਚ ਤੁਸੀਂ ਆਪਣੀ ਗੇਮ ਨੂੰ ਇੰਪਰੂਵ ਕਰੋਗੇ। ਜਿਮ ਇਜ਼ ਅ ਪਲੇਸ ਵੇਰ ਯੂ ਗੈਟ ਫਿਟ ਟੂ ਪਲੇ ਅ ਗੇਮ। उस जिम विच नहीं देखे जाया जा रहा है किसी को, नहीं तूने जिम नहीं जाना अभी तू पढ़ ले। अरे पढ़ ले क्या मतलब है? इट इज मैंडेटरी थिंग बिकॉज यू आर प्लानिंग फॉर अ एजुकेशन सिस्टम, यू हैव टू प्लान फॉर योर हेल्थ। ਤੁਸੀਂ ਅਗਰ ਉਹਦੇ ਵਿੱਚ ABCD ਉਹਨੂੰ ਪੜ੍ਹਾ ਰਹੇ ਹੋ ਤਾਂ ਕਿ ਚੱਲ ਕੇ ਉਹ ਅੱਗੇ ਚੱਲ ਕੇ ਹਾਇਰ ਸਟੱਡੀਜ਼ ਕਰੇਗਾ, ਇਹਦੀ ABCD ਨਹੀਂ ਸਿਖਾਣੀ ਕਿ ਇਹ 18 ਸਾਲ ਦੀ ਉਮਰ ਵਿੱਚ ਆ ਕੇ ABCD ਸਿੱਖੇਗਾ ਕੌਣ? ਇਹਦੀ ਫਿਰ ਲੋਕਾਂ ਨੇ ਫਿਰ ਫਾਇਦਾ ਤਾਂ ਉਠਾਣਾ ਹੀ ਹੈ। ਬਿਲਕੁਲ ਫੁੱਲ ਉਠਾਉਂਦੇ ਨੇ ਉਹਦਾ ਫਾਇਦਾ, ਫਿਰ ਫੁੱਲ ਉਠਾਉਂਦੇ ਨੇ। ਪੀਪਲ ਆਰ ਡੂਇੰਗ ਬਲੰਡਰਸ। ਜਨਰਲ ਪਬਲਿਕ ਨੂੰ ਮੈਂ ਓਪਨ ਸਟੇਟਮੈਂਟ ਦੇ ਰਿਹਾ, ਮੈਂ ਮਾਫੀ ਚਾਹਾਂਗਾ ਜੋ ਨਾ ਕੋਈ ਵੀ ਬੁਰਾ ਮੰਨੇ ਜਾਂ ਕੁਛ ਮੰਨੇ, ਬਿਕੋਜ਼ ਆਈ ਐਮ ਬੀਇੰਗ ਇਨ ਦ ਇੰਡਸਟਰੀ। ਮੈਂ ਬਹੁਤ ਸਾਰੇ ਸਾਲ ਬਿਤਾ ਲਏ ਨੇ, ਮੈਂ ਬਹੁਤ ਸਾਰੇ ਜਿਮਸ ਵਿੱਚ ਮਾਸਟਰ ਟ੍ਰੇਨਰ ਹੋ ਚੁੱਕਾ ਵਾਂ, ਵੱਡੇ ਵੱਡੇ ਜਿਮਸ ਵਿੱਚ ਹੋ ਚੁੱਕਾ ਵਾਂ। ਆਈ ਬਿਨ ਟ੍ਰੇਨਿੰਗ ਦ ਟ੍ਰੇਨਰਸ। ਹੁਣ more than 1 lakh people we have already trained, so we know I'm openly selling is ਜਨਰਲ ਪਬਲਿਕ ਨੂੰ ਦਬਾ ਕੇ ਬੇਵਕੂਫ ਬਣਾਇਆ ਜਾ ਰਿਹਾ ਹੈ ਇਨ ਓਪਨ ਸੈਂਸ ਫਰੋਮ एवरीवन। ਇਟ ਇਜ਼ 101% ਟਰੂ ਭਾਜੀ।
ਐਂਡ ਉਹਦਾ ਜਿਹੜਾ ਖਾਮੀਆਂ ਹੈਗਾ, ਜਿਹੜੇ ਵੀ ਅੱਛੇ ਟੀਚਰਸ ਹੈਗੇ ਨੇ, ਮੈਂ ਟ੍ਰੇਨਰਸ ਦਾ ਨਾਮ ਨਹੀਂ ਲੈ ਰਿਹਾ, ਬਿਕੋਜ਼ ਟ੍ਰੇਨਰਸ ਆਰ ਨਾਟ permitted to give teaching to a member. They are only to train. Only teachers are permitted to teach. तो ਜਿਹੜੇ ਵੀ teachers ਹੈਗੇ ਨੇ ਇੰਡਸਟਰੀ ਦੇ, qualified teachers ਹੈਗੇ ਨੇ, ਉਹ ਸੁਣ ਰਹੇ ਨੇ and they can understand the feelings what I am trying to say. ਉਹ teachers ਜਿਮ ਵਿੱਚ ਟਿਕ ਨਹੀਂ ਪਾਉਂਦੇ, ਜਿਮ ਵਿੱਚ ਟਿਕ ਹੀ ਨਹੀਂ ਪਾਉਂਦੇ ਨਾਰਮਲ ਟ੍ਰੇਨਰਸ ਦੇ ਨਾਲ, ਚਲੇ ਜਾਂਦੇ ਨੇ ਉਹ ਤੋਂ, ਮਗਰ ਉਹਨਾਂ ਦਾ ਮੈਚ ਹੀ ਨਹੀਂ ਹੁੰਦਾ ਉਹਨਾਂ ਦੇ ਨਾਲ, ਟਿਊਨਿੰਗ ਹੀ ਨਹੀਂ ਹੋ ਪਾਉਂਦੀ। We need teachers in this industry. तो ਜਿਹੜੇ ਵੀ ਟ੍ਰੇਨਰਸ ਹੈ, ਮੇਰੀ ਰਿਕੁਐਸਟ ਹੈ ਕਿ ਟੀਚਰ ਬਣ ਜਾਓ। ਬਿਊਟੀਫੁਲ ਭਾਜੀ। ਅਗਰ ਟੀਚਰ ਨਹੀਂ ਬਣੋਗੇ ਤਾਂ ਇੰਡਸਟਰੀ ਗਰੋ ਨਹੀਂ ਕਰੇਗੀ ਐਂਡ ਤੁਸੀਂ ਸਾਰੇ ਬੇਵਕੂਫ ਬਣਦੇ ਰਹੋਗੇ। ਬਿਲਕੁਲ 100% ਬਣਦੇ ਰਹੋਗੇ, 100%। ਹੁਣੇ ਵੀ ਤੁਸੀਂ ਅਗਰ ਸਕੈਮ ਦੇਖੋਗੇ, ਉਹ 26 ਕੰਪਨੀਜ਼ ਦਾ ਵੇ ਪ੍ਰੋਟੀਨ ਦੇ ਵਿੱਚ ਜਿਹੜਾ ਸਕੈਮ ਆਇਆ ਹੈਗਾ, ਵਾਟ ਇਜ਼ ਦਿਸ? ਅਡਲਟ੍ਰੇਸ਼ਨ ਇਜ਼ ਵੈਰੀ ਕਾਮਨ ਐਵਰੀਵੇਅਰ। ਤੁਸੀਂ ਅਵੇਅਰ ਹੋ ਜਾਓ ਨਾ, ਤੁਸੀਂ ਪੜ੍ਹਨਾ ਸਿੱਖ ਲਓ, ਸਿੰਪਲ। ਤੁਸੀਂ ਦੇ ਨੋ ਦੈਟ ਯੂ ਡੋਂਟ ਨੋ ਐਨੀਥਿੰਗ, ਖੁੱਲ ਕੇ ਕਰਦੇ ਨੇ ਅਡਲਟ੍ਰੇਸ਼ਨ, ਕਿਉਂ ਨਹੀਂ ਕਰਨਗੇ? ਬਿਕੋਜ਼ ਤੁਹਾਨੂੰ ਪਤਾ ਹੀ ਨਹੀਂ ਕੁਝ ਵੀ। ਮੀਨਸ ਸਾਡੀ ਬੇਵਕੂਫ ਬਣਾਉਣ ਦਾ ਜਿੰਮਾ ਉਹਨਾਂ ਤੇ ਨਹੀਂ ਹੈ, ਸਾਡੇ ਖੁਦ ਹੀ ਹੈ। ਬਿਲਕੁਲ, ਹਰੇਕ ਸਾਡੇ ਕੋਲ ਹੁੰਦਾ ਹੈਗਾ। ਅਗਰ ਤੁਸੀਂ ਰਸਤੇ ਵਿੱਚ ਤੁਹਾਡਾ ਰੈੱਡ ਲਾਈਟ ਦੇ ਉੱਪਰ ਚਲਾਨ ਹੁੰਦਾ ਹੈਗਾ, ਇਟ ਮੀਨਸ ਯੂ ਆਰ ਨਾਟ ਅਵੇਅਰ ਅਬਾਊਟ ਇਟ। ਉਹਨਾਂ ਨੇ ਚਾਲਾਨ ਕਰ ਦੇਣਾ ਹੈਗਾ, ਇਹ ਨਹੀਂ ਦੱਸਣਗੇ ਕਿ ਤੁਹਾਨੂੰ ਮੈਨੂੰ ਪਤਾ ਨਹੀਂ ਸੀਗਾ ਜੀ, ਇਸ ਕਰਕੇ ਮੇਰਾ ਚਲਾਨ ਨਹੀਂ ਕਰੋ। ਅਰੇ ਆਈ ਐਮ ਨਾਟ ਟੈਲਿੰਗ ਯੂ ਦੈਟ ਥਿੰਗ, ਚਲਾਨ ਹੈ ਭਾਈ, ਯੂ ਆਰ ਨਾਟ ਅਵੇਅਰ। ਐ ਨਹੀਂ ਪੁੱਛਦੇ। ਗ੍ਰੇਟ ਸਰ। ਕਮਿੰਗ ਟੂ ਐਕਸਰਸਾਈਜ਼, ਤੁਸੀਂ ਮਾਸਟਰ ਹੋ। ਮੈਨੂੰ ਇੱਥੇ ਆਉਣ ਦਾ ਇੱਕੋ ਰੀਜ਼ਨ ਸੀਗਾ ਕਿ ਮੈਂ ਜਿਮ ਦੇ ਵਿੱਚ ਜਿੰਨੀਆਂ ਕਨਫਿਊਜ਼ਨਸ ਵਿੱਚ ਬੈਠਾ ਹਾਂ, ਜੋ ਮੈਂ ਪੜ੍ਹੀਆਂ ਆ, ਜੋ ਕਿ ਅੱਜ ਦੀ ਤਰੀਕ 'ਚ ਅਪਡੇਟਡ ਹੋ ਚੁੱਕੀਆਂ, ਕਿਉਂਕਿ ਜਦੋਂ ਮੈਂ ਤੁਹਾਡੀ ਵੀਡੀਓਜ਼ ਦੇਖਦਾ ਆ ਤੇ ਮੇਰੀ ਜਿਮ ਜਾਂਦੇ ਹੋ, ਸਪਲੀਮੈਂਟ ਦਾ ਯੂਜ਼ ਕਰਦੇ ਹੋਵੋਗੇ, ਤੇ ਮੈਂ ਯੂਜ਼ ਕਰ ਰਿਹਾ ਹੈਗਾ ਨੈਚੁਰਲ ਟੀਨ ਦਾ ਵੇ ਪ੍ਰੋਟੀਨ ਆਈਸੋਲੇਟ ਕੈਫੇ ਮੋਕਾ ਫਲੇਵਰ। ਇਹਨਾਂ ਦੇ ਵਿੱਚ ਕੋਈ ਵੀ ਇਹੋ ਜਿਹਾ ਕੈਮੀਕਲ ਜਾਂ ਕੰਪਾਊਂਡ ਨਹੀਂ ਪਾਏਗਾ ਜੋ ਤੁਹਾਡੀ ਆਰਗਨ ਹੈਲਥ ਨੂੰ ਡੈਮੇਜ ਜੇ ਤੁਸੀਂ ਨੈਚੁਰਲ ਟੀਨ ਦੀ ਵੈਬਸਾਈਟ ਤੇ ਜਾ ਕੇ ਕੂਪਨ ਕੋਡ CHEEMA ਚੀਮਾ ਅਪਲਾਈ ਕਰੋਗੇ ਤਾਂ ਤੁਹਾਨੂੰ ਇੱਕ ਗੁੱਡ ਡਿਸਕਾਊਂਟ ਮਿਲੂਗਾ ਤੇ ਮੈਨੂੰ ਤੁਹਾਡਾ ਬਹੁਤ ਸਾਰਾ ਪਿਆਰ। ਮੈਂ ਇਸ ਟਾਈਮ ਬੈਠਾ ਹੈਗਾ ਮਸਾਲੋਲਿਕਸ ਮੋਹਾਲੀ ਦੇ ਵਿੱਚ। ਇੱਥੇ ਤੁਹਾਨੂੰ ਮਿਲਦੇ ਨੇ ਸੈਲਡਸ, ਸਮੂਦੀਜ਼, ਕਿਨੂਆ ਮੀਲਸ, ਬਹੁਤ ਹੀ ਟੇਸਟੀ ਵੇ ਨਾਲ ਪ੍ਰੀਪੇਅਰ ਕੀਤੇ ਜਾਂਦੇ ਨੇ। ਆਇਲ ਯੂਜ਼ ਨਹੀਂ ਹੁੰਦਾ, ਮੈਕਰੋ ਬ੍ਰੇਕਡਾਊਨ ਸਪੈਸੀਫਿਕਲੀ ਲਿਖੀ ਹੁੰਦੀ ਆ। ਇਹ ਇਹੋ ਜਿਹੇ ਮੀਲਸ ਨੇ ਜਿਹੜੀਆਂ ਖਾਣ ਦੇ ਨਾਲ ਤੁਸੀਂ ਵਧੀਆ ਵੀ ਫੀਲ ਕਰਦੇ ਹੈਗੇ ਹੋ, ਟੇਸਟੀ ਵੀ ਹੈਗੀਆਂ, ਬਟ ਤੁਹਾਨੂੰ ਚੀਟ ਦੇ ਵਿੱਚ ਨਹੀਂ ਲੈ ਕੇ ਜਾਂਦੀਆਂ, ਈਵਨ ਤੁਹਾਡੀ ਡਾਈਟ ਨੂੰ ਪੂਰਾ ਕਰਦੀ ਜਾਂਦੀਆਂ ਨੇ। ਸੋ ਜੇ ਤੁਸੀਂ ਇਹੋ ਜਿਹੇ ਹੈਲਥੀ ਮੀਲਸ ਨੂੰ ਟੇਸਟ ਕਰਨਾ ਚਾਹੁੰਦੇ ਹੋ, ਮਸਾਲੋਲਿਕਸ ਵਿਜ਼ਿਟ ਕਰੋ। ਜਿਮ ਜਾਂਦੇ ਹੋ, ਸਪਲੀਮੈਂਟ ਦਾ ਯੂਜ਼ ਕਰਦੇ ਹੋਵੋਗੇ, ਤੇ ਮੈਂ ਯੂਜ਼ ਕਰ ਰਿਹਾ ਹੈਗਾ ਨੈਚੁਰਲ ਟੀਨ ਦਾ ਵੇ ਪ੍ਰੋਟੀਨ ਆਈਸੋਲੇਟ ਕੈਫੇ ਮੋਕਾ ਫਲੇਵਰ। ਇਹਨਾਂ ਦੇ ਵਿੱਚ ਕੋਈ ਵੀ ਇਹੋ ਜਿਹਾ ਕੈਮੀਕਲ ਜਾਂ ਕੰਪਾਊਂਡ ਨਹੀਂ ਪਾਏਗਾ ਜੋ ਤੁਹਾਡੀ ਆਰਗਨ ਹੈਲਥ ਨੂੰ ਡੈਮੇਜ ਕਰੇ। ਕਿ ਮੈਂ ਜਦੋਂ ਵਰਕਆਊਟ ਕਰ ਰਿਹਾ ਹਾਂ, ਕਿੱਦਾਂ ਪਤਾ ਲੱਗੇ ਕਿ ਇਹ ਇੱਕ ਮੇਰੀ ਗੁੱਡ ਟੈਕਨੀਕ ਹੈਗੀ, ਇਹਦੇ ਪੈਰਾਮੀਟਰਸ ਕੀ ਹੋਣਗੇ? ਸੀ ਅਗਰ ਤੁਸੀਂ ਆਪਣਾ ਕੱਪੜਾ ਕਿਸੇ ਨੂੰ ਸਵਾਉਣ ਜਾਂਦੇ ਹੈਗੇ ਹੋ, ਤੇ ਉਹ ਕੀ ਚੈੱਕ ਕਰਦਾ ਹੈ? ਸਾਈਜ਼ਸ। ਐਗਜ਼ੈਕਟਲੀ। ਤੁਹਾਡਾ ਸ਼ੋਲਡਰ ਦਾ ਸਾਈਜ਼, ਤੁਹਾਡਾ ਵੇਸਟ ਦਾ ਸਾਈਜ਼, ਤੁਹਾਡਾ ਚੈਸਟ ਦਾ ਸਾਈਜ਼, ਤੁਹਾਡਾ ਆਰਮਸ ਦਾ ਸਾਈਜ਼, ਤੇ ਉਸ ਹਿਸਾਬ ਨਾਲ ਉਹ ਤੁਹਾਡੀ ਇੱਕ ਸ਼ਰਟ ਕਸਟਮਾਈਜ਼ ਕਰਕੇ ਤੁਹਾਡੇ ਲਈ ਪਰਫੈਕਟਲੀ ਪਾਉਂਦਾ ਹੈ, ਜਿਹੜੇ ਕਿ ਤੁਹਾਨੂੰ ਬਹੁਤ ਅੱਛੀ ਲੱਗਦੀ ਪਾਣੀ ਤੇ ਤੁਸੀਂ ਇੰਜੋਏ ਕਰਦੇ ਹੋ। ਕਰੈਕਟ ਜੀ। ਐਵੇਂ ਹਿਊਮਨ ਬੋਡੀ ਦਾ ਜਿਹੜਾ ਜੁਆਇੰਟ ਸਟਰਕਚਰ ਹੈਗਾ, ਉਹ ਹਰੇਕ ਦਾ ਡਿਫਰੈਂਟ ਹੈਗਾ। ਓਕੇ। ਉਹਨਾਂ ਦੀ ਰੇਂਜ ਡਿਫਰੈਂਟ ਹੈਗੀ ਹੈ, ਉਹਨਾਂ ਦੀ ਅਬਿਲਿਟੀ ਡਿਫਰੈਂਟ ਹੈਗੀ ਹੈ। ਉਸ ਅਬਿਲਿਟੀ ਨੂੰ ਬਿਨਾਂ ਚੈੱਕ ਕੀਤੇ ਤੁਸੀਂ ਕਿਸੇ ਨੂੰ ਵੀ ਪ੍ਰਿਸਕ੍ਰਾਈਬ ਨਹੀਂ ਕਰ ਸਕਦੇ ਐਕਸਰਸਾਈਜ਼। ਐਗਰੀ। ਇਸੇ ਲਈ ਮੈਂ ਬੋਲਦਾ ਵਾਂ ਕਿ ਮੇਰੀ ਐਕਸਰਸਾਈਜ਼ ਨੂੰ ਕਾਪੀ ਨਹੀਂ ਕਰੋ। ਮੈਂ ਖਾਲੀ ਤੁਹਾਨੂੰ ਦੱਸ ਰਿਹਾ ਵਾਂ, ਡੈਮੋਨਸਟ੍ਰੇਸ਼ਨ ਦੇ ਰਿਹਾ ਵਾਂ। ਇਟ ਡਜ਼ਨਟ ਮੀਨ ਇਟ ਇਜ਼ ਗੋਇੰਗ ਟੂ ਬੀ ਫॉर ਯੂ। ਐਗਜ਼ੈਕਟਲੀ। ਡੋਂਟ ਕਾਪੀ ਇਟ। ਯੋਰ ਐਕਸਰਸਾਈਜ਼ਸ ਜਿਹੜੀ ਹੈਗੀਆਂ, ਉਹ ਤੁਹਾਡੇ ਪੈਰਾਮੀਟਰਸ ਦੇ ਉੱਪਰ ਬਣਨਗੇ। ਐਕਸਰਸਾਈਜ਼ ਦਾ ਕੋਈ ਰੂਲ ਨਹੀਂ ਹੈ। ਨੋ ਰੂਲ ਆਫ ਐਕਸਰਸਾਈਜ਼। ਕੁਝ ਜਨਰਲ ਰੂਲ ਲਾਈਕ ਸਪੋਜ਼ ਕਰੋ, ਇੱਕ ਬੰਦੇ ਦਾ ਸ਼ੋਲਡਰ, ਅਗਰ ਮੈਂ ਬੋਲਾਂ ਕਿ ਉਹ ਆਪਣਾ ਸ਼ੋਲਡਰ ਇੱਥੇ ਤੱਕ ਹੀ ਉਠਾ ਪਾਉਂਦਾ ਹੈ, ਸਪੋਜ਼, ਓਕੇ। ਹੁਣ ਇਸ ਵਾਲੇ ਬੰਦੇ ਨੂੰ ਅਗਰ ਕੋਈ ਬੰਦਾ ਓਵਰਹੈਡ ਡੰਬਲ ਪ੍ਰੈਸ ਦੇ ਦਿੰਦਾ ਹੈ, ਤੇ ਉਹਦੇ ਲਈ ਬਲੰਡਰ ਹੈ। ਕੀ ਇਹ ਐਕਸਰਸਾਈਜ਼ ਖਰਾਬ ਹੈ? ਨਹੀਂ। नो, इट इज़ अ वंडरफुल एक्सरसाइज, बट ये वाली एक्सरसाइज उस वाले बंदे लिए अच्छी नहीं है। तो पैरामीटर एक्सरसाइज का तो होया ही नहीं, पैरामीटर पर्सन का है। सो एक्सरसाइज का अपना कोई भी रूल नहीं है। रूल इज ओनली ऑफ द ह्यूमन बॉडी, ह्यूमन जॉइंट। कोई भी एक्सरसाइज, पहले तो मेरी बड़ी हाथ जोड़ के सारा तो बेनती है, किसी भी एक्सरसाइज नो गुड या बैड कहना बंद कर दो। एवरी एक्सरसाइज इज गुड इफ इट इज बीन क्रिएटेड। ਜਿਹੜਾ ਬੰਦਾ ਕਰਦਾ ਪਿਆ ਉਹਨੂੰ ਉਸ ਤੋਂ ਤਾਂ ਪੁੱਛ ਲਓ ਕਿਉਂ ਕਰਦਾ ਪਿਆ। ਇੱਕ ਔਡ ਈਵਨ ਦੀ ਦਿਖਣ ਵਾਲੀ ਐਕਸਰਸਾਈਜ਼ ਨੂੰ ਹਰ ਕੋਈ ਬੰਦਾ ਉਹਦੇ ਉੱਤੇ ਟਿੱਪਣੀ ਦੇਣੀ ਸ਼ੁਰੂ ਕਰ ਦਿੰਦਾ ਹੈ।
ਆਸਕ ਹਿਮ ਵਾਟ ਹੀ ਇਜ਼ ਡੂਇੰਗ ਇਟ, ਫॉर ਵਾਟ ਪਰਪਸ ਇਜ਼ ਡੂਇੰਗ ਇਟ। ਅਗਰ ਉਹ ਆਨਸਰ ਨਹੀਂ ਦਿੰਦਾ ਹੈਗਾ ਤੇ ਤੁਸੀਂ ਉਹਦੇ ਉੱਤੇ ਕੁਝ ਬੋਲ ਸਕਦੇ। ਅਗਰ ਉਹਨੇ ਬੋਲਿਆ ਕਿ ਔਡ ਇਵਨ ਐਕਸਰਸਾਈਜ਼ ਨੂੰ, ਸਪੋਜ਼ ਕਰੋ ਮੈਂ ਇੱਕ ਐਗਜ਼ਾਮਪਲ ਦੇਣਾ ਵਾ, ਆਰਮ ਰੈਸਲਰਸ ਜਿੰਨੇ ਵੀ ਹੈਗੇ ਨੇ ਅਗਰ ਤੁਸੀਂ ਦੇਖੋਗੇ ਉਹ ਇੱਕ ਟਿਪਿਕਲੀ ਐਕਸਰਸਾਈਜ਼ ਕਰਦੇ ਹੈਗੇ ਨੇ ਬਾਈਸੈਪ ਦੇ ਉੱਪਰ, ਜਿਹਦੇ ਵਿੱਚ ਉਹ ਰੋਟੇਸ਼ਨ ਕ੍ਰੀਏਟ ਕਰਦੇ ਨੇ, ਬਾਈਸੈਪ ਨਹੀਂ ਕਰ ਰਹੇ ਨੇ। ਲੋਕੀ ਉਹਨੂੰ ਐਜ਼ ਅ ਕਰਲ ਟ੍ਰੀਟ ਕਰਦੇ ਨੇ ਤੇ ਉਹਦੇ ਉੱਤੇ ਟਿੱਪਣੀ ਆਉਂਦੀ ਹੈ, ਬਟ ਉਹ ਐਕਸਰਸਾਈਜ਼ ਹੈ ਕਿਸ ਚੀਜ਼ ਦੀ? ਹੀ ਇਜ਼ ਡੂਇੰਗ ਐਜ਼ ਅ ਆਰਮ ਮਿਮਿਕਿੰਗ ਐਕਸਰਸਾਈਜ਼ ਵਿਚ ਇਜ਼ ਗੋਇੰਗ ਟੂ ਉਹਨੂੰ ਹੈਲਪ ਕਰੇਗਾ ਉਹਦੀ ਆਰਮ ਰੈਸਲਿੰਗ ਦੇ ਉੱਤੇ। ਗੁੱਡ ਇਨਫ ਬਿਕੋਜ਼ ਹੀ ਨੋਜ਼ ਇਟ। ਉਹਨੂੰ ਇੰਪਰੂਵ ਕਰਨ ਲਈ ਉਹ ਐਕਸਰਸਾਈਜ਼ ਕਰਦਾ ਪਿਆ। ਉਹ ਇਹ ਨਹੀਂ ਕਹਿ ਰਿਹਾ ਤੁਸੀਂ ਕਰੋ, मैं आर्म कर्ल कर रहा है। नो, वी आर इंटरप्रेटिंग इट कि हाँ भाई ये तो गलत कर रहा है। तो एक्सरसाइज कभी भी कोई भी गलत या सही नहीं। एक बंदे बोलते हैं तू ये डीप स्क्वाट ले लिया, एक बंदे दूसरे ने क्या उन्हें हाफ स्क्वाट की है, उन्होंने बोलिया जाता तू गलत कर रहा है। तले तक अगर नहीं जा रहा है तो स्क्वाट्स ही नहीं है। इट इज नॉट कंसिडर्ड एज अ स्क्वाट्स ऑल्सो। एक्सरसाइज डजंट हैव अ रूल। तुसी कंपटीशन थोड़ी लड़ रहे हो, ਤੁਹਾਡੇ ਕੋਲ ਕੰਪੀਟੀਸ਼ਨ ਵਿੱਚ ਰੂਲਸ ਹੈਗੇ ਨੇ ਕਿ ਤੁਸੀਂ ਇਸ ਜਗ੍ਹਾ ਤੋਂ ਇਸ ਜਗ੍ਹਾ ਤੇ ਵੀ ਜਾਣਾ। ਅਗਰ ਨਹੀਂ ਜਾ ਪਾਏ ਤਾਂ ਤੁਹਾਡਾ ਕੁਆਲੀਫਾਈ ਨਹੀਂ ਹੋਏਗਾ ਉਹ ਵਾਲੀ ਜਿਹੜਾ ਵੀ ਲਿਫਟ ਹੈ। ਦੈਟਸ ਅ ਕੰਪੀਟੀਸ਼ਨ ਰੂਲ। ਵੈਨ ਯੂ ਆਰ ਡੂਇੰਗ ਅ ਜਰਨਲ ਥਿੰਗ, ਆਪਣੀ ਐਕਸਰਸਾਈਜ਼ ਨੂੰ ਕਿਉਂ ਕਰਦੇ ਪਿਓ? ਟੂ ਮਿਨੀਮਾਈਜ਼ ਦ ਰਿਸਕ ਫੈਕਟਰ ਐਂਡ ਟੇਕ ਮੈਕਸਿਮਮ ਬੈਨੀਫਿਟ। ਇਹੀ ਰੋਲ ਹੈ ਨਾ। ਮੈਂ ਤੁਹਾਨੂੰ ਅਗਰ ਪੁੱਛਦਾ ਵਾਂ, ਤੁਹਾਨੂੰ ਮੈਂ ਇੰਜਰੀ ਵੀ ਦੇ ਦੇਵਾਂ, ਤੁਹਾਨੂੰ ਬੈਨੀਫਿਟ ਵੀ ਦੇ ਦੇਵਾਂ, ਤਾਂ ਤੁਸੀਂ ਹਾਂ ਵੀ ਮਰ ਦੋਗੇ? ਨਹੀਂ। ਬਟ ਮੈਜੋਰਿਟੀ ਐਕਸਰਸਾਈਜ਼ਸ ਬਹੁਤ ਸਾਰੀਆਂ ਇਹੋ ਜਿਹੀਆਂ ਹੈਗੀਆਂ ਜਿਹਦੇ ਵਿੱਚ ਰਿਸਕ ਵੀ ਬਹੁਤ ਜ਼ਿਆਦਾ, ਬੈਨੀਫਿਟ ਵੀ ਬਹੁਤ ਜ਼ਿਆਦਾ। ਅਗਰ ਅਸੀਂ ਉਸ ਵਾਲੀ ਐਕਸਰਸਾਈਜ਼ ਨੂੰ ਉਸ ਬੰਦੇ ਦੇ ਨਾਲ ਕ੍ਰੀਏਟ ਕਰਕੇ ਉਹਦੀ ਇੰਜਰੀਜ਼ ਨੂੰ ਮਿਨੀਮਾਈਜ਼ ਕਰ ਦਈਏ ਤੇ ਬੈਨੀਫਿਟ ਨੂੰ ਉਨਾ ਹੀ ਰੱਖੀਏ, ਤੇ ਤੁਹਾਨੂੰ ਕਿਹੋ ਜਿਹਾ ਲੱਗੇਗਾ? ਬਹੁਤ ਵਧੀਆ। ਦੈਟਸ ਨੋਨ ਐਜ਼ ਅ ਕਸਟਮਾਈਜ਼ੇਸ਼ਨ ਐਜ਼ ਪਰ ਦ ਪਰਸਨ ਲਿੰਬਸ ਐਂਡ ਰੇਂਜ। ਸੋ ਕਿੱਥੋਂ ਕ੍ਰੀਏਟ ਹੋਇਆ? ਬੰਦੇ ਤੋਂ। ਐਕਸਰਸਾਈਜ਼ ਦਾ ਕੋਈ ਰੂਲ ਨਹੀਂ ਹੈ। तो इसीलिए कोई रूल थम बन नहीं सकता कि हाँ इनू लैके इत्थे आना, इत्थों लैके इत्थे आना। दैट्स नॉट अ रूल थम। दैट्स जस्ट अ बेसिक फाउंडेशन ऑफ थिंग्स कि वाली एक्सरसाइज इस जगह ते की जाती है। बेसिक रूल ऑफ अ फन की है, इस जगह तो इस जगह नू पुश बोलते हैं, इस जगह तो इस जगह पुल बोलते हैं। इट मीनस ओके, मैं थोड़ा इत्थे डीप जाना चाहांगा। मैं एक्सरसाइज मैं ठीक हाँ, आई एम अ गुड ह्यूमन बीइंग, आई एम अ जनरल पर्सन, मैनू कोई इंजरी नहीं हैगी, आई एम गुड। हुण ਮੇਰੇ ਅਕੋਰਡਿੰਗਲੀ ਇੱਕ ਪੈਰਾਮੀਟਰ ਮੇਰੇ ਦਿਮਾਗ 'ਚ ਆਉਂਦਾ ਹੈ ਅਤੇ ਆਪਾਂ ਹੋਰ ਵੀ ਇੱਥੇ ਡਿਸਕਸ ਕਰਨਾ ਚਾਹਾਂਗਾ। ਮੈਂ ਚੈਸਟ ਟ੍ਰੇਨ ਕਰ ਰਿਹਾ ਐਂਡ ਮੈਨੂੰ ਲੱਗਦਾ ਹੈ ਕਿ ਮੇਰਾ ਪੈਰਾਮੀਟਰ ਆਫ ਗੁੱਡ ਐਕਸਰਸਾਈਜ਼ ਹੋਏਗਾ ਕਿ ਜੇ ਮੈਂ ਚੈਸਟ ਟ੍ਰੇਨ ਕਰ ਰਿਹਾ ਅਤੇ ਮੇਰੀ ਚੈਸਟ 'ਤੇ ਮੈਨੂੰ ਐਕਸਰਸਾਈਜ਼ ਫੀਲ ਹੋ ਰਹੀ ਹੈਗੀ ਆ। ਇੱਕ ਟਾਈਮ ਸੀਗਾ ਜਦੋਂ ਮੈਂ ਚੈਸਟ ਲਗਾ ਰਿਹਾ ਸੀ ਬਟ ਮੈਨੂੰ ਫੀਲ ਹੀ ਨਹੀਂ ਹੋ ਰਿਹਾ ਸੀ। ਮੇਰਾ ਮੂਵਮੈਂਟ ਗਲਤ ਸੀਗਾ, ਮੇਰਾ ਪੋਸਚਰ ਗਲਤ ਸੀਗਾ, ਮੇਰਾ ਵੇਟ ਗਲਤ ਸੀਗਾ, ਆਈ ਡੋਂਟ ਨੋ। ਬਟ ਇਫ ਆਈ ਐਮ ਫੀਲਿੰਗ ਵਿਚ ਮਸਲ ਆਈ ਐਮ ਟ੍ਰੇਨਿੰਗ, I feel that this is a good parameter of my training। ਇੱਦਾਂ ਮੈਨੂੰ ਲੱਗਦਾ ਹੈ। ਸੀ ਫੀਲ ਗੁੱਡ ਫੈਕਟਰ ਜਿਹਨੂੰ ਅਸੀਂ ਮਾਈਂਡ ਮਸਲ ਕੋਆਰਡੀਨੇਸ਼ਨ ਬੋਲਦੇ ਹੈਗੇ ਜੀ, ਦੈਟਸ ਅ ਬਾਈ ਡਿਫਾਲਟ ਵਰਜ਼ਨ ਐਵਰੀਵਨ ਰੀਚਸ ਦੈਟ। ਓਕੇ, ਜਦ ਤੁਸੀਂ ਗੱਡੀ ਚਲਾਉਣੀ ਸ਼ੁਰੂ ਕਰਦੇ ਹੈਗੇ ਹੋ ਤੇ ਤੁਸੀਂ ਬੈਲੈਂਸ ਕ੍ਰੀਏਟ ਕਰ ਲੈਂਦੇ ਨਾ, ਦੈਟਸ ਨੋਨ ਐਜ਼ ਅ ਮਾਈਂਡ ਬਾਡੀ ਕੋਆਰਡੀਨੇਸ਼ਨ। ਜੀ, ਜਦ ਤੁਸੀਂ ਐਕਸਰਸਾਈਜ਼ ਕਰਨੀ ਸ਼ੁਰੂ ਕਰਦੇ ਹੈਗੇ ਹੋ, ਤੁਹਾਨੂੰ ਪਹਿਲੇ ਐਕਸਰਸਾਈਜ਼ ਦੀ ਟੈਕਨੀਕ ਲੱਭਣੀ ਹੈ, ਉਸ ਤੋਂ ਬਾਅਦ ਆਟੋਮੈਟਿਕਲੀ ਉਹ ਮਾਈਂਡ ਮਸਲ ਉਹਦੇ ਨਾਲ ਕਨੈਕਟ ਕਰੇਗਾ। ਬਿਕੋਜ਼ ਜੁਆਇੰਟ ਹਿਲ ਕਿਉਂ ਰਿਹਾ? ਬਿਕੋਜ਼ ਆਫ ਦੈਟ ਮਸਲ ਓਨਲੀ ਨਾ। ਸੋ ਚੈਸਟ ਦੀ ਜਿਹੜੀ ਐਕਸਰਸਾਈਜ਼ ਹੈਗੀ ਹੈ, ਅਸੀਂ ਉਹਨੂੰ ਹੌਰੀਜ਼ੌਂਟਲ ਅਡਕਸ਼ਨ ਬੋਲਦੇ ਹੈਗੇ ਆ, ਜਿਹਦੇ ਵਿੱਚ ਇਹ ਵਾਲੀ ਮੂਵਮੈਂਟ ਹੁੰਦੀ ਹੈ। ਇਸ ਵਾਲੀ ਮੂਵਮੈਂਟ ਦੇ ਉੱਪਰ ਮੇਰਾ ਜਿਹੜਾ ਚੈਸਟ ਦਾ ਮਸਲ ਹੈ ਉਹ ਮੇਰੇ ਬਾਈਸੈਪ ਦੇ ਨਾਲ ਇਨਸਰਟ ਹੁੰਦਾ ਇਸ ਜਗ੍ਹਾ 'ਤੇ। 3 ਜਗ੍ਹਾ ਤੋਂ ਇਹਦਾ ਓਰੀਜਨ ਹੁੰਦਾ। ਇੱਕੋ ਹੀ ਜਗ੍ਹਾ ਦੇ ਵਿੱਚ ਤਿੰਨੋਂ ਮਸਲ ਜਾ ਕੇ ਸਾਡੇ ਇੱਕ ਮਸਲ ਵਿਦ 3 ਹੈਡਸ ਬੇਸਿਕਲੀ ਜਾ ਕੇ ਇਨਸਰਟ ਹੋ ਜਾਂਦਾ। ਜਦੋਂ ਮੈਂ ਇਹ ਮੂਵਮੈਂਟ ਕਰਾਂਗਾ ਤੇ ਬਾਈ ਡਿਫਾਲਟ ਇਹਦੇ ਵਿੱਚ ਲੈਂਥਨਿੰਗ ਆਏਗੀ। ਔਰ ਜਦੋਂ ਮੈਂ ਇਹਨੂੰ ਕੰਟਰੈਕਟ ਕਰਾਂਗਾ ਤੇ ਇਟ ਮੀਨਸ ਕੰਟਰੈਕਸ਼ਨ ਆਏਗੀ। ਬਿਕੋਜ਼ ਇਹ ਮੂਵਮੈਂਟ ਬੇਸਿਕ ਮੂਵਮੈਂਟ ਹੀ ਕਰ ਰਿਹਾ ਨਾ, ਹੋਰ ਤਾਂ ਕੋਈ ਕਰ ਨਹੀਂ ਰਿਹਾਗਾ। ਇਟ ਹੈਜ਼ ਟੂ ਕਮ ਬਾਈ ਡਿਫਾਲਟ ਇਨ ਐਨੀ ਸੈਂਸ। ਬਟ ਅਗਰ ਤੁਹਾਡਾ ਉਹ ਐਕਸ਼ਨ ਵੀ ਬਾਈ ਡਿਫਾਲਟ ਹੋ ਜਾਂਦਾ, ਬਾਈ ਡਿਫਾਲਟ ਇਟ ਮੀਨਸ ਨਾਓ ਯੂ ਆਰ ਨਾਟ ਫੋਕਸਿੰਗ ਔਨ ਦਾ ਐਕਸ਼ਨ। ਤੁਹਾਨੂੰ ਗੱਡੀ ਚਲਾਉਣੀ ਆ ਗਈ ਹੈ, ਤੁਸੀਂ ਹੁਣ ਗੱਲਬਾਤ ਕਰ ਪਾ ਰਹੇ ਹੋ। ਜਿੱਥੇ ਗੱਡੀ ਦਾ ਕੋਈ ਅਗਰ ਬੰਦਾ ਸਾਹਮਣੇ ਆਏਗਾ, ਤੁਹਾਡੇ ਆਟੋਮੈਟਿਕਲੀ ਪੈਰ ਚਲਾ ਜਾਏਗਾ ਬ੍ਰੇਕ ਦੇ ਉੱਪਰ ਤੇ ਉਹ ਰੁਕ ਜਾਏਗੀ। ਉਹਨੂੰ ਬੋਲਦੇ ਨਾ ਆਟੋਮੇਸ਼ਨ। ਬਿਲਕੁਲ। ਜਦ ਤੁਹਾਡਾ ਐਕਸ਼ਨ ਆਟੋਮੇਸ਼ਨ ਵਿੱਚ ਚਲਾ ਜਾਏਗਾ, ਫੋਕਸਡ, ਆਟੋਮੈਟਿਕਲੀ ਯੋਰ ਮਾਈਂਡ ਵਿਲ ਕਨੈਕਟ ਟੂ ਦੈਟ ਪਰਟੀਕੂਲਰ ਮਸਲ ਟੂ ਐਗਜ਼ੀਕਿਊਟ ਇਟ ਬੈਟਰ ਦੈਨ ਵਾਟ ਯੂ ਵਰ ਬਿਫੋਰ। ਉਹਦੀ ਟੈਕਨੀਕ ਕੀ ਹੁੰਦੀ ਹੈਗੀ ਹੈ? ਦ ਬੇਸਿਕ ਪੈਰਾਮੀਟਰ ਵਿਚ ਵੀ ਟਰਾਈ ਟੂ ਡੂ ਇਟ, ਟਰਾਈ ਟੂ ਮੇਕ ਸ਼ੋਰ ਬਿਕੋਜ਼ ਇਟ ਇਜ਼ ਕਨੈਕਟਡ ਟੂ ਵਾਟ? The bone of the bicep. So the parameter is try to bring the bicep close to the chest. This is what I'm talking. Simple. If you try to bring the bicep close to the chest, you will get maximum contraction of the chest, and if you take it away from it, it will get a maximum expansion of the chest.
It doesn't depend upon your hand. The bicep. And if you're doing it, like suppose if you're doing a fly, agar is jagah te karde pe hai, it means my bicep is still away from it. If I'm doing a press, my bicep is still away from it. अगर मैं इन्हू इत्थे जाके सीधा कर देना वा, तो it means my bicep is now close to the chest. ਜਿੰਨਾ ਸਾਡਾ ਬਾਈਸੈਪ ਦੂਰ ਹੋਏਗਾ उतना ही एक्सपेंशन है, जितना क्लोज होएगा उतना ही कंट्रैक्शन है. बट दिस इज अ बेसिक फाउंडेशन, बट ये बिगनर्स ਨੂੰ नहीं ਦਿੱਤਾ ਜਾਂਦਾ. ਯੈਸ This is not for the beginners. You don't need to worry about that thing. Your first thing is to just make your body and exercise stabilize it, control it. ਵੈਸ ਸੈਕੰਡ ਪੈਰਾਮੀਟਰ ਮੈਂ ਇਹ ਸੀਗਾ ਸਟੇਬਿਲਿਟੀ. Yes, stability is ਸੀ ਜਦੋਂ ਅਸੀਂ ਗੱਡੀ ਬਹੁਤ ਤੇਜ਼ ਚਲਾਉਂਦੇ ਹਾਂ ਨਾ, ਉਹਦੇ ਨਾ ਦੋ ਚੀਜ਼ਾਂ ਹੁੰਦੀਆਂ. The capability of the car ਜੀ and your capability to handle and stabilize at that speed. ਜੇ ਤੁਹਾਡੀ ਸਟੇਬਿਲਿਟੀ ਬਹੁਤ ਅੱਛੀ ਹੋਏਗੀ, ਤੁਸੀਂ ਹੈਂਡਲਿੰਗ ਬਹੁਤ ਅੱਛੀ ਕਰੋਗੇ. ਹੁਣ ਸਟੇਬਿਲਿਟੀ ਨੂੰ ਇੰਪਰੂਵ ਕਰਨ ਲਈ ਬਿਊਟੀਫੁਲ ਸਟੈਂਸ ਕੀ ਹੁੰਦਾ ਹੈਗਾ, ਮੇਕ ਦ ਐਕਸਰਸਾਈਜ਼ ਐਜ਼ ਸਲੋ ਐਜ਼ ਯੂ ਕੈਨ. ਓਕੇ. ਸਲੋ ਦਾ ਮਤਲਬ ਇਹ ਹੁੰਦਾ ਹੈ ਟੈਂਪੋ. ਅਗਰ ਤੁਸੀਂ 2 3 ਰੈਪ 4 ਰੈਪ 5 ਰੈਪ 6 ਰੈਪ ਜਿੰਨਾ ਕੰਟਰੋਲਿੰਗ ਵਿੱਚ ਤੁਸੀਂ ਕਰੋਗੇ, ਵਿਦਆਊਟ ਵਰਿੰਗ ਅਬਾਊਟ ਕਿ ਤੁਸੀਂ ਐਕਸਰਸਾਈਜ਼ ਨੂੰ ਐਕਸਰਸਾਈਜ਼ ਦੇ ਤਰੀਕੇ ਦੇ ਨਾਲ ਟ੍ਰੇਨ ਕਰਨ ਦੀ ਕੋਸ਼ਿਸ਼ ਕਰਦੇ ਹੋ. ਲੋਕੀ ਪਹਿਲੇ ਦਿਨ ਜਾ ਕੇ ਟ੍ਰੇਨ ਕਰਨਾ ਸ਼ੁਰੂ ਕਰ ਦਿੰਦੇ ਨੇ. ਟ੍ਰੇਨ ਨਹੀਂ ਕਰਨਾ ਹਾਲੇ. ਵਿਲ ਟ੍ਰੇਨ ਇਟ ਆਫਟਰ ਸਮ ਟਾਈਮ. You need to first learn and then get stable. Learning means you have to do exercises, how you have to do, you have to learn it. Stabilizing means you have to control the movement as much you can without worrying about the weight. ਕਿੰਨਾ ਕੁ ਵਜਨ ਉਹਦੇ ਉੱਤੇ ਹੈਗਾ, ਤੁਸੀਂ ਕੀ ਲੈਣਾ ਦੇਣਾ, ਖਾਲੀ ਰੋਡ ਦੇ ਨਾਲ ਕਰੋ ਯਾਰ. But do it as slow as you can. ਜਿੰਨਾ slow ਕਰੋਗੇ ਉਨਾ ਹੀ ਤੁਹਾਡੀ ਬੋਡੀ ਵਿੱਚ ਕੰਟਰੋਲਿੰਗ ਪਾਵਰ ਤੇਜ਼ ਹੋ ਜਾਏਗੀ. ਉਸ ਤੋਂ ਬਾਅਦ ਕੀ ਕਰਨਾ ਹੈ, ਤੁਹਾਡੀ ਅਗਰ ਕੰਟਰੋਲਿੰਗ ਆ ਜਾਂਦੀ ਹੈ, ਤੁਸੀਂ ਗੱਡੀ ਨੂੰ ਤੇਜ਼ ਕਰਨ ਲਈ ਕੀ ਕਰਦੇ ਹੋ, ਐਕਸਲੇਟਰ ਦਬਾ ਦਿੰਦੇ ਹੋ. ਕੋਈ ਵੱਡੀ ਚੀਜ਼ ਹੈਗੀ ਕੀ, ਕੰਟਰੋਲ ਆ ਗਿਆ ਹੁਣ. ਕੰਟਰੋਲ ਹੈ ਤੁਹਾਡੇ ਕੋਲ. ਨਾਟ ਹੈ ਨਾ. ਯੈਸ. ਸੋ ਹੁਣ ਅਗਰ ਤੁਹਾਡੇ ਕੋਲ ਕੰਟਰੋਲਿੰਗ ਹੈਗੀ ਹੈ, ਪਾ ਦਿਓ ਨਾ ਵਜਨ. ਵਾਟ ਇਜ਼ ਅ ਬਿਗ ਡੀਲ. ਤੁਸੀਂ ਪਹਿਲੇ ਵਜਨ ਪਾ ਕੇ ਅਗਰ ਕੰਟਰੋਲਿੰਗ ਕਰੋਗੇ ਤਾਂ ਨਹੀਂ ਹੋਏਗਾ. ਤੁਹਾਨੂੰ ਪਤਾ ਲੱਗ ਰਿਹਾ ਤੁਸੀਂ ਸ਼ੇਕ ਕਰ ਰਹੇ ਹੋ, ਦੈਟ ਖੁਦ ਨੂੰ ਪਤਾ ਲੱਗ ਜਾਂਦਾ ਆ, ਤੇ ਇਟਸ ਨਾਟ ਅ ਗੁੱਡ. ਸੋ ਅਗਰ ਕੋਈ ਬੰਦਾ ਇਹੋ ਜਿਹਾ ਹੈਗਾ ਜਿਹਦੀ ਹੈ, ਇਮੀਡੀਏਟਲੀ ਕੱਟ ਡਾਊਨ ਦਾ weight, come to a zero weight or a empty rod or a small rod. ਛੋਟੀ ਤੋਂ ਛੋਟੀ ਬਾਬਲ ਜਾਂ ਜਿੰਨੀ ਵੀ ਲੈ ਲਓ, ਉਸ ਦੇ ਨਾਲ ਜਿੰਨਾ ਸਲੋ ਕਰ ਸਕਦੇ ਹੋ ਸਲੋ ਕਰੋ. ਕਰਨ ਤੋਂ ਬਾਅਦ ਯੋਰ ਮਸਲ ਆਲਸੋ ਵਿਲ ਗੈਟ ਦ ਕੰਟਰੈਕਸ਼ਨ. ਜਿਹੜੀ ਤੁਹਾਨੂੰ ਫੀਲਿੰਗ ਚਾਹੀਦੀ ਹੈਗੀ ਉਹ ਫੀਲਿੰਗ ਵੀ ਆ ਜਾਏਗੀ. ਐਂਡ ਮੋਸਟ ਇੰਪੋਰਟੈਂਟਲੀ ਸਟੇਬਿਲਿਟੀ ਕ੍ਰੀਏਟ ਹੋ ਜਾਏਗੀ, ਜਿਹੜਾ ਕਿ ਤੁਹਾਨੂੰ ਅੱਗੇ ਲੌਂਗ ਰਨ ਲਈ ਟੈਂਪਰੇਰੀ ਪੀਰੀਅਡ ਵਿੱਚ ਤੁਹਾਡਾ ਉਹ ਸਟਰੈਂਥ ਜ਼ਰੂਰ ਥੱਲੇ ਗਿਰੇਗਾ, ਬਟ ਇਟਸ ਓਨਲੀ ਟੈਂਪਰੇਰੀ. ਡਜ਼ਨਟ ਮੀਨ ਕਿ ਤੁਹਾਡਾ ਸਟਰੈਂਥ ਗਿਰ ਗਿਆ. ਆਪਾਂ ਹੀ ਸੋਚਦੇ ਨਾ ਆਸੇ ਪਾਸੇ ਲੋਕ ਕੀ ਸੋਚਣਗੇ ਮੈਂ ਖਾਲੀ ਰੋਡ ਲਗਾ. No, it is not that. It is very temporary. You need to understand. It is a very temporary phase ਕਿ ਤੁਹਾਡਾ ਉਹ ਵਜਨ ਇਸ ਲਈ ਗਿਰਾਇਆ ਤਾਂ ਕਿ ਤੁਹਾਡੇ ਅੰਦਰ ਸਟੇਬਿਲਿਟੀ ਕ੍ਰੀਏਟ ਹੋ ਜਾਏ. ਉਹ ਸਟੇਬਿਲਿਟੀ ਦੇ ਪਾਵਰ ਜਿਹੜੀ ਆ ਉਹ ਤੁਸੀਂ ਰਾਈਟ ਮਸਲ ਨੂੰ ਜਦੋਂ ਯੂਜ਼ ਕਰੋਗੇ ਤੇ ਸਟਰੈਂਥ ਵੀ ਤੁਹਾਡੀ ਫਿਊਚਰ 'ਚ ਇੰਕਰੀਜ਼ ਕਰੇਗੀ. ਕਰੈਕਟ. ਰਾਈਟ ਮਸਲ ਦਾ ਮਤਲਬ ਕੀ ਹੈਗਾ, ਰਾਈਟ ਮਸਲ ਦਾ ਮਤਲਬ ਹੈਗਾ ਕਿ ਰਾਈਟ ਜੁਆਇੰਟ ਨੂੰ ਰਾਈਟ ਤਰੀਕੇ ਦੇ ਨਾਲ ਇਸਤੇਮਾਲ ਕਰੋਗੇ ਤਾਂ ਰਾਈਟ ਮਸਲ ਯੂਜ਼ ਹੋ ਜਾਏਗਾ. ਹੂ ਇਜ਼ ਮੂਵਿੰਗ ਦਾ ਜੁਆਇੰਟ, ਮਸਲ. ਸੋ ਮੂਵ ਜੁਆਇੰਟ ਦੀ ਜਿਹੜੀ ਵੀ ਕੈਪੇਬਿਲਿਟੀ ਹੈਗੀ ਹੈ ਉਹਨੂੰ ਕਰੋ ਨਾ, ਮਸਲ ਆਟੋਮੈਟਿਕਲੀ ਵਿਲ ਕਮ ਇਨਟੂ ਪਲੇ. ਮੈਂ ਜਦੋਂ RDL ਪਰਫਾਰਮ ਕਰਦਾ ਸੀਗਾ ਤਾਂ ਬਿਕੋਜ਼ ਆਫ ਨਾਟ ਗੁੱਡ ਕੰਟਰੋਲ ਸਟੇਬਿਲਿਟੀ ਮੈਂ ਆਪਣੀ ਲੋਅਰ ਬੈਕ ਨੂੰ ਜ਼ਿਆਦਾ ਯੂਜ਼ ਕਰਦਾ ਪਿਆ ਸੀਗਾ, ਐਂਡ ਮੇਰਾ weight ਘੱਟ ਚੱਕਿਆ ਜਾ ਰਿਹਾ ਸੀਗਾ. ਹੌਲੀ weight ਡ੍ਰੌਪ ਕੀਤਾ ਐਂਡ ਫਿਰ ਮੈਂ ਆਪਣੀ ਗਲੂਟਸ ਨੂੰ ਹੈਮਸਟਰਿੰਗ ਨੂੰ ਯੂਜ਼ ਕਰਨਾ ਸ਼ੁਰੂ ਕੀਤਾ, ਐਂਡ ਅੱਜ ਮੈਂ ਉਹਦੇ ਤੋਂ ਵਧੀਆ ਟੈਕਨੀਕ ਤੇ ਉਤੋਂ ਜ਼ਿਆਦਾ weight ਜ਼ਿਆਦਾ ਕੰਟਰੋਲ 'ਚ ਲਗਾ ਪਾ ਰਿਹਾ ਕਿਉਂਕਿ ਮੈਂ ਰਾਈਟ ਮਸਲ ਨੂੰ ਐਕਟੀਵੇਟ ਕਰਤਾ. ਮਸਲ ਯੂ ਸੀ ਜਦੋਂ ਅਸੀਂ ਕੋਈ ਸਪੋਜ਼ ਕਰੋ ਅਸੀਂ ਬੈਡਮਿੰਟਨ ਖੇਲ ਰਹੇ ਹਾਂ, ਬੈਡਮਿੰਟਨ ਵਿੱਚ ਅਸੀਂ ਸਮੈਸ਼ ਮਾਰਨੀ ਹੈ. ਤੁਸੀਂ ਸਮੈਸ਼ ਵਿੱਚ ਕੀ ਹੈਗਾ, ਤੁਸੀਂ ਪਾਵਰ ਅਪਲਾਈ ਕਰ ਰਹੇ ਹੋ, ਜਸਟ ਅਪਲਾਈਂਗ ਆਲ ਆਊਟ ਯੋਰ ਪਾਵਰ, ਬਟ ਤੁਸੀਂ ਉਸ ਵੇਲੇ ਆਪਣਾ ਐਕਸ਼ਨ ਨਹੀਂ ਚੈੱਕ ਕਰ ਰਹੇ. ਹਾਂ ਕਿ ਮੈਂ ਠੀਕ ਕਰ ਰਿਹਾ ਕਿ ਨਹੀਂ ਕਰ ਰਿਹਾ, ਕਿ ਇਹ ਬਾਈ ਡਿਫਾਲਟ ਹੈ. ਉਹ ਬਾਈ ਡਿਫਾਲਟ ਵਿੱਚ ਤੁਸੀਂ ਖਾਲੀ ਫੋਰਸ ਐਪਲੀਕੇਸ਼ਨ ਕਰ ਰਹੇ ਹੋ, ਬਾਕੀ ਆਪਣੇ ਆਪ ਬੋਡੀ ਕਰੇਗੀ. ਤੋ ਜਦੋਂ ਤੁਸੀਂ ਐਕਸਰਸਾਈਜ਼ ਵਿੱਚ ਫੋਰਸ ਐਪਲੀਕੇਸ਼ਨ ਕਰਦੇ ਹੈਗੇ ਹੋ ਤੇ ਤੁਹਾਡਾ ਟੈਕਨੀਕ ਉਸ ਤੋਂ ਪਹਿਲੇ ਅੱਛਾ ਨਹੀਂ ਹੈ, then your force output is not going to be as much because body will start
ਟੇਕਿੰਗ ਬੈਨੀਫਿਟ ਫਰੋਮ ਦ ਸਰਾਊਂਡਿੰਗ ਮਸਲ ਜਿਹੜੇ ਕਿ ਤੁਹਾਡਾ ਜਿਹੜਾ ਹੈਲਪਿੰਗ ਜਿਹੜਾ ਜਿਹਨੂੰ ਮਸਲਸ ਬੋਲਦੇ ਨੇ ਉਹ ਯੂਜ਼ ਹੋਣੇ ਸ਼ੁਰੂ ਹੋਣਗੇ ਬਿਕੋਜ਼ ਤੁਹਾਡਾ ਗੋਲ ਹੀ ਡਿਫਰੈਂਟ ਹੈਗਾ ਵਜਨ ਨੂੰ ਉਠਾਉਣਾ। ਜਿਵੇਂ ਤੁਸੀਂ ਮੈਂ ਬਾਈਸੈਪ ਦਾ ਐਗਜ਼ਾਮਪਲ ਦੇਣਾ, ਬਾਈਸੈਪ ਵਿੱਚ ਅਗਰ ਤੁਹਾਡਾ ਮੇਜਰ ਹੈ ਕਿ ਮੈਨੂੰ ਇਹ ਵਾਲਾ ਵਜਨ ਉਠਾਉਣਾ ਹੈ, ਹੁਣ ਇਫ ਯੂ ਹੈਵ ਦੈਟ ਏਮਸ ਐਂਡ ਬੋਡੀ ਵਿਲ ਕੀ ਕਰੇਗੀ, ਉਹ ਬਹੁਤ ਸਾਰੇ ਜਿੰਨੇ ਵੀ ਮਸਲ ਇਨਵੋਲਵ ਹੈਗੇ ਨੇ ਸਾਰਿਆਂ ਨੂੰ ਯੂਜ਼ ਕਰ ਦੇਗੀ, ਟਿੱਡੇ ਮਿੱਡੇ ਹੋ ਗਏ ਉਹਨੇ ਜਿਵੇਂ ਮਰਜ਼ੀ ਕਰਕੇ ਉੱਪਰ ਉਠਾ ਦੇਣਾ ਹੈਗਾ because the goal was to lift that weight. I said, you want to train bicep or not? Do you want to train specific your bicep or you want to train other things? मैं क्या बोले गए थे goal किया goal. If you say I want to train only my bicep, then if you want to train your bicep ਵੀਰੇ ਖਾਲੀ ਮੇਰਾ bicep ਦੋ joints ਦਾ movement ਹੈਗਾ, ਇੱਕ elbow ਵਿੱਚ ਹੈਗਾ, ਇੱਕ shoulder ਦੇ ਵਿੱਚ ਹੈਗਾ ਕਿ ਮੈਨੂੰ ਕਿੱਥੋਂ ਕਰਨਾ ਹੈ ਉਹ ਤੂੰ ਦੱਸ। ਅਗਰ ਤੂੰ ਆਪਣੀ ਖਾਲੀ ਉਸੀ ਕੰਟਰੋਲ ਮੂਵਮੈਂਟ ਵਿੱਚ ਅਗਰ ਐਲਬੋ ਨੂੰ ਕਾਊਂਟ ਕਰ ਸਕਦਾ ਹੈ, ਹੁਣ ਤੁਸੀਂ ਅਗਰ ਮੈਨੂੰ ਪੁੱਛੋਗੇ ਇਫ ਆਈ ਟਰਾਈ ਟੂ ਡੂ ਇਟ, ਮੈਂ ਇਨਕਰੈਕਟ ਕਰਨ ਦੀ ਵੀ ਕੋਸ਼ਿਸ਼ ਕਰਦਾ ਮੈਂ ਨਾ, ਤੇ ਮੈਂ ਇਨਕਰੈਕਟ ਕਰ ਨਹੀਂ ਪਾਉਂਦਾ ਬਿਕੋਜ਼ ਡਿਫਾਲਟ ਵਿੱਚ ਐਕਸ਼ਨ ਹੈ। ਡਿਫਾਲਟ ਵਿੱਚ ਮੈਂ ਵਜਨ ਜ਼ਿਆਦਾ ਵੀ ਉਠਾਵਾਂਗਾ ਮੇਰਾ ਬਾਂਹ ਉੱਥੇ ਰੁਕ ਜਾਏਗੀ, ਟੇਢੀ ਮੇਢੀ ਨਹੀਂ ਹੋਏਗੀ। ਬਿਕੋਜ਼ ਕਿਉਂਕਿ ਮੈਂ ਫੋਰਸ ਅਪਲਾਈ ਕਰਦਾ ਪਿਆ ਵਾਂ ਪਰ ਮੇਰੀ ਪਾਵਰ ਨਹੀਂ ਹੈਗੀ ਹੁਣ ਉਨੀ, तो इसलिए अटक जाएगा, टेढ़ा मेढ़ा नहीं होएगा। सो फर्स्ट व्हाट यू हैव टू डू इज अपनी डिफॉल्ट एक्शन ਨੂੰ ਪਰਫੈਕਟ ਕਰੋ ਬ੍ਰੇਨ ਵਿੱਚ। ਓਕੇ, CNS ਪ੍ਰੋਗਰਾਮਿੰਗ ਦੇ ਵਿੱਚ ਅਗਰ ਤੁਹਾਡਾ ਆਪਣਾ ਐਕਸ਼ਨ ਬਿਲਕੁਲ ਪਰਫੈਕਟ ਹੋ ਜਾਂਦਾ ਡਿਫਾਲਟ ਵਿੱਚ, ਯੂ ਆਰ ਰੈਡੀ ਟੂ ਗੋ ਵਾਟਐਵਰ ਯੂ ਵਿਸ਼ ਟੂ। ਐਂਡ ਆਈ ਫੀਲ ਆਪਣੀ ਐਕਸਰਸਾਈਜ਼ ਨੂੰ ਰਿਕਾਰਡ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਸਿੱਖਣ ਨੂੰ ਮਿਲਦਾ ਹੈਗਾ ਤੁਹਾਡੀ ਖੁਦ ਦੀ ਮੂਵਮੈਂਟਸ ਨੂੰ। ਸੀ ਅਗਰ ਤੁਸੀਂ ਕਿਸੇ ਵੀ ਪਲੇਅਰ ਨੂੰ ਦੇਖੋਗੇ, ਕਿਸੇ ਐਕਟਰ ਨੂੰ ਦੇਖੋਗੇ, ਉਹ ਹਰ ਸ਼ਾਟ ਤੋਂ ਬਾਅਦ ਆਪਣਾ ਚੈੱਕ ਕਰਨ ਆਉਂਦਾ ਹੈ ਕਿ ਮੈਂ ਕਿਹੋ ਜਿਹਾ ਬੋਲਿਆ, ਡਾਇਲੌਗ ਕਿਹੋ ਜਿਹਾ ਬੋਲਿਆ, ਇਹਨੂੰ ਬੋਲਦੇ ਨੇ ਰੀਸ਼ਾਟ। ਯੈਸ, ਇੱਕ ਵਾਰੀ और लेते हैं, यहाँ देखो आपने कर लिया। ਈਵਨ ਕ੍ਰਿਕਟ ਚੱਲਦਾ ਨਾ, ਕ੍ਰਿਕਟ ਬੜੀ ਸਿੰਪਲ ਆ, ਉਹ ਸ਼ਾਟ ਮਾਰ ਕੇ ਨਾ ਚੌਗਾ ਲਾਤਾ ਉਹਨੇ, ਉਹ ਫਿਰ ਦੇਖਦਾ ਅੱਛਾ ਕਿਵੇਂ ਮਾਰਿਆ, ਹਾਂ ਕੀ ਚੈੱਕ ਕਰ ਰਿਹਾ, ਐਕਸ਼ਨ ਟੈਕਨੀਕ, ਹਾਊ ਪਾਵਰਫੁਲ ਹੀ ਹੈਡ ਹਿਟ ਇਟ, ਹੀ ਇਜ਼ ਨਾਟ ਚੈਕਿੰਗ। ਡਿਫਾਲਟ ਆ। ਯੈਸ, ਉਸ ਡਿਫਾਲਟ ਨੂੰ ਇੰਪਰੂਵ ਕਰਨ ਲਈ ਉਹ ਵਾਪਸ ਜਾਂਦਾ ਹੈਗਾ ਖਾਲੀ ਇੱਕ ਬਾਲ ਦੇ ਨਾਲ, ਹਲਕੇ ਜਿਹੇ ਬੈਟ ਦੇ ਨਾਲ, ਔਰ ਉਸ ਦੇ ਵਿੱਚ ਰੈਪੀਟੇਟਿਵ ਵਰਕ ਕਰਦਾ ਹੈ ਉਸ ਐਕਸ਼ਨ ਨੂੰ ਡਿਫਾਲਟ ਲਈ ਪਾਉਣ ਲਈ, ਤਾਂ ਕਿ ਜਦੋਂ ਮੈਂ ਗੇਮ ਖੇਡਾਂ ਤੇ ਮੇਰਾ ਡਿਫਾਲਟ ਐਕਸ਼ਨ, ਮੇਰਾ ਬ੍ਰੇਨ ਮੈਨੂੰ ਕਮਾਂਡ ਕਰੇ, ਮੈਨੂੰ ਉਸ ਵੇਲੇ ਧਿਆਨ ਦੇਣ ਦੀ ਲੋੜ ਨਹੀਂ, ਮੈਂ ਤਾਂ ਖਾਲੀ ਫੋਰਸ ਅਪਲਾਈ ਕਰਾਂ। ਗੂਸਬੰਪਸ ਆ ਗਿਆ, ਕਰੈਕ ਕਰ ਲਿਆ ਆਪਾਂ ਕੁਝ। Yes. ਯੈਸ, ਵੀ ਡਿਡ ਇਟ। And that is missing from the entire basic foundation of the industry. ਜਿਹੜੇ ਲੋਕ ਸਿਰਫ ਪੁਸ਼ਅਪ ਹੀ ਮਾਰਦੇ ਰਹਿੰਦੇ ਨਾ ਰੈਪੀਟੇਟਿਵਲੀ, ਐਂਡ ਜਿਹੜਾ ਬੰਦਾ ਮੇਰੇ ਵਾਂਗੂ ਬਹੁਤ ਵਧੀਆ ਇੰਕਲਾਈਨਡ ਡੰਬਲ ਪ੍ਰੈਸ ਲਗਾ ਲੈਂਦਾ ਹੈ, ਬੈਂਚ ਪ੍ਰੈਸ ਲਗਾ ਲੈਂਦਾ, ਵਧੀਆ ਆ, ਬਟ ਜੇ ਉਹਦੀ ਪ੍ਰੈਕਟਿਸ ਪੁਸ਼ਅਪ 'ਚ ਜ਼ਿਆਦਾ ਆ, ਮੈਂ ਉਹਦੇ ਬਰਾਬਰ ਉਹਨਾਂ ਸਮੂਥਲੀ ਪੁਸ਼ਅਪ That is the goal that he wanted to do. Yes. How does that matter? Because he's training for a muscle endurance, you're training for a strength. ਜੀ It doesn't matter. ਬਿਲਕੁਲ, ਬਟ ਉਹ ਆ ਕੇ ਉਹਦੀ ਡਿਫਾਲਟ ਸਿਸਟਮ ਦੇ ਵਿੱਚ ਉਹ ਇੰਨਾ ਜ਼ਿਆਦਾ ਐਕੂਰੇਟਲੀ ਬਹਿ ਗਿਆ ਹੈਗਾ। Specific हो गया ना, that's known as action specific thing. बिल्कुल। मैं पुशअप है सेम ही जॉइंट, हाँ, सेम जॉइंट एक्शन है, जी सेम जॉइंट एक्शन है, बट अगर सेम जॉइंट एक्शन हैगा ਤੇ ਅਗਰ ਤੁਸੀਂ ਉਹੀ ਵਾਲੀ ਚੀਜ਼ ਡੰਬਲ ਦੇ ਨਾਲ ਕਰਦੇ ਪਏ ਹੋ ਤੇ ਤੁਸੀਂ ਪੁਸ਼ਅਪਸ ਵਿੱਚ ਉਹ ਸੇਮ ਕਰ ਪਾਓਗੇ। ਹਾਂ, ਕਰ ਪਾਓਗੇ, ਇਟਸ ਅ ਸੇਮ ਐਕਸ਼ਨ ਹੈ, ਬਟ ਉਹ ਰੈਪਲੀਕਾ ਹੈ ਉਹਦਾ, ਇਟਸ ਅ ਰੈਪਲੀਕਾ ਉਹਦਾ ਹੈ। ਇਹ ਖਾਲੀ ਹੈਗਾ ਕਿ ਉਹ ਤਿਆਰੀ ਖਾਲੀ ਉਹਦੇ 'ਚ। ਹੁਣ ਤੁਸੀਂ, ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਅਸੀਂ ਹਰ ਲਾਈਵ ਵਿੱਚ ਟ੍ਰਾਂਸਫੋਰਮੇਸ਼ਨ ਤੋਂ ਬਾਅਦ ਲਾਈਵ ਸੈਕਸ਼ਨ ਵਿੱਚ ਹਰ ਇੱਕ ਦਾ ਪੁਸ਼ਅਪਸ ਲੈਂਦੇ ਹਾਂ, ਓਕੇ ਟੈਸਟ, ਓਕੇ, ਜਿਹੜਾ ਕਿ ਅਸੀਂ ਉਹਨਾਂ ਨੂੰ ਪੁਸ਼ਅਪਸ ਪੂਰੀ ਟ੍ਰੇਨਿੰਗ ਵਿੱਚ ਨਹੀਂ ਦਿੱਤੀ ਜਾਂਦੀ। ਅੱਛਾ, ਓਕੇ, ਠੀਕ ਹੈ, ਪੂਰੀ ਟ੍ਰੇਨਿੰਗ ਵਿੱਚ ਕੋਈ ਪੁਸ਼ਅਪਸ ਕਦੀ ਕਿਸੇ ਨੂੰ ਨਹੀਂ ਦਿੱਤੀ ਜਾਂਦੀ, ਓਕੇ, ਬਟ ਉਹ ਪੁਸ਼ਅਪਸ ਅਸੀਂ ਲਾਈਵ ਵਿੱਚ ਸਾਰੇ ਦੇ ਸਾਹਮਣੇ ਲੈਂਦੇ ਹਾਂ। ਅੱਛਾ, ਅੱਜ ਤੱਕ 50 ਤੋਂ ਥੱਲੇ ਕਿਸੇ ਨੇ ਨਹੀਂ ਕੀਤੇ, ਵਨ ਸਟਾਪ, ਓਕੇ, ਕਿਸੇ ਨੇ ਵੀ ਨਹੀਂ ਕੀਤੇ ਅੱਜ ਤੱਕ, ਓਕੇ। ਸਭ ਤੋਂ ਉੱਪਰ ਜਿਹਨੇ ਕੀਤਾ ਉਹ ਸੀਗੇ 210 ਲਾਈਵ ਦੇ ਵਿੱਚ 210 ਹਾਂਜੀ। ਪੁਸ਼ਅਪ ਮਾਰਤੇ, ਓਕੇ। ਇੱਕੋ ਅਟੈਂਪਟ ਵਿੱਚ, ਅੱਛਾ, ਲਾਈਵ, ਉਹ ਰਿਕਾਰਡਡ ਹੈ, ਇਹ ਨਹੀਂ ਕਿ ਮੈਂ ਝੂਠ ਬੋਲ ਰਿਹਾ ਹਾਂ, ਇਟ ਇਜ਼ ਆਲ ਰਿਕਾਰਡਡ ਔਨ ਦਾ ਯੂ ਨੋ ਸੋਸ਼ਲ ਮੀਡੀਆ। ਜੀ, 210 ਨॉन ਸਟਾਪ ਉਸ ਬੰਦੇ ਨੇ ਜਿਹਨੇ ਅੱਜ ਤੱਕ ਪਹਿਲੇ ਪੁਸ਼ਅਪਸ ਹੀ ਨਹੀਂ ਕੀਤੇ। Why? Because we have trained the same joint action on a different thing, and he got the benefit of that also. But if a person is doing 200
10 ਪੁਸ਼ਅਪ ਐਵਰੀ ਡੇ ਤੇ ਉਹ ਅਚਾਨਕ ਜਾ ਕੇ ਜਿਮ ਦੇ ਵਿੱਚ ਡੰਬਲ ਚੱਕੇਗਾ? he can generate a force but he is not happy ਉਹਦੇ joints ਵਿੱਚ ਲੋਡ ਦਾ ਹਲੇ benefit ਨਹੀਂ ਹੈਗਾ Yeah. ਉਲਟਾ ਨਹੀਂ ਉਹ endurance ਦੀ ਟ੍ਰੇਨਿੰਗ ਕਰਦਾ ਪਿਆ ਇਟਸ ਨਾਟ ਵਾਈਸ ਵਰਸਾ। ਨਾ ਉਹਦੇ ਵਿੱਚ ਉਹਦੇ joints ਉਹਦੇ tendons ਵਿੱਚ ਇੰਨਾ ਲੋਡ ਪਾਉਣ ਦੀ capacity ਨਹੀਂ ਹੈਗੀ ਹਲੇ। ਯੈਸ। ਉਹਦੇ ਮਸਲ ਵਿੱਚ endurance ਦੀ ਤਾਂ ਐਬਿਲਿਟੀ ਹੈਗੀ ਬੜੀ ਜ਼ਿਆਦਾ ਬਟ ਉਹਦੇ ਤੇ ਲੋਡ ਪਾਉਣ ਦੀ ਐਬਿਲਿਟੀ ਨਹੀਂ ਹੈ। ਉਹ ਕਿਵੇਂ ਆਏਗੀ? ਪ੍ਰੋਗਰੈਸਿਵ ਕਰਾਂਗੇ ਤੇ ਲੋਡ ਵਧਾਉਂਦੇ ਰਹੋਗੇ ਤੇ ਉਹ ਆ ਜਾਏਗੀ ਜੁਆਇੰਟ। ਸਭ ਤੋਂ ਜ਼ਿਆਦਾ ਜਿਹੜਾ ਇਹਦੇ ਵਿੱਚ ਹਾਮੀ ਭਰਦੇ ਹੈਗੇ ਆ ਵਿਚ ਆਈ ਵਾਂਟ ਟੂ ਐਡਰੈਸ एवरीवन ਕਿ ਸਾਡਾ ਜਿਹੜਾ ਮਸਲ ਹੈਗਾ ਮਸਲ ਗਰੋਜ਼ ਐਟ ਮਚ ਫਾਸਟਰ ਰੇਟ, ਸਟਰੋਂਗ ਬਣਦਾ ਹੈਗਾ, ਗਰੋ ਕਰ ਜਾਂਦਾ ਹੈਗਾ। ਬਟ ਜਿਹੜੇ ਸਾਡੇ ਕਨੈਕਟਿਵ ਟਿਸ਼ੂਜ਼ ਹੈਗੇ ਨੇ ਦੇ ਡੋਂਟ ਗੈਟ ਸਟਰੋਂਗਰ ਇਨ ਕੰਪੈਰੀਜ਼ਨ ਟੂ ਦ ਮਸਲ। ਦੀ ਸਪੀਡ ਥੋੜੀ ਜਿਹੀ ਸਲੋ ਹੁੰਦੀ ਹੈ। ਹੁਣ ਅਸੀਂ ਜਦੋਂ ਵਜਨ ਕਨੈਕਟਿਵ ਟਿਸ਼ੂਜ਼ ਕੀ ਹੁੰਦੇ ਨੇ ਪਲੀਜ਼? ਕਨੈਕਟਿਵ ਟਿਸ਼ੂ ਮੀਨਸ ਸਪੋਜ਼ ਕਰੋ ਮੈਂ ਐਗਜ਼ਾਮਪਲ ਦੇਣਾ ਵਾ, ਅਸੀਂ ਘਰ ਜਦੋਂ ਬਣਾਉਂਦੇ ਹੈਗੇ ਘਰ ਬਣਾਉਣ ਦੇ ਵਿੱਚ ਅਸੀਂ ਸਰੀਆ ਪਾਉਂਦੇ ਉਸ ਸਰੀਏ ਨੂੰ ਦੋ ਸਰੀਆਂ ਨੂੰ ਜੋੜਨ ਲਈ ਇੱਕ ਜੁਆਇੰਟ ਵਿਚਕਾਰ ਖਿੱਚਿਆ ਜਾਂਦਾ ਹੈ ਜਿਹਨੂੰ ਬੋਲਦੇ ਨੇ ਛੋਟਾ ਸਰੀਆ। ਪਤਲਾ ਸਰੀਏ ਦੇ ਨਾਲ ਉਹਨੂੰ ਗੈਪ ਕੀਤਾ ਜਾਂਦਾ ਹੈ ਤੇ ਬਾਕੀ ਸਾਰਿਆਂ ਦੇ ਨਾਲ ਉਹਨੂੰ ਮੈਚ ਕਰਤਾ ਹੈ ਤਾਂ ਕਿ ਉਹ ਸਰੀਆ ਆਪਸ ਵਿੱਚ ਜੁੜੇ ਰਹਿਣ। ਜੀ। ਸੋ ਸਾਡੇ ਜਿੰਨੇ ਵੀ ਜੁਆਇੰਟਸ ਹੈਗੇ ਨੇ ਜਿੰਨੇ ਵੀ ਬਾਡੀ ਵਿੱਚ ਹੈਗੇ ਨੇ ਦੇ ਟੁੱਟੀਆਂ ਹੱਡੀਆਂ ਹੈਗੀਆਂ। ਹੱਡੀਆਂ ਟੁੱਟੀਆਂ ਹੱਡੀਆਂ ਮਤਲਬ it's a joint, not complete, it's not a one thing, it's not a block thing, it's a joint। ਜੀ। ਉਸ joint ਨੂੰ ਰੋਕਣ ਲਈ ਕਨੈਕਟਿਵ ਟਿਸ਼ੂਜ਼ ਹੈਗੇ ਨੇ ਜਿਹਨੂੰ ਅਸੀਂ ਲਿਗਮੈਂਟਸ ਬੋਲਦੇ ਨੇ। ਲਿਗਮੈਂਟਸ ਉਹ ਹੁੰਦਾ ਹੈਗਾ ਜਿਹੜੇ ਸਾਡੇ ਦੋ ਹੱਡੀਆਂ ਨੂੰ ਆਪਸ 'ਚ ਜੋੜਦਾ ਹੈ। ਟੈਂਡਨ ਉਹ ਹੁੰਦਾ ਹੈਗਾ ਜਿਹੜਾ ਸਾਡੇ ਮਸਲ ਨੂੰ ਉਸ ਜੁਆਇੰਟ ਦੇ ਨਾਲ ਜੋੜਦਾ ਹੈ। there is not a single muscle also in a human body which doesn't crosses a joint, it has to cross a joint। it means tendon मेरा उस joint ਨੂੰ cross ਕਰੇਗਾ या उसी हड्डी ਤੇ attach ਹੋਏਗਾ या दूसरे joint ਨੂੰ cross ਕਰਕੇ attach ਹੋ ਜਾਏਗਾ। so it might cross ਇੱਕ joint, it might cross two joints also, one muscle। but ਐਵੇਂ ਕਦੀ ਨਹੀਂ ਹੋ ਸਕਦਾ ਕਿ ਉਹ ਹੱਡੀ ਤੋਂ ਹੱਡੀ ਨੂੰ ਖਾਲੀ joint ਕਰ ਰਿਹਾ joint ਨੂੰ cross ਨਹੀਂ ਕੀਤਾ। so joint ਨੂੰ support ਕਰਨ ਲਈ ਸਾਡਾ ligament ਹੁੰਦਾ ਤੇ tendon ਹੁੰਦੇ ਨੇ ਜਿਹੜੇ ਕਿ ਉਸ joint ਨੂੰ stabilize ਕਰਕੇ ਰੱਖਦੇ ਨੇ through the muscle and through the ligaments। okay। ਇਨ ਐਗਜ਼ਾਮਪਲ ਅਗਰ ਮੈਂ ਉਸ ਸਰੀਏ ਦੇ ਉੱਤੇ ਇੱਕ ਜੁਆਇੰਟ ਸਰੀਆ ਪਾਣਾ ਵਾ ਉਸ ਸਰੀਏ ਨੂੰ ਪ੍ਰੋਟੈਕਟ ਕਰਨ ਲਈ ਉਹਦੇ ਉੱਤੇ ਕੀ ਪਾਣਾ ਵਾ? ਹੋਰ ਕੰਕਰੀਟ ਬਣਾ। ਐਗਜ਼ੈਕਟਲੀ। that concretes actually keeps that stabilization of that internal joints। ਜੀ। so muscle is basically a concrete। okay। so concrete ਜਿਹੜਾ ਹੈਗਾ ਉਹ ਮੇਰੇ ਮਸਲ ਨੂੰ ਸਟੇਬਲਾਈਜ਼ ਕਰਕੇ ਰੱਖਦਾ ਹੈ ਟੈਂਡਨਸ ਦੇ ਨਾਲ। ਬਟ ਟੈਂਡਨ ਨੂੰ ਟਾਈਮ ਲੱਗਦਾ ਥੋੜਾ ਜਿਹਾ ਸਟਰੋਂਗ ਹੋਣ ਲਈ ਇਨ ਕੰਪੈਰੀਜ਼ਨ ਟੂ ਦ ਮਸਲ। ਸੋ ਇਸ ਲਈ ਪ੍ਰੋਗਰੈਸ਼ਨ ਬਹੁਤ ਧੀਰੇ ਧੀਰੇ ਕਰਨੀ ਚਾਹੀਦੀ, ਜੰਪ ਨਹੀਂ ਕਰਨੀ ਹੈ। ਅਸੀਂ ਫਟ ਕਰਕੇ ਦੂਸਰੇ ਦੀ ਜੰਪ ਮਾਰਦੇ ਨੇ, ਉਹ ਮਾਰਦਾ ਵਾ ਚੱਲ ਮੈਂ ਵੀ ਮਾਰਦਾ ਵਾਂ ਐਂਡ ਯੂ ਗੈਟ ਅ ਇੰਜਰੀ ਔਨ ਅ ਟੈਂਡਨ ਜਿਹਨੂੰ ਅਸੀਂ ਟੈਂਡਨਾਈਟਿਸ ਬਹੁਤ ਨਾਰਮਲੀ ਬੋਲਦੇ ਆ। ਬਹੁਤ ਕਾਮਨ ਜੀ ਚੀਜ਼ ਹੈਗੀ ਟੈਂਡਨਾਈਟਿਸ ਫॉर एवरीवन। ਕਨੈਕਟਿਵ ਟਿਸ਼ੂਜ਼। ਸੋ ਕਨੈਕਟਿਵ ਟਿਸ਼ੂਜ਼ ਦੇ ਨਾਲ ਅਗਰ ਅਸੀਂ ਉਹਨੂੰ ਪ੍ਰੋਗਰੈਸਿਵਲੀ ਉਹਨੂੰ ਸਟਰੈਂਥਨ ਕਰਦੇ ਹੋਏ ਅਗਰ ਉਸੇ ਜਾਣੇ ਹੈਗੇ ਫਿਰ ਲੋਡ ਪਾਣੇ ਹੈਗੇ ਆ then you are secure for life। ਇਸੇ ਕਰਕੇ ਮੈਂ ਬਹੁਤ ਇਨਫਲੂਐਂਸਰਸ ਨੂੰ ਦੇਖਦਾ ਹੈਗਾ ਆ ਜਾਂ ਮੈਂ ਦੇਖਦਾ ਹਾਂ ਕਿ ਕੰਪਾਊਂਡ ਮੂਵਮੈਂਟਸ ਨੂੰ ਆਪਾਂ ਕਈ ਵਾਰੀ ਨਿਗਲੈਕਟ ਕਰਦੇ ਹੈਗੇ ਆ ਕਿ ਨਹੀਂ ਯਾਰ ਵੀ ਡੋਂਟ ਨੀਡ, ਇਹ 'ਚ ਤੁਹਾਡੀ ਮਲਟੀਪਲ ਗਰੁੱਪ ਆਫ ਮਸਲਸ ਯੂਜ਼ ਹੋ ਰਹੀ ਹੈਗੀਆਂ ਨੇ, ਤੁਸੀਂ ਆਈਸੋਲੇਸ਼ਨ ਦੇ ਵਿੱਚ ਮਸਲ ਨੂੰ ਲੈ ਕੇ ਨਹੀਂ ਜਾ ਪਾ ਰਹੇ, ਤੁਹਾਨੂੰ ਬਾਰ-ਬਾਰ ਰੋ ਨਹੀਂ ਕਰਨੀ ਚਾਹੀਦੀ, ਤੁਹਾਨੂੰ ਬਾਲੀਆਂ ਉਹ ਐਕਸਰਸਾਈਜ਼ ਨਹੀਂ ਕਰਨੀਆਂ ਚਾਹੀਦੀਆਂ, ਬਿਹਾਈਂਡ ਦਾ ਨੈਕ ਜਾਂ ਮਿਲਟਰੀ ਪ੍ਰੈਸ ਨਹੀਂ ਕਰਨੀ ਚਾਹੀਦੀ, ਉਹਦੇ ਨਾਲ ਤੁਸੀਂ ਮਸ਼ੀਨ ਯੂਜ਼ ਕਰ ਸਕਦੇ ਹੈਗੇ ਹੋ। ਕੀ ਕਨੈਕਟਿਵ ਟਿਸ਼ੂ ਦਾ ਫਾਇਦਾ ਮਿਲਦਾ ਪਿਆ ਸਾਨੂੰ ਉੱਥੇ ਜ਼ਿਆਦਾ ਕੰਪੇਅਰ ਟੂ ਕਿ ਇਟਸ ਨਾਟ ਅਬਾਊਟ ਕਨੈਕਟ। ਜਿਵੇਂ ਮੈਂ ਬੋਲਿਆ ਹੈਗਾ ਕਿ ਹਰ ਬੰਦੇ ਦੀ ਜੁਆਇੰਟ ਦੀ ਰੇਂਜ ਡਿਸਾਈਡ ਕਰੇਗੀ ਕਿ ਉਹਦੀ ਐਬਿਲਿਟੀ ਕਿੰਨੀ ਹੈ। ਅਸੀਂ ਇੱਕ ਇਹੋ ਜਿਹੀ ਲਾਈਫ ਸਟਾਈਲ ਵਿੱਚ ਜੀਨੇ ਹੈਗੇ ਹਾਂ ਜਿਹਦੇ ਵਿੱਚ ਅਸੀਂ ਪੂਰਾ ਦਿਨ ਕੰਮ ਕਰਦੇ ਹਾਂ। ਉਸ ਕੰਮ ਕਰਨ ਦੇ ਨਾਲ ਸਾਡਾ ਜਿਹੜਾ ਹਿਊਮਨ ਬਾਡੀ ਦਾ ਸਟਰਕਚਰ ਹੁੰਦਾ ਹੈਗਾ ਉਹ ਬੈਂਡਡ ਹੁੰਦਾ। ਉਸ ਬੈਂਡਡ ਸਟਰਕਚਰ ਦੇ ਨਾਲ ਕੀ ਹੁੰਦਾ ਹੈ ਸਾਰੇ ਤਕਰੀਬਨ ਸਾਰਿਆਂ ਦੀ ਸ਼ੋਲਡਰ ਦੀ ਰੇਂਜ ਜਿਹੜੀ ਹੈਗੀ ਹੈ ਉਹ ਲਿਮਿਟਡ ਹੋ ਜਾਂਦੀ ਹੈ। ਬਿਲਕੁਲ ਸਾਰੇ ਉੱਪਰ ਨਹੀਂ, ਅਗਰ ਉਸ ਤੋਂ ਉੱਪਰ ਲੈ ਕੇ ਵੀ ਜਾਓਗੇ ਤਾਂ ਤੁਹਾਨੂੰ ਆਪਣਾ ਰਿਬ ਕੇਜ ਉੱਪਰ ਉਠਾਉਣਾ ਪਏਗਾ। ਇਟ ਮੀਨਸ ਤੁਹਾਨੂੰ ਆਪਣੀ ਥੋਰੈਸਿਕ ਸਪਾਈਨ ਮਿਡਲ ਆਫ ਦ ਸਪਾਈਨ ਨੂੰ ਐਕਸਟੈਂਡ ਕਰਨਾ ਪਏਗਾ ਉਹ ਸ਼ੋਲਡਰ ਨੂੰ ਪਾਉਣ ਲਈ। ਸ਼ੋਲਡਰ ਨਹੀਂ ਹੋਇਆ, ਉਹ ਥੋਰੈਸਿਕ ਤੋਂ ਹੋਇਆ। ਅਗਰ ਤੁਸੀਂ ਬਿਨਾਂ ਇਸ ਨੂੰ ਰਿਬ ਕੇਜ ਨੂੰ ਉਠਾਓਗੇ ਸ਼ੋਲਡਰ ਦੀ ਰੇਂਜ ਚੈੱਕ ਕਰੋਗੇ ਤਾਂ ਸਾਰੇ ਰੁਕ ਜਾਣਗੇ ਇਸੇ ਜਗ੍ਹਾ ਦੇ ਉੱਪਰ। ਠੀਕ ਹੈ। ਬਿਹਾਈਂਡ ਨੈਕ ਪ੍ਰੈਸ ਇਹੋ ਜਿਹੀ ਚੀਜ਼ ਹੈਗੀ ਹੈ ਜਿਹੜੀ ਕਿ ਪਿੱਛੇ ਜਾਂਦੀ ਹੈ ਬਿਯੋਂਡ ਯੋਰ ਟੋਲਰੈਂਸ ਰੇਂਜ ਪਹਿਲੀ, ਉਸ ਤੋਂ ਬਾਅਦ ਰੋਟੇਟ ਕੀਤੀ ਜਾਂਦੀ ਹੈ ਪੂਰੀ। ਸੋ ਇਟ ਮੀਨਸ ਮਾਈ ਹੈਂਡ ਇਜ਼ ਐਕਸਟਰਨਲੀ ਰੋਟੇਟਡ ਪੂਰਾ
and goes beyond the limit of my human body tolerance. ਉਸ ਜਗ੍ਹਾ ਦੇ ਉੱਤੇ ਜਾ ਕੇ ਬਹੁਤ ਜ਼ਿਆਦਾ ਸਟ੍ਰੈਸ ਮਿਲਦਾ ਹੈ, ਜਿਹਦੇ ਨਾਲ ਸਾਡੇ ਸ਼ੋਲਡਰ ਦੇ ਉੱਪਰ ਲੈਕਸਿਟੀ ਕ੍ਰੀਏਟ ਹੋ ਸਕਦੀ ਹੈ, ਢਿੱਲਾਪਨ ਆ ਸਕਦਾ ਹੈਗਾ, ਸ਼ੋਲਡਰ ਦੀ ਜਿਹੜੀ ਸਟੇਬਿਲਿਟੀ ਹੈ ਉਹ ਲੂਜ਼ ਹੋ ਸਕਦੀ ਹੈਗੀ ਹੈ, ਅਤੇ ਮੋਢਾ ਬਾਰ ਆਉਣ ਦੀ ਤਰੀਕੇ ਵਿੱਚ ਹੋ ਜਾਏਗਾ। ਇਸ ਲਈ ਸਰਟਨ ਐਕਸਰਸਾਈਜ਼ਸ ਨੀਡ ਟੂ ਬੀ ਅਵੋਇਡਡ ਓਕੇ, ਬਿਕੋਜ਼ ਆਫ ਸਰਟਨ ਰੀਜ਼ਨ। ਕੁਛ ਐਗਜ਼ਾਮਪਲਸ ਜਿਵੇਂ ਬਿਹਾਈਂਡ ਦ ਨੈਕ ਪ੍ਰੈਸ ਇੱਕ ਵਨ ਆਫ ਦ ਐਗਜ਼ਾਮਪਲ ਤੁਸੀਂ ਬੋਲਿਆ ਹੈਗਾ ਜੀ। ਹਰ ਐਕਸਰਸਾਈਜ਼ ਦਾ ਅਗਰ ਮੈਂ ਬੋਲਾਂ, ਮੈਂ ਇੱਕ ਐਗਜ਼ਾਮਪਲ ਲੈਣਾ ਵਾ। ਚੂਜ਼ ਯੋਰ ਸੈਲਫ, your demand. One exercise, maximum benefit, maximum risk. One. ਸਕੁਆਟਸ, Whatever it is. Which one you will choose. Okay, एक exercise है ਜਿਹਦੇ ਵਿੱਚ maximum benefit ਹੈ, maximum loss ਹੈ, injury ਹੈ। ਇੱਕ ਵਿੱਚ maximum benefit ਹੈ, risk ਘੱਟ ਹੈ। ਇੱਕ ਇਹੋ ਜਿਹੀ ਹੈ ਜਿਹਦੇ ਵਿੱਚ minimum risk ਹੈ, minimum benefit ਹੈ। ਇੱਕ ਐਕਸਰਸਾਈਜ਼ ਹੈ ਜਿਹਦੇ ਵਿੱਚ ਮਿਨੀਮਮ ਬੈਨੀਫਿਟ ਹੈ, ਮੈਕਸਿਮਮ ਰਿਸਕ ਹੈ। ਕਿਹੜਾ ਲੋਗੇ? ਮਿਨੀਮਮ ਰਿਸਕ, ਮੈਕਸਿਮਮ ਬੈਨੀਫਿਟ। ਸਿੰਪਲ। ਸੋ ਵੀ ਨੀਡ ਟੂ ਚੂਜ਼ ਦੋਜ਼ ਐਕਸਰਸਾਈਜ਼। ਜਦੋਂ ਤੁਸੀਂ ਬੋਲ ਰਹੇ ਮੈਨੂੰ ਸਕੁਆਟ ਦੀਆਂ ਕਿੰਨੀਆਂ ਵੇਰੀਏਸ਼ਨਸ ਦੇਖੀਆਂ, ਜਦੋਂ ਤੁਸੀਂ ਬੋਲ ਰਹੇ ਸਾਰੀਆਂ ਵੇਰੀਏਸ਼ਨਸ ਦਿਮਾਗ ਚੱਲਦੀਆਂ ਪਈਆਂ ਸੀਗੀਆਂ। ਹੈਕ ਸਕੁਆਟ ਦੇ ਵਿੱਚ ਇੱਦਾਂ ਹੋ ਜਾਣਾ ਆ, ਜੇ ਮੈਂ ਬਾਕਸ ਸਕੁਆਟ ਕਰਾਂਗਾ ਇੱਦਾਂ ਹੋ ਜਾਣਾ, ਬਟ ਉਹ ਹਰ ਇੱਕ ਇੰਡੀਵਿਜੂਅਲੀ ਬੈਨੀਫਿਟ ਕਰਦਾ ਹੈ। ਸੋ ਅਗੇਨ ਕਿਹਦੇ ਵਿੱਚ ਆ ਗਿਆ ਕਹਾਣੀ? ਪਰਸਨ ਸਪੈਸਿਫਿਕ। What he is trying to achieve, what is his goal, will decide the nature of the exercises for him. It can never be for any. किसी दूसरे लिए वो हो ही नहीं सकती, वो ਉਹਦੀ ਹੈ। ਉਸ ਵਿੱਚ ਉਹ ਕਿਸ ਲਈ ਕਰਦਾ ਪਿਆ? ਉਹ ਮੇਬੀ ਉਹ ਇੱਕ ਕੰਪੀਟੀਸ਼ਨ ਲਈ ਤਿਆਰ ਕਰਦਾ ਪਿਆ, ਉਹ ਰਿਸਕ ਫੈਕਟਰ ਲੈਣ ਲਈ ਤਿਆਰ ਹੈ, ਬਿਕੋਜ਼ ਹੀ ਇਜ਼ ਹੈਡਿੰਗ ਫॉर ਸਮਥਿੰਗ। ਤੁਸੀਂ ਨੇਚਰ ਵਿੱਚ ਨਾਰਮਲ ਜਨਰਲ ਪਬਲਿਕ ਵਿੱਚ ਅਸੀਂ ਉਹ ਵਾਲੀ ਐਕਸਰਸਾਈਜ਼ਸ ਨੂੰ ਚੂਜ਼ ਕਰਦੇ ਹਾਂ ਜਿਹਦੇ ਵਿੱਚ ਮਿਨੀਮਮ ਰਿਸਕ ਫੈਕਟਰ ਹੋਏ, ਮੈਕਸਿਮਮ ਬੈਨੀਫਿਟ ਹੋਏ। ਵੀ ਟਰਾਈ ਟੂ ਚੂਜ਼ ਦੋਜ਼ ਐਕਸਰਸਾਈਜ਼ਸ। ਜਿਵੇਂ ਫॉर एग्जांपल ਇਫ ਆਈ ਸੇ ਡੰਬਲ ਪ੍ਰੈਸ ਐਂਡ ਡੰਬਲ ਫਲਾਈ, both are same exercises. Yes. Exactly same joint action. One has more, ਇੱਕ ਵਿੱਚ ਬਹੁਤ ਜ਼ਿਆਦਾ ਫੋਰਸ ਹੈ, ਇੱਕ ਵਿੱਚ ਘੱਟ ਹੈ। ਸੋ ਇੱਕ ਵਿੱਚ ਫਲਾਈ ਵਿੱਚ ਮੇਰੇ ਸ਼ੋਲਡਰ ਦੇ ਉੱਪਰ ਫੋਰਸਿਸ ਵੱਧ ਜਾਂਦੇ ਨੇ, ਪ੍ਰੈਸ ਵਿੱਚ ਮੇਰੇ ਸ਼ੋਲਡਰ ਦੇ ਉੱਪਰ ਫੋਰਸਿਸ ਗਿਰ ਜਾਂਦੇ ਨੇ। ਅਤੇ ਮੈਂ ਕਿਹੜੀ ਚੂਜ਼ ਕਰਾਂ, ਰਿਸਕ ਵਾਲੀ ਕਿ? ਬਿਲਕੁਲ ਨਹੀਂ, ਪ੍ਰੈਸ ਚੂਜ਼ ਕਰਾਂਗਾ। ਸਿੰਪਲ। ਸੋ ਫਲਾਈ ਮੂਵਮੈਂਟ ਫॉर us should be avoided by everyone till the point it is not ਉਹ ਕੋਈ ਸਪੈਸੀਫਿਕ ਚੀਜ਼ ਦੇ ਦੇਗੀ, ਉਹਦੇ ਵਿੱਚ ਬੈਨੀਫਿਟ ਦੇ ਰਹੀ ਹੈ ਉਸ ਬੰਦੇ ਨੂੰ ਜਿਹੜਾ ਉਹ ਫਲਾਈ ਕਰਦਾ ਪਿਆ। ਉਹਦੀ ਇਹੋ ਜਿਹੀ ਕੋਈ ਗੇਮ ਹੈਗੀ ਜਿਹਦੇ ਵਿੱਚ ਉਹਨੂੰ ਆਪਣੇ ਹੱਥ ਨੂੰ ਐਕਸਟੈਂਡ ਕਰਨਾ ਪਾ ਰਿਹਾ ਹੈਗਾ, ਅਤੇ ਉਸ ਜਗ੍ਹਾ ਦੇ ਉੱਤੇ ਉਹਨੂੰ ਸਟਰੈਂਥ ਕ੍ਰੀਏਟ ਕਰਨੀ ਹੈ। ਅਦਰਵਾਈਜ਼ ਇਫ ਯੂ ਅਗਰ ਜਰਨਲੀ ਦੇਖਾਂਗੇ ਤੇ ਵਾਈ ਟੂ ਅਨਨੈਸੈਸਰਲੀ ਮੈਂ ਆਪਣੇ ਸ਼ੋਲਡਰ ਦੇ ਉੱਪਰ ਪੈਨਿਕ ਕ੍ਰੀਏਟ ਕਰਦਾ ਪਿਆ ਜਦੋਂ ਮੈਨੂੰ ਬੈਨੀਫਿਟ ਪ੍ਰੈਸਿੰਗ ਵਿੱਚ ਸੇਮ ਮਿਲਦਾ ਪਿਆ। Why? One of the example more, pullovers. Yes. Pullovers is one of the exercises ਜਿਹਦੇ ਵਿੱਚ benefit ਤਾਂ ਘੱਟ ਹੈ, ਰਿਸਕ ਬਹੁਤ ਜ਼ਿਆਦਾ ਹੈ। ਬਹੁਤ ਜ਼ਿਆਦਾ ਜੀ। ਕਿਉਂਕਿ ਟ੍ਰੇਨ ਮੈਂ ਕਿਸ ਲਈ ਕਰਦਾ ਪਿਆ ਵਾਂ? The training of the pullovers is joint action ਜਿਹੜਾ ਹੈਗਾ ਉਹ shoulder extension ਹੈਗਾ। shoulder extension ਵਿੱਚ ਮਤਲਬ ਕਿ ਮੇਰਾ lat muscle use ਹੋ ਰਿਹਾ ਹੈ। ਇੱਕ ਇਹੋ ਜਿਹੀ ਜਗ੍ਹਾ ਹੈ ਜਿਹਦੇ ਵਿੱਚ ਮੇਰਾ ਚੈਸਟ ਵੀ ਯੂਜ਼ ਹੁੰਦਾ ਹੈ। ਬਿਲਕੁਲ ਜਦੋਂ ਐਕਸਟੈਂਡਡ ਵਰਜ਼ਨ ਤੋਂ ਵਾਪਸ ਆਉਂਦਾ ਉਸ ਜਗ੍ਹਾ ਦੇ ਉੱਤੇ ਮੇਰਾ ਚੈਸਟ ਦਾ ਮਸਲ ਅਲਾਈਨ ਹੁੰਦਾ ਹੈ ਅਤੇ ਉਹ ਵੀ ਹੈਲਪ ਕਰਦਾ ਹੈ। ਬਟ ਉਹਦੀ ਅੱਧੀ ਮੂਵਮੈਂਟ ਦੇ ਵਿੱਚ ਪਹੁੰਚ ਗਈ ਮੇਰਾ ਉਹਦੇ ਵਿੱਚ ਫੋਰਸਿਸ ਜ਼ੀਰੋ ਹੋ ਜਾਂਦਾ ਹੈ। ਯੈਸ। ਤਾਂ ਇਟ ਮੀਨਸ ਮੂਵਮੈਂਟ ਇਜ਼ ਹਾਫ ਮੂਵਮੈਂਟ ਵਿੱਚ ਲੋਡਡ ਵਰਜ਼ਨ ਵਿੱਚ ਜਦੋਂ ਮੇਰਾ ਜੁਆਇੰਟ ਸਭ ਤੋਂ ਜ਼ਿਆਦਾ ਵੀਕ ਹੁੰਦਾ ਹੈ, ਮਸਲ ਮੇਰਾ ਸਭ ਤੋਂ ਵੀਕ ਹੁੰਦਾ ਹੈ, ਉਸ ਜਗ੍ਹਾ ਦੇ ਉੱਤੇ ਮੇਰਾ ਜੁਆਇੰਟ ਦੇ ਉੱਪਰ ਫੋਰਸਿਸ ਮੈਕਸਿਮਮ ਹੋ ਜਾਂਦਾ ਹੈ। ਤੋ ਇਟ ਮੀਨਸ ਮੈਨੂੰ ਉਹਦੇ ਵਿੱਚ ਬੈਨੀਫਿਟ ਤਾਂ ਮਿਲਿਆ ਨਹੀਂ, ਰਿਸਕ ਮੈਂ ਬਹੁਤ ਸਾਰਾ ਲੈ ਲਿਆ। ਸੋ ਅਗੇਨ ਵਨ ਐਕਸਰਸਾਈਜ਼ ਵਿਚ ਸ਼ੁਡ ਨਾਟ ਬੀ ਗਿਵਨ ਟੂ ਐਨੀਵਨ ਮੈਂ ਬੋਲ ਰਿਹਾ ਵਾਂ, ਮੈਜੋਰਿਟੀ ਨੋ, ਸਪੈਸੀਫਿਕ ਅਗੇਨ। ਕੋਈ ਇਹੋ ਜਿਹੇ ਬੰਦੇ ਹੈਗੇ ਜਿਨ੍ਹਾਂ ਨੂੰ ਉਹ ਵਾਲੀ ਮੂਵਮੈਂਟ ਚਾਹੀਦੀ ਹੈ। ਕੌਣ ਹੈਗੇ ਨੇ? ਬੋਲਰਸ। ਯਸ, ਹਾਂ ਬਿਲਕੁਲ। ਹਾਂ, ਜਿੰਨੇ ਵੀ ਬੋਲਰਸ ਹੈਗੇ ਨੇ, ਫਾਸਟ ਬੋਲਰਸ ਹੈਗੇ ਨੇ, ਕੀ ਕਰਦੇ ਨੇ? ਪਿੱਛੇ ਬਾਲ ਨੂੰ ਲੈ ਕੇ ਥਰੋਅਰਸ ਜਿੰਨੇ ਵੀ ਹੈਗੇ ਨੇ, ਜੈਵਲਿਨ ਥਰੋਅਰਸ ਜਿੰਨੇ ਵੀ ਹੈਗੇ ਨੇ, ਦੇ ਹੈਵ ਟੂ ਐਕਸਟੈਂਡ देयर ਆਰਮ ਇਨ ਆਰਡਰ ਟੂ ਟੇਕ ਦੈਟ ਰੇਂਜ। ਬਟ ਉਹ ਜਨਰਲ ਫਿਟਨੈਸ 'ਚ ਦੀ ਲੋੜ ਨਹੀਂ ਹੈਗੀ।
ਕੀ ਬੋਲਿਆ ਮੈਂ? ਸਪੈਸੀਫਿਕ ਐਸ ਪਰ ਦਾ ਪਰਸਨ ਡਿਮਾਂਡ। ਬਿਲਕੁਲ ਮੈਂ ਨਹੀਂ ਬੋਲਿਆ ਕਿ ਐਕਸਰਸਾਈਜ਼ ਖਰਾਬ ਹੈਗੀ। ਨਹੀਂ ਨੋ ਐਕਸਰਸਾਈਜ਼ ਇਜ਼ ਗੁੱਡ ਔਰ ਬੈਡ। ਹਰ ਐਕਸਰਸਾਈਜ਼ ਵਿੱਚ ਕੁਛ ਨਾ ਕੁਛ ਬੈਨੀਫਿਟ ਹੈਗਾ ਕਿਸੇ ਲਈ। ਤੁਸੀਂ ਕੀ ਚਾਹੁੰਦੇ ਹੋ ਉਹਦੇ ਨਾਲ, ਉਹ ਮੈਨੂੰ ਦੱਸੋ। ਵਾਟ ਅਬਾਊਟ ਦਾ ਆਰਨੋਲਡ ਪ੍ਰੈਸ ਸਰ? ਸੀ ਆਰਨੋਲਡ ਪ੍ਰੈਸ ਅਗਰ ਤੁਸੀਂ ਦੇਖੋਗੇ, ਆਰਨੋਲਡ ਪ੍ਰੈਸ ਵਿੱਚ ਅਗਰ ਤੁਸੀਂ ਇਸ ਮੂਵਮੈਂਟ ਨੂੰ ਦੇਖੋਗੇ, ਇਸ ਮੂਵਮੈਂਟ ਤੋਂ ਇਸ ਮੂਵਮੈਂਟ ਵਿੱਚ ਜਾਂਦੇ ਹੋਏ ਖਾਲੀ there is a arm rotation which is happening. ਯੈਸ There is no change in the muscle. ਯੈਸ There is no change. तो अगर मैं अपनी मूवमेंट विच अगर जानते हुए मूवमेंट क्रिएट कर रहा वां एक, या मैं अपनी मूवमेंट को स्टेबल करके उसी जगह के ऊपर लै रहा वां, विच वन डू यू प्रेफर एंड मेक इट मोर स्टेबल? केड़ा? सिंपल, to make the stable one, why I am doing this one then? There is no additional benefit of it, क्योंकि कुछ change नहीं हो रहा, nothing is changing. Nothing is changing. My muscle fibers of my anterior deltoid ਜਿਹੜਾ muscle ਹੈ ਉੱਥੇ ਵੀ ਹੋਈ ਹੈ, ਇੱਥੇ ਵੀ ਹੋਈ ਹੈ। ਹਾਂ ਕੁਛ ਚੇਂਜ ਨਹੀਂ ਹੋਇਆ ਹੈ। ਯੈਸ People say ਕਿ ਮੈਂ ਇੱਥੇ ਲਿਆ ਕੇ ਮੈਂ ਆਪਣਾ ਇਹ ਚੇਂਜ ਕਰ ਦਾਂਗਾ। No, nothing has changed. ਕੁਛ ਵੀ ਚੀਜ਼ ਚੇਂਜ ਨਹੀਂ ਹੋਏਗੀ ਇੱਥੋਂ ਤੋਂ ਇੱਥੇ ਲਿਆ ਕੇ। ਮੂਵਮੈਂਟ ਮੈਂ ਅਪਵਰਡ ਹੀ ਕਰਦਾ ਪਿਆ ਵਾਂ। ਕਿਆ ਜਿਹਨੂੰ ਅਸੀਂ ਸ਼ੋਲਡਰ ਦੀ ਅਪਵਰਡ ਵਰਟੀਕਲ ਸ਼ੋਲਡਰ ਫਲੈਕਸ਼ਨ ਬੋਲਦੇ ਹਾਂ, ਉਹ ਕਰਦਾ ਪਿਆ ਵਾਂ, ਜਿਹੜੀ ਕਿ ਇਸ ਜਗ੍ਹਾ ਤੋਂ ਪਲੇਨ ਤੋਂ ਆ ਕੇ ਇਸ ਪਲੇਨ ਦੇ ਉੱਤੇ ਆ ਗਈ ਹੈ। बट देर इज़ नो अदर चेंज। तो मैं ये वाली हरकत क्यों करा? यस वाई टू क्रिएट अनस्टेबिलिटी? मैं एक प्लेन सरफेस के उपर ज़्यादा कंफर्टेबल है चलना कि जी प्लेटफॉर्म हिलदी डुलदी पई है मैं वो चलांगा कि आई विल लूज माई स्ट्रेंथ। ਇਸੇ ਚੀਜ਼ ਤੋਂ ਇੱਕ ਸਟੱਡੀ ਸੀਗੀ, ਇੱਕ ਬੰਦੇ ਨੇ ਆਪਣਾ 1 ਰੈਪ ਮੈਕਸ ਦਿੱਤਾ ਫਲੈਟ ਸਰਫੇਸ ਦੇ ਉੱਤੇ ਐਂਡ ਬਹੁਤ ਵਧੀਆ ਪਰਫਾਰਮ ਕੀਤਾ। ਫਿਰ ਉਹਨੇ ਬੂਜ਼ੋ ਬਾਲ ਦੇ ਉੱਤੇ ਆਪਣਾ ਫਿਰ ਵਿਦ ਲੋਟ ਆਫ ਸਪੋਰਟਰ ਦਿੱਤਾ 50%। आएगा लेस देन 50% आ जाएगा बिकॉज दैट्स अनस्टेबल प्रोफिट। ਬਿਲਕੁਲ। इज इट इनकरेक्ट? नो, आई डिड नॉट से। ਉਹ ਕਹਿੰਦਾ ਕਿ ਠੀਕ ਆ, ਯੂ ਲੁੱਕ ਗੁੱਡ ਇਨ ਦ ਜਿਮ, ਤੁਹਾਡੀ ਪਤਾ ਨਹੀਂ ਕਿਹੜੀ ਹੁੰਦੀ ਹੋਏਗੀ ਬਟ ਤੁਹਾਡਾ ਜਿਹੜਾ ਮੇਨ ਪਰਪਸ ਹੈ ਜਿਮ ਜਾਣ ਦਾ ਉਹ ਨਹੀਂ ਪੂਰਾ ਹੋ ਰਿਹਾ। पूरा सिंपल, we live in a stable surface, we live in a stable platform। ਅਸੀਂ ਪੂਰੀ ਜ਼ਿੰਦਗੀ ਸਟੇਬਲ ਤੇ ਰਹਿੰਦੇ। ਯੈਸ ਮੈਂ ਅਨਸਟੇਬਲ ਕਿਉਂ ਹਾਂ? ਯੈਸ Why do I have to mimic myself with an unstable surface to increase the core involvement? My core involvement में आएगी मैं फोर्स जनरेट करता पाया वां, उन्हें ਜਿਹੜੇ ਛੋਟੇ ਮੋਟੇ ਮਸਲੇ ਸਭ ਨੂੰ ਰਿਕਰੂਟ ਕਰ ਦੇਣਾ ਹੈਗਾ। ਮੈਨੂੰ ਕਰੈਕਟ ਮੀ ਇਫ ਆਮ ਰੋਂਗ ਸਰ, ਜਦੋਂ ਆਪਾਂ ਬਹੁਤ ਜ਼ਿਆਦਾ ਵੀਡੀਓਜ਼ ਦੇਖਦੇ ਨਾ 10 ਮਿੰਟਸ ਫੈਟ ਬਰਨਰ ਐਬਸ ਐਕਸਰਸਾਈਜ਼ਸ ਫॉर योर ਕੋਰ, ਲਗਾਤਾਰ ਤੁਸੀਂ ਕੋਰ ਲਈ ਐਕਸਰਸਾਈਜ਼ ਕਰਦੇ ਪਏ ਹੈਗੇ ਹੋ, ਬਰਨ ਕਰਦੇ ਪਏ ਹੈਗੇ ਹੋ, ਉਹ ਕੋਈ ਬੈਨੀਫੀਸ਼ੀਅਲ ਹੈਗਾ ਆ ਕਿ ਆਪਾਂ ਆਲਰੇਡੀ? See, there was a research on this thing कि spot reduction possible है कि नहीं है। So it is not entirely incorrect also। ਐਵੇਂ ਨਹੀਂ ਹੈਗਾ ਕਿ the oxidation ਹੋ ਜਾਂਦੀ ਹੈ। ਸਪੋਜ਼ ਕਰੋ ਤੁਸੀਂ ਬਹੁਤ ਜ਼ਿਆਦਾ abdominal with repetition ਬਹੁਤ ਜ਼ਿਆਦਾ ਕੀਤੀ ਹੋਈ ਹੈ ਉਸ ਜਗ੍ਹਾ ਤੇ ਵਿੱਚ blood flow ਬਹੁਤ ਅੱਛਾ, ਉਸ ਤੋਂ ਬਾਅਦ ਤੁਸੀਂ immediately cardio ਕੀਤਾ ਉਹਦੇ ਨਾਲ ਹੀ, then a fat oxidation comes into play in that particular process and you get a mild benefit out of it कि हाँ भी है, but it's not a bigger terms to be called it as। ਤੁਹਾਡੀ ਗੱਲ ਫਿਰ ਤੋਂ ਸਾਡੇ ਐਫਰਟਸ ਬਹੁਤ ਜ਼ਿਆਦਾ ਨੇ, ਆਊਟਪੁੱਟ ਘੱਟ ਆ। करेक्ट। सो ਉਹ ਹੈ ਨਹੀਂ ਕਿ ਮੈਂ ਬੋਲ ਰਿਹਾ ਕਿ ਨਹੀਂ ਆ, yes it is there but it is not ਕਿ ਮੈਂ ਬੋਲਾਂ ਕਿ ਤੁਸੀਂ ਇਹ ਕਰੋ ਤੇ ਉਹ ਹੋ ਹੀ ਜਾਏਗਾ। ਇਟਸ ਨਾਟ। ਜਿਵੇਂ ਅਸੀਂ ਸਰਕਟ ਟ੍ਰੇਨਿੰਗ ਲੈਂਦੇ ਹਾਂ, ਸਰਕਟ ਟ੍ਰੇਨਿੰਗ ਪੂਰੀ ਬੋਡੀ ਦੀ ਟ੍ਰੇਨ ਕਰਦੇ ਹਾਂ, ਫਿਰ ਅਸੀਂ ਕਾਰਡੀਓ ਕਰਦੇ ਹਾਂ, ਤਾਂ ਇਟ ਮੀਨਸ ਵੀ ਬਰਨ ਓਵਰਆਲ ਵਿਦ ਦਿਸ ਥਿੰਗ, ਸੋ ਇਟ ਵਿਨ ਵੀ ਆਰ ਬਰਨਿੰਗ। ਬਟ ਅਸੀਂ ਜਦੋਂ ਐਕਸਰਸਾਈਜ਼ ਕਰਦੇ ਹਾਂ ਸਾਡਾ ਫੇਸ ਦਾ ਫੈਟ ਵੀ ਘੱਟ ਜਾਂਦਾ ਹੈ। ਯੈਸ ਅਸੀਂ ਉਹਦੀ ਤਾਂ ਟ੍ਰੇਨਿੰਗ ਕੀਤੀ ਨਹੀਂ, ਹਾਂ, ਬਟ ਉਹ ਵੀ ਗਿਰ ਜਾਂਦਾ ਹੈਗਾ। ਸੋ ਦ ਏਰੀਆਜ਼ ਵਿਚ हैज़ मोर फैट परसेंटेज, जी बॉडी में सब तो ज़्यादा फैट परसेंटेज है, वो सब तो आखिरी तक विजिबल होएगा, जिद घट है वो सब तो पहले विजिबल हो जाएगी। दिस इज़ वॉट द होल गेम इज। सो ट्रेन द मसल विद द इंटेंशन टू मेक इट स्ट्रॉन्ग रादर दैन बर्न कैलरीज। कोई भी एक्सरसाइज नू कैलरीज बर्न करने दा टूल नहीं बनाओ, दैट्स नॉट फॉर दैट। एक्सरसाइज इज मेंट कि तुसी उदों करके स्ट्रोंग बनो, उन्होंने ग्रो करो, वो कैलरीज बर्न करने का टूल नहीं है। ओके, ये हटा दो। लोग की बोलते हैं मोटा हो गया तो जिम चला जा, पतला हो गया तो तू तेनू जिम जाने की लोड़ है, तू तो माड़ा हो जाएगा। और खाली मोटे बंदे नू एग्जीक्यूट किया जाता है कि जा जरा जिम जुम जाया कर। व्हाट इज दिस? जिम इज नॉट अ प्लेस वेयर यू लूज वेट, जिम इज अ प्लेस वेयर यू गेट स्ट्रोंग। ਸਕੂਲ ਉਹ ਵਾਲੀ ਜਗ੍ਹਾ ਹੈ ਜਿੱਥੇ ਤੁਸੀਂ ਐਜੂਕੇਟ ਹੁੰਦੇ ਹੈਗੇ ਹੋ, ਪੈਸੇ ਨਹੀਂ ਕਮਾਉਂਦੇ। ਹਾਂ, ਪੈਸੇ ਬਾਹਰ ਆ ਕੇ ਕਮਾਉਂਦੇ। ਉਸ ਤੋਂ ਬਾਅਦ ਤੁਸੀਂ ਪੂਰਾ ਦਿਨ ਕੀ ਕਰਦੇ ਹੋ ਉਸ ਪੜ੍ਹਾਈ ਦੇ ਨਾਲ?
ਉਹ ਜਿਮ ਇਹੋ ਜਿਹੀ ਜਗ੍ਹਾ ਹੈ ਜਿੱਥੇ ਤੁਸੀਂ ਆਪਣੀ ਬੋਡੀ ਨੂੰ ਸਟਰੋਂਗ ਬਣਾਉਂਦੇ ਹੈਗੇ ਹੋ, ਕੈਪੇਬਲ ਬਣਾਉਂਦੇ ਹੈਗੇ ਹੋ। ਤੁਸੀਂ ਪੂਰਾ ਦਿਨ ਕੀ ਕਰਦੇ ਹੋ ਉਹ ਡਿਸਾਈਡ ਕਰੇਗਾ ਵੈਦਰ ਤੁਸੀਂ ਮੋਟੇ ਹੈਗੇ ਜਾਂ ਪਤਲੇ ਹੈਗੇ ਹੋ। ਜਿਮ ਡਿਸਾਈਡ ਨਹੀਂ ਕਰਦਾ। ਟਰੂ ਬਾਈ। ਤੇ ਇਹ ਮਿਥ ਨੂੰ ਬਾਹਰ ਕੱਢਣਾ ਬੜਾ ਜ਼ਰੂਰੀ ਹੈਗਾ। ਔਰ ਮੇਰੀ ਰਿਕੁਐਸਟ ਹੈ ਸਾਰਿਆਂ ਨੂੰ ਕਿ ਸਾਰੇ ਦੇ ਸਾਰੇ ਪੀਪਲ ਫਰੋਮ 10 years till 90 years ਜੋ ਤੁਸੀਂ ਅਗਰ ਹੈਗੇ ਹੋ, ਪਲੀਜ਼ ਮੇਕ ਸ਼ੋਰ ਦੈਟ ਸਟਾਰਟ ਵਿਜ਼ਿਟਿੰਗ ਅ ਜਿਮ। ਔਰ ਜਿਮ ਮੇਰੀ ਬੜੀ ਗੁਜ਼ਾਰਿਸ਼ ਹੈ ਸਾਰਿਆਂ ਲਈ। ਮੈਨੂੰ ਜਿਮ ਵਾਲੇ ਕ੍ਰੈਡਿਟ ਨਹੀਂ ਦਿੰਦੇ ਇਸ ਚੀਜ਼ ਲਈ, ਬਟ ਆਈ ਪ੍ਰਮੋਟ ਲੋਟ ਆਫ ਅ ਜਿਮ। ਮੈਨੂੰ ਕੋਈ ਵੀ ਨਹੀਂ, ਮੈਨੂੰ ਇਹ ਲੱਗਦਾ ਹੈ ਮੈਨੂੰ ਸਾਰੇ ਨਾ ਕ੍ਰਿਟਿਸਾਈਜ਼ ਕਰਦੇ ਨੇ ਜਿਮ ਵਾਲੇ, ਕਿਉਂਕਿ ਮੇਰੇ ਸਾਰੇ ਮੈਂਬਰਸ ਜਿਮ ਵਿੱਚ ਹੈਗੇ ਨੇ ਤੇ ਉਹ ਟੀਮ ਉਮਿੰਦਰ ਨੂੰ ਬੁਰਾ ਮੰਨਦੇ ਹੈਗੇ ਨੇ। ਬਟ ਮੈਂ ਜਿੰਨਾ ਪ੍ਰਮੋਟ ਜਿਮ ਨੂੰ ਕਰਦਾ ਵਾਂ ਕੋਈ ਵੀ ਨਹੀਂ ਕਰਦਾ ਹੋਏਗਾ ਆਈ ਥਿੰਕ। ਐਂਡ ਇਟ ਇਜ਼ ਮਾਈ ਰਿਕੁਐਸਟ, ਆਪਣੀ ਜਿਮ ਦੀ ਮੈਂਬਰਸ਼ਿਪ ਹਮੇਸ਼ਾ ਔਨ ਰੱਖੋ। ਤੁਸੀਂ 1 ਮਹੀਨਾ ਨਹੀਂ ਖਾਓਗੇ, 2 ਮਹੀਨੇ ਨਹੀਂ ਜਾਓਗੇ, ਬਟ ਜਾਣਾ ਤਾਂ ਜ਼ਰੂਰੀ ਹੈ, ਮੈਂਡੇਟਰੀ ਹੈ। ਜਿਵੇਂ ਸਕੂਲ 10 ਸਾਲ ਬਿਤਾਉਂਦੇ ਹੋ, ਐਵੇਂ ਜਿਮ ਦੇ ਅੰਦਰ ਤੁਸੀਂ ਬਿਤਾਣੇ ਹੈ ਪੂਰਾ ਜ਼ਿੰਦਗੀ। ਯੂ ਹੈਵ, ਉਹ ਮੈਂਬਰਸ਼ਿਪ ਤੁਹਾਡੀ ਹਮੇਸ਼ਾ ਔਨ ਰਹਿਣੀ ਚਾਹੀਦੀ। ਇਸ ਲਈ ਮੈਂ ਜਿਮ ਇਸ ਲਈ ਬੋਲਦਾ ਪਿਆ ਮੈਂ ਬਿਕੋਜ਼ ਜਿਮ ਇਜ਼ ਦ ਸੇਫੈਸਟ ਪਲੇਸ ਟੂ ਡੂ ਐਕਸਰਸਾਈਜ਼। ਯੈਸ। ਉਹੀ ਵਾਲੀ ਐਕਸਰਸਾਈਜ਼ ਤੁਸੀਂ ਘਰ ਵਿੱਚ ਕਰ ਸਕਦੇ ਹੋ, ਬਟ ਉਹ ਤੁਹਾਨੂੰ ਸੈਟਅਪ ਕਰਨਾ ਪਏਗਾ ਘਰ ਦੇ ਵਿੱਚ। ਪਰ ਜਿਮ ਵਿੱਚ ਇੱਕ ਮਸ਼ੀਨ ਲੱਗੀ ਹੋਈ ਹੈ, ਉਹਦੇ ਉੱਤੇ ਤੁਸੀਂ ਬਹਿਣਾ ਹੈ, ਉਹ ਆਟੋਮੈਟਿਕਲੀ ਤਿਆਰ ਹੈ, ਤੁਸੀਂ ਪੁਸ਼ ਪੁੱਲ ਕਰਨਾ ਹੈ ਤੇ ਤੁਸੀਂ ਉਹਦਾ ਬੈਨੀਫਿਟ ਲੈ ਪਾਓਗੇ। ਉਸ ਤੋਂ ਬਾਅਦ ਤੁਸੀਂ ਜੋ ਮਰਜ਼ੀ ਕਰਨਾ, ਘਰ ਵਿੱਚ ਪੜ੍ਹਾਈ ਕਰਨੀ ਹੈ ਘਰ ਵਿੱਚ ਕਰ ਲਓ, ਕੋਈ ਗੱਲ ਨਹੀਂ ਹੈ। ਬਟ ਬੇਸਿਕ ਫਾਊਂਡੇਸ਼ਨ ਤੁਸੀਂ ਇੱਕ ਸਟੇਬਲ ਪਲੇਟਫਾਰਮ ਵਿੱਚ ਲਓਗੇ ਤੇ ਤੁਹਾਨੂੰ ਅੱਛਾ ਲੱਗੇਗਾ, ਤੁਸੀਂ ਪ੍ਰੋਗਰੈਸ ਕਰੋਗੇ। ਅਮਿੰਦਰ ਸਰ, ਜੇ ਤੁਹਾਡੇ ਕੋਲ ਸਿਰਫ 10 ਐਕਸਰਸਾਈਜ਼ਸ ਬਚੀਆਂ ਹੋਣ ਫॉर ਦ ਰੈਸਟ ਆਫ ਯੋਰ ਲਾਈਫ, ਤੇ ਤੁਸੀਂ ਆਪਣੀ ਮੈਕਸਿਮਮ ਮਸਲ ਗੇਨ ਕਰਨੀ ਆ ਤੇ ਫੈਟ ਲਾਸ 'ਚ ਰਹਿਣਾ ਆ, ਤਾਂ ਤੁਸੀਂ ਉਹ ਕਿਹੜੀਆਂ 10 ਐਕਸਰਸਾਈਜ਼ ਚੂਜ਼ ਕਰੋਗੇ ਐਂਡ ਕਿਉਂ? ਹਰ ਇੱਕ ਮਸਲ ਗਰੁੱਪ ਦੀ ਲੈ ਲੈਂਦੇ ਹਾਂ, ਸਪੋਜ਼ ਕਰੋ। ਆਉਂਦੋ ਸਰ, ਆਈ ਐਮ ਵੈਰੀ ਐਕਸਾਈਟਡ ਫॉर ਦਿਸ, ਵੈਰੀ ਐਕਸਾਈਟਡ। ਤੇ ਆਈ ਵਿਲ ਚੂਜ਼ ਅ 30 degree ਐਂਗਲ ਆਫ ਚੈਸਟ ਪ੍ਰੈਸ, ਉਹ ਥੱਲੇ ਡੰਬਲ ਪ੍ਰੈਸ, ਪਲੇਟ ਰੱਖ ਕੇ ਕੁਝ ਵੀ ਸਮਥਿੰਗ ਨੋਟ ਫਲੈਟ ਤੋਂ ਥੋੜਾ ਜਿਹਾ ਉੱਪਰ 30 degree ਦੇ ਉੱਪਰ ਮੈਂ ਲਵਾਂਗਾ, ਕਿਉਂਕਿ ਮੇਰਾ ਸ਼ੋਲਡਰ ਉਸ ਜਗ੍ਹਾ ਦੇ ਉੱਤੇ ਸਭ ਤੋਂ ਸੇਫੈਸਟ ਕੰਡੀਸ਼ਨ ਵਿੱਚ ਹੁੰਦਾ ਹੈ ਤੇ ਮੇਰਾ ਚੈਸਟ ਫਾਈਬਰਸ ਸਾਰਾ ਯੂਜ਼ ਹੋ ਰਿਹਾ ਹੁੰਦਾ ਹੈ। ਓਕੇ, ਦਿਸ ਇਜ਼ 1, ਠੀਕ ਹੈ। ਕਿਉਂਕਿ ਮੇਰਾ ਚੈਸਟ ਦਾ ਮਸਲ ਫੁਲੀ ਕੰਟਰੈਕਟਡ ਪੋਜੀਸ਼ਨ ਦੇ ਉੱਪਰ ਲੋਡਡ ਨਹੀਂ ਹੁੰਦਾ ਹੈ, ਤਾਂ ਮੈਂ ਇੱਕ ਇਹੋ ਜਿਹੀ ਐਕਸਰਸਾਈਜ਼ ਫਲਾਈ ਦੇ ਉੱਪਰ ਲਵਾਂਗਾ, ਪ੍ਰੈਸ ਦੇ ਉੱਪਰ, ਪੁਲੀ ਦੇ ਉੱਪਰ ਲਵਾਂਗਾ, ਜਿਹੜਾ ਕਿ ਮੇਰੀ ਉਹ ਲੋਡਡ ਕੰਡੀਸ਼ਨ ਫੁਲੀ ਕੰਟਰੈਕਟਡ ਦੇ ਉੱਤੇ ਥੋੜਾ ਜਿਹਾ ਲੋਡ ਪਾ ਦੇ, ਜਿਹੜਾ ਕਿ ਡੰਬਲ ਪ੍ਰੈਸ ਤੇ ਨਹੀਂ ਹੁੰਦਾ। ਓਕੇ, ਸੋ ਦਿਸ ਕ੍ਰਾਸ ਕੇਬਲ ਇਜ਼ ਅ ਬਲੰਡਰ। ਓਕੇ, ਮੈਂ ਉਹਦੇ ਉੱਤੇ ਨਹੀਂ ਜਾਣਾ ਚਾਹੁੰਦਾ, ਬਟ ਆਈ ਵਿਲ ਨਾਟ ਸੇ ਬਲੰਡਰ, ਪਰ ਕ੍ਰਾਸਓਵਰ ਪ੍ਰੈਸ ਬੇਸਿਕਲੀ ਇੱਕ ਸਭ ਤੋਂ ਘੱਟ ਬੈਨੀਫਿਟਡ ਐਕਸਰਸਾਈਜ਼ ਹੈ ਚੈਸਟ ਦੀ। ਓਕੇ, ਕਿਉਂ ਹੈ ਉਹ ਮੈਂ ਨਹੀਂ ਦੱਸਾਂਗਾ, ਉਹਦੇ ਲਈ ਤੁਹਾਡੀ ਟੀਮ ਮੈਂਬਰ ਨੇ ਉਹਦੇ ਲਈ ਫਿਟ ਪਾਠਸ਼ਾਲਾ ਜੁਆਇਨ ਕਰਨਾ ਪਏਗਾ। ਓਕੇ, ਦੈਟ ਇਜ਼ ਅ ਟੈਕਨੀਕਲ ਥਿੰਗ ਨਾਓ। ਓਕੇ, ਠੀਕ ਹੈ। ਗॉट इट। ਨੋਰਮਲ ਡੰਬਲ ਪ੍ਰੈਸ ਦੇ ਉੱਪਰ, ਸਟੇਬਲ ਕੰਡੀਸ਼ਨ ਦੇ ਉੱਪਰ, ਫਲੈਟ ਬੈਂਚ ਇਨਕਲਾਈਨ ਵਰਟੀਕਲ ਪ੍ਰੈਸ ਜਿਹਨੂੰ ਬੋਲਦੇ ਆ, ਉਹ ਕ੍ਰਾਸਓਵਰ ਦੇ ਉੱਪਰ ਮਸ਼ੀਨ ਦੇ ਉੱਪਰ ਪ੍ਰੈਸ ਕਰਾਂਗੇ। ਦੈਟ ਇਜ਼ 1 second exercise which I like to do. Okay sir. Third which I like to do is upper seated rowing, which is ਥੋੜਾ ਜਿਹਾ ਘੱਟ chin-ups ਤੋਂ। Okay. To make it again ਮੇਰਾ shoulder safe, pull-ups ਮੇਰੀ fully range ਦੇ ਉੱਪਰ ਹੁੰਦੀ ਹੈ, ਉਹ ਥੋੜੀ ਜਿਹੀ ਅੱਗੇ ਹੁੰਦੀ ਹੈ, ਬਟ ਲੈਟ ਦਾ ਮਸਲ ਪੂਰਾ ਐਕਟੀਵੇਟਡ ਹੁੰਦਾ ਉਹਦੇ 'ਚ ਨਾਈਸਲੀ। I don't need to do any other exercise for back. One exercise will cover up that entire thing. Okay. Then if I really wish to do, because people love arms, so arms which if you ask me, slightly incline angle de upar dumbbell curls, that's it. Okay, and slightly bended action de upar pulley push down. Okay, please. Why? Slightly bended ਦੇ ਉੱਪਰ ਕੀ ਹੈਗਾ ਕਿ ਤੁਹਾਡਾ ਜਿਹੜਾ ਟ੍ਰਾਈਸੈਪ ਦਾ ਲੌਂਗ ਹੈਡ ਹੈਗਾ ਉਹ ਆਪਣੀ ਫੁੱਲੀ ਸਟਰੋਂਗਰ ਪੋਜੀਸ਼ਨ ਦੇ ਉੱਪਰ ਆ ਜਾਂਦਾ ਹੈ। ਅਦਰਵਾਈਜ਼ ਅਸੀਂ ਐਲਬੋ ਹੀ ਬੈਂਡ ਕਰਦੇ ਪਏ ਹਾਂ ਜੀ। ਅਗਰ ਮੈਂ ਐਲਬੋ ਨੂੰ ਅੱਗੇ ਜਾਂ ਪਿੱਛੇ ਪਾ ਰਿਹਾ ਹਾਂ, ਇਟ ਮੀਨਸ ਮੈਂ ਆਪਣੇ ਲੌਂਗ ਹੈਡ ਨੂੰ ਲੰਬਾ ਜਾਂ ਛੋਟਾ ਕਰਦਾ ਪਿਆ ਹਾਂ।
द ट्राइसेप मूवमेंट मीन्स एल्बो एक्सटेंशन। मैं ਅੱਗੇ ਲੈ ਕੇ ਗਿਆ ਵਾਂ ਇਸ ਲਈ ਤਾਂ ਕਿ ਮੇਰਾ ਲੌਂਗ ਹੈਡ ਇੱਕ ਸਟਰੋਂਗਰ ਪੋਜੀਸ਼ਨ ਦੇ ਉੱਤੇ ਪਹੁੰਚ ਜਾਏ ਤੇ ਮੈਂ ਐਲਬੋ ਐਕਸਟੈਂਸ਼ਨ ਕਰਾਂ ਉਸ ਜਗ੍ਹਾ ਦੇ ਉੱਤੇ ਜਿੱਥੇ ਸਾਰੇ ਮੇਰੇ ਹੈਡ ਅੱਛੀ ਤਰ੍ਹਾਂ ਟ੍ਰੇਨ ਹੋਣ। Okay. And then I'll choose one of the most safest exercises. Either I'll choose a leg press or a squats, because squats, why I say it, squats mimics with our action on a day routine. ਅਸੀਂ ਪੂਰਾ ਦਿਨ ਉੱਠਦੇ ਬੈਠਦੇ ਜਿਹੜਾ ਹੈ ਉਹ squats ਹੀ ਕਰਦੇ ਹਾਂ। Barbell squat, front, back. Back, always, I prefer always back, because front ਦੇ ਉੱਪਰ ਕੀ ਹੈਗਾ, you get too much uncomfortable with your shoulders to keep it. Yes. ਸੋ ਬੈਕ ਸ਼ੋਲਡਰ ਦੇ ਉੱਪਰ ਆਰਾਮ ਨਾਲ ਸquats ਦੀ ਪੋਜੀਸ਼ਨ ਦੇ ਉੱਪਰ ਮੈਂ squats ਕਰਾਂਗਾ ਐਸ ਪਰ ਮਾਈ ਐਬਿਲਿਟੀ। Okay. ਲੈਗ ਪ੍ਰੈਸ ਵਿੱਚ ਹਾਫ ਮੂਵਮੈਂਟ ਹੁੰਦੀ ਹੈ squats ਦੀ, ਜੀ। ਪੂਰੀ ਮੂਵਮੈਂਟ ਨਹੀਂ ਹੋ ਪਾਉਂਦੀ। ਸੋ ਇਸ ਲਈ ਆਈ ਚੂਜ਼ ਓਨਲੀ ਅ squats in that particular level and one leg curl machine which is going to be there. Lying leg curl. Lying anyway, because in any it has to it work, ਹਰ ਇੱਕ exercise ਹਰ machine ਵਿੱਚ different angle ਵਿੱਚ use ਹੁੰਦਾ ਹੈ। ਕੋਈ ਵੀ leg curl. ਕੋਈ ਵੀ ਇੱਕ one leg curl, ਮੈਂ I have my sitting leg curl which is a easier and a lengther version of training it, Yes. ਜਿਹਦੇ ਵਿੱਚ ਮੇਰਾ ਜਿਹੜਾ ਹੈਮਸ ਹੈ ਉਹ ਪੂਰਾ ਲੈਂਥਨ ਪੋਜੀਸ਼ਨ ਦੇ ਉੱਪਰ ਕੰਟਰੈਕਸ਼ਨ ਵਿੱਚ ਪਲੇ ਕਰਦਾ ਹੈ। ਅਗੇਨ ਸੇਮ ਕਰ ਕੀ ਰਿਹਾ ਵਾਂ, ਲੈਗ ਕਰਲ। ਆਈ ਐਮ ਡੂਇੰਗ ਨੀ ਫਲੈਕਸ਼ਨ ਕਰਦਾ ਪਿਆ ਵਾਂ ਤੇ ਇਟ ਮੀਨਸ ਮੈਂ ਆਪਣੇ ਜਿਵੇਂ ਮੈਂ ਐਲਬੋ ਨੂੰ ਟ੍ਰਾਈਸੈਪ ਐਕਸਟੈਂਸ਼ਨ ਕਰਦਾ ਪਿਆ ਸੀਗਾ, ਅੱਗੇ ਪਿੱਛੇ ਮੇਰਾ ਡਿਸਾਈਡ ਕਰੇਗਾ ਕਿ ਮੇਰਾ ਲੈਂਥਨਿੰਗ ਤੇ ਸ਼ਾਰਟਨਿੰਗ ਹੋ ਰਿਹਾ ਹੈ। Okay. ਐਵੇਂ ਮੇਰਾ ਜਿਹੜਾ ਲੈਗ ਕਰਲ ਹੈਗਾ ਉਹਦੇ ਜਿੰਨੇ ਵੀ ਮਸਲ ਹੈਗੇ ਨੇ ਸਾਰੇ ਹਿਪ ਦੇ ਨਾਲ ਅਟੈਚਡ ਹੁੰਦੇ ਨੇ ਤੇ ਮੇਰੀ ਹਿਪ ਦੀ ਮੂਵਮੈਂਟ ਕੋਈ ਵੀ ਹੈ ਉਹ ਡਿਸਾਈਡ ਕਰੇਗੀ ਕਿ ਮੇਰਾ ਸਟਾਰਟਿੰਗ ਪੋਜੀਸ਼ਨ ਹੈਮਸਟ੍ਰਿੰਗ ਦਾ ਲੈਂਥਨਿੰਗ ਹੈ ਕਿ ਸ਼ਾਰਟਨਿੰਗ ਹੈ। ਤੇ ਇਸ ਲੈਂਥਨਿੰਗ ਵਿੱਚ ਉੱਪਰ ਪਾ ਕੇ ਮੈਂ ਲੈਗ ਕਰਲ ਕਰਾਂਗਾ, ਜਿਹੜਾ ਮੈਨੂੰ ਹੈ ਜਿਹੜਾ ਲਾਈਂਗ ਵਾਲਾ ਹੈ ਉਹ ਸ਼ਾਰਟਨਿੰਗ ਵਾਲਾ ਹੈ। Okay. ਤੇ ਮੈਂ ਲੈਂਥਨਿੰਗ ਵਾਲਾ ਕਰਾਂਗਾ। ਲੈਂਥਨਿੰਗ ਵਾਲੇ ਦੇ ਉੱਤੇ ਮੈਂ ਕਰਕੇ ਆਈ'll do it and I finish it. These are the exercises. If I want to do it, I will do it. Else of that thing, I don't need any Shoulder. exercise. It covers in the chest exercises. It covers in the chest exercises because chest, in doing a chest exercise, your shoulder is also a part of it. ਉਹ ਉਹਦਾ part ਹੈਗਾ। Lateral head, rear head ਜਾਂ ਆਪਾਂ Back ਵਿੱਚ use ਹੋ ਜਾਂਦਾ ਹੈਗਾ। core. Again, squats ਵਿੱਚ use ਹੋ ਜਾਂਦਾ। You have sir 3-4 exercises left. Just add some. मतलब अगर अगर add करनी, मैं core कभी कितना ही नहीं है। Okay. I have never trained my crunch. I have never done it. ठीक है। एक बहुत अच्छी exercise अगर मैंने add करनी है, which is should be a part for everyone, is spinal extension ਜਿਹਨੂੰ ਬੋਲਦੇ ਨੇ, curve ਕਰਕੇ ਉੱਠਣਾ। Okay. Deadlift position ਦੇ ਉੱਪਰ, cartweight ਦੇ ਉੱਪਰ spine ਨੂੰ curve ਕਰਕੇ ਉੱਪਰ ਉੱਠਣਾ is spinal extension basically, ਜਿਹੜਾ ਕਿ ਮੇਰੇ lower back ਦੇ ਜਿਹੜੇ muscles ਹੈਗੇ ਨੇ ਉਹਨੂੰ ਪੂਰਾ strengthen ਕਰਦਾ ਹੈ। ਤੁਹਾਡੀ ਵੀਡੀਓ ਹੈ ਇਹਦੇ ਤੇ ਕੋਈ? Yes, we have video of that also. We have video. ਮੈਂ ਉਹਨੂੰ ਜ਼ਰੂਰ ਸ਼ੋਅ ਕਰਾਂਗਾ। ਯੈਸ, ਉਹ ਸਪਾਈਨਲ ਐਕਸਟੈਂਸ਼ਨ ਹੈਗੀ ਹੈ ਬੇਸਿਕਲੀ, ਜਿਹੜੇ ਕਿ ਬੋਸੂ ਬੋਲ ਦੇ ਉੱਪਰ ਵੀ ਕੀਤੀ ਜਾਂਦੀ ਹੈਗੀ ਹੈ, ਬੈਕ ਐਕਸਟੈਂਸ਼ਨ ਕੀ ਜਾਂਦੀ ਹੈਗੀ ਹੈ, ਉਹ ਐਕਸਰਸਾਈਜ਼ ਦੇ ਵਿੱਚ ਵੀ ਉੱਤੇ ਕੀਤੀ ਜਾਂਦੀ ਹੈਗੀ ਹੈ। ਸੋ ਯੂ ਕੈਨ ਡੂ ਦੈਟ ਵਨ ਐਕਸਰਸਾਈਜ਼ ਵਿਚ ਇਜ਼ prime for everyone, and that covers all muscle group that you can think of. All muscle group. We cover everything in these all. Our glutes is covered, hams is covered, quads is covered, Calves back is covered. Calf, you do a walk through an activity is all covered. 10 ਸਟੈਪ ਕਾਤੋਂ ਕੰਮ ਹੋ ਰਿਹਾ ਹੈ। ਕਦੋਂ ਕੰਮ ਆਣ ਕੇ that one muscle ਤੇਰਾ use ਹੋ ਰਿਹਾ walk ਵਿੱਚ ਹੀ ਕੋਈ muscle ਤਾਂ ਹੈਗਾ ਜਿਹੜਾ use ਕਰਦਾ ਹੈਗਾ, calf ਦਾ muscle. Yes sir. That's why you will see ਜਿੰਨੇ ਵੀ ਬੰਦੇ ਮੋਟੇ ਹੁੰਦੇ ਨੇ ਉਹਨਾਂ ਦੇ ਪਿੰਨੀਆਂ ਬੜੀਆਂ ਵਧੀਆ ਹੁੰਦੀਆਂ ਹੈਗੀਆਂ। Because they are walking. They are walking through all day. Oh wow sir. So we cover each and every exercise of this thing. One exercise which is lateral raises. Yes. Because middle deltoid ਹੋਰ ਕਿਸੇ exercise ਵਿੱਚ use ਹੀ ਨਹੀਂ ਹੁੰਦੀ, ਉਹਦੀ ਇੱਕੋ ਹੀ exercise ਹੈਗੀ ਹੈ which is lateral raises. And ਤੁਹਾਡਾ ਬਹੁਤ confusion ਹੁੰਦੀ ਹੈ angle ਦੀ। Like some people do like this and I used to do like ਥੋੜਾ For lateral raises, ਹਾਂਜੀ। for lateral raises ਦਾ ਜਿਹੜਾ middle deltoid ਹੈਗਾ, ਹਰ ਬੰਦੇ ਦੀ ਉਹਦੀ insertion ਤੇ origin ਦਾ ਜਿਹੜਾ ਜਗ੍ਹਾ ਹੈਗੀ ਹੈ ਉਹ ਕਈਆਂ ਦੀ ਥੋੜੀ ਜਿਹੀ ਅੱਗੇ ਹੁੰਦੀ ਹੈ, ਕਈਆਂ ਦੀ ਥੋੜੀ ਜਿਹੀ ਪਿੱਛੇ ਹੁੰਦੀ ਹੈ। Okay. So mostly it is little on the back side. So ਅਗਰ ਮੈਂ lateral raises ਕਰਦਾ ਪਿਆ ਵਾਂ ਤੇ ਜਿਹੜਾ ਮੇਰਾ shoulder ਦਾ middle deltoid ਹੈ ਥੋੜਾ ਜਿਹਾ ਅਗਰ ਪਿੱਛੇ ਹੋਏਗਾ ਤੇ your force will not align with that muscle fibers. Okay. ਤੇ ਉਹਨੂੰ align ਕਰਨ ਲਈ ਅਗਰ ਹਲਕਾ ਜਿਹਾ ਅਸੀਂ bend ਕਰ ਜਾਂਦੇ ਹਾਂ ਅੱਗੇ ਨੂੰ ਤੇ ਉਹ ਵਾਲਾ ਮਸਲ ਮੇਰੇ force ਦੇ ਨਾਲ align ਕਰ ਜਾਏਗਾ। ਕਿਆ ਸਤਨ।
And once it is aligned, it is optimally going to be used along with that. क्यों ਅਸੀਂ ਕਰਦੇ ਹਾਂ ਸਾਰੀ ਐਕਸਰਸਾਈਜ਼ ਕਿਵੇਂ ਕਰਦੇ ਹਾਂ? We align the muscle fibers with the force ਨਾ ਹਰ ਇੱਕ ਐਕਸਰਸਾਈਜ਼ ਐਵੇਂ ਕਰਦੇ ਹਾਂ. ਚੈਸਟ ਤੇ ਮਸਲ ਫਾਈਬਰਸ ਦੀ ਡਾਇਰੈਕਸ਼ਨ ਦੇ ਉੱਪਰ ਫੋਰਸ ਅਪਲਾਈ ਕਰਦੇ ਹਾਂ. ਯੈਸ ਯੈਸ ਐਵੇਂ ਇਹਦੀ ਜਿਹੜੀ ਮਸਲ ਦੀ ਫਾਈਬਰਸ ਡਾਇਰੈਕਸ਼ਨ ਹੈਗੀ ਹੈ ਉਹ ਅਗਰ ਇਹਦੇ ਨਾਲ ਅਲਾਈਨ ਹੋ ਜਾਂਦੀਆਂ ਹੈ, ਦੇ ਆਰ ਗੋਇੰਗ ਟੂ ਬੀ ਯੂਜ਼ਡ ਆਪਟੀਮਲੀ. ਇਹ ਨਹੀਂ ਮੈਂ ਬੋਲ ਰਿਹਾ ਕਿ ਇਹਦੇ ਵਿੱਚ ਯੂਜ਼ ਨਹੀਂ ਹੋਏਗਾ, ਮੈਂ ਬੋਲ ਰਿਹਾ ਆਪਟੀਮਲੀ. ਤੁਸੀਂ ਸਿੱਧਾ ਰੱਖ ਕੇ ਕਰੋ, ਕੋਈ ਪ੍ਰੋਬਲਮ ਨਹੀਂ ਹੈ. ਮੈਂ ਵੀ ਟਾਕਿੰਗ ਅਬਾਊਟ ਆਪਟੀਮਲੀ. ਆਪਟੀਮਲ ਐਂਡ ਸੇਮ ਗੋਸ ਵਿਦ ਦ ਸ਼ਰਕਸ ਸਰ. ਆਪਾਂ ਸ਼ਰਕਸ ਵੀ ਕਈ ਵਾਰੀ ਪੂਰੇ ਐਨ ਆਕੜ ਕੇ ਲਾ ਰਹੇ ਹੁੰਦੇ ਹਨ, ਜੇ ਆਪਾਂ ਥੋੜਾ ਜਿਹਾ ਕਰੈਕਟ ਤੋ ਅਗਰ ਤੁਸੀਂ ਸ਼ਰਗਸ ਨੂੰ ਦੇਖੋਗੇ ਤਾਂ ਟ੍ਰੈਪਸ ਦਾ ਮਸਲ ਜਿਹੜਾ ਹੈਗਾ ਉਹ ਈਅਰਸ ਵਿੱਚ ਨਹੀਂ ਜਾਂਦਾ. ਇਟ ਗੋਜ਼ ਡਾਇਗਨਲੀ ਟੂਵਰਡਸ ਦਾ ਬੈਕ ਸਾਈਡ ਆਫ ਦਾ ਬੈਕ ਹੈਡ. ਜਿਹੜੀ ਸਾਡੀ ਸਪਾਈਨ ਹੈ ਉਹਦੇ ਬੈਕ ਸਾਈਡ ਦੇ ਉੱਪਰ ਉਹਦੀ ਇੰਸਰਸ਼ਨ ਹੈ, ਡਾਇਗਨਲੀ ਜਾ ਰਿਹਾ ਹੁੰਦਾ. ਬਟ ਜਦੋਂ ਅਸੀਂ ਸ਼ੋਲਡਰ ਨੂੰ ਉੱਪਰ ਲਿਫਟ ਕਰਦੇ ਹੈਗੇ ਹਾਂ ਤੇ ਉਹ ਆਫ ਟਰੈਕ ਹੋ ਜਾਂਦਾ ਹੈ ਟ੍ਰੈਪਸ ਤੇ ਫਾਈਬਰਸ ਦੇ ਨਾਲ. ਤੇ ਅਗਰ ਅਸੀਂ ਹਲਕਾ ਜਿਹਾ ਅੱਗੇ ਬੈਂਡ ਕਰ ਦਿੰਦੇ ਹੈਗੇ ਹਾਂ ਤੇ ਯੋਰ ਫੋਰਸ aligns to that muscle fiber of the upper traps and middle traps. It's not just ਸਾਰਿਆਂ ਨੂੰ ਅਗਰ ਮੈਂ ਫਿਰ ਦੱਸ ਦਵਾਂ, ਬਹੁਤ ਘੱਟ ਜਣਿਆਂ ਨੂੰ ਪਤਾ ਹੈਗਾ ਕਿ upper traps is not just upper traps. 60-70% of the muscle fiber of the middle traps is also running upward. So ਖਾਲੀ upper traps use ਨਹੀਂ ਹੋ ਰਿਹਾ ਹੁੰਦਾ. Middle traps से 60% of the muscle fibers are also in that shrugs which is being used. ਜਿਹੜੇ ਕਿ ਅਸੀਂ ਬੋਲਦੇ ਹਾਂ ਕਿ rowing ਵਿੱਚ use ਹੁੰਦਾ ਹੈ, basically ਉਹ shrugs ਉਹਦੇ ਵਿੱਚ use ਹੋ ਜਾਂਦਾ ਹੈ. So most of the fibers are aligned to that particular thing. So halka ja agge bend karan naal you align the force to that muscle fibers to train optimally. Again I'm using the word optimally. ਯੈਸ. ਅਗਰ ਉਸ optimally ਵਿੱਚ ਕਰ ਰਹੇ ਹੋਗੇ ਤਾਂ automatically ਤੁਹਾਡਾ ਉਸ ਤੋਂ ਬਾਅਦ ਅਗਰ ਤੁਸੀਂ ਹਲਕਾ ਜਿਹਾ bend ਕਰ ਦਿੰਦੇ ਹੋ elbow ਤਾਂ you align the posterior deltoid also along with that. ਓਕੇ. ਸ਼ਰਗਸ ਵਿੱਚ ਜ਼ਰੂਰੀ ਨਹੀਂ ਹੈ ਕਿ ਤੁਸੀਂ ਐਲਬੋ ਨੂੰ ਲੌਕ ਕਰਕੇ ਕਰਨਾ ਹੈ. ਦੈਟਸ ਨੋਨ ਐਜ਼ ਸਪੈਸੀਫਿਕ ਟ੍ਰੈਪਸ ਮੂਵਮੈਂਟ. ਓਕੇ. ਬਟ ਅਗਰ ਮੈਂ ਹਲਕਾ ਜਿਹਾ ਉਹਨੂੰ ਉੱਪਰ ਜਾ ਕੇ ਬੈਂਡ ਕਰਕੇ ਐਲਬੋ ਦੀ ਮੂਵਮੈਂਟ ਨਾਲ ਅਟੈਚ ਕਰ ਦੇਣਾ ਵਾ ਤੇ ਇਟ ਮੀਨਸ ਮੈਂ ਪੋਸਟੀਰੀਅਰ ਡੈਲਟੋਇਡ ਨੂੰ ਵੀ ਐਕਟੀਵੇਟ ਕਰ ਦਿੱਤਾ ਟ੍ਰੇਨ ਕਰਨ ਲਈ. ਆਪਸ਼ਨ ਹੈ. ਜਿੰਨੇ ਵੀ ਬਾਡੀ ਬਿਲਡਰਸ ਤੁਸੀਂ ਦੇਖੋਗੇ ਸਾਰੇ ਦੇ ਟੇਕ ਦ ਐਲਬੋ ਬੈਕ. ਸੋ ਐਲਬੋ ਨੂੰ ਉੱਪਰ ਲੈ ਜਾਣ ਦਾ ਮਤਲਬ ਇਹ ਹੈਗਾ ਕਿ ਆਈ ਹੈਵ ਐਕਟੀਵੇਟਡ ਦਾ ਪੋਸਟੀਰੀਅਰ ਡੈਲਟੋਇਡ. ਤੁਹਾਡੇ 1 ਰੈਪ ਮੈਕਸ ਦੇ ਉੱਤੇ ਕੀ ਵਿਊ ਹੈਗੇ ਨੇ? ਕੀ ਇਹ ਆਪਟੀਮਲ ਵਾਲੀ ਕੈਟਾਗਰੀ ਚ ਪਾਉਂਦੇ ਆਪਾਂ? I'd never prescribe anyone for the 1 RM till the point ਉਹ competition ਵਿੱਚ ਪਾਵਰ ਲਿਫਟਿੰਗ ਦੇ ਵਿੱਚ ਜਾ ਰਹੇ. competitive sports ਹੈ ਨਾ. why unnecessarily ਮੈਂ ਆਪਣੇ connective tissues ਦੇ ਉੱਪਰ force application ਕਰਾਂ ਖਾਲੀ ਦਿਖਾਉਣ ਲਈ ਕਿ ਮੈਂ ਇੰਨਾ ਵਜਨ ਉਠਾ ਪਾਣਾ? ਉਹਦਾ ਆਪਣੀ ਜਨਰਲ ਫਿਟਨੈਸ ਦੇ ਵਿੱਚ 1% ਵੀ ਫਾਇਦਾ ਨਹੀਂ ਹੈਗਾ ਕੋਈ ਵੀ. ਇਟਸ ਓਨਲੀ ਸਾਈਕੋਲੋਜੀਕਲੀ ਯੂ ਗੈਟ ਅ ਬੈਨੀਫਿਟ ਕਿ ਬਈ ਮੈਂ ਸਟਰੋਂਗ ਹੈਗਾ. ਬਸ. ਹਾਂ, ਹੋਰ ਅਦਰਵਾਈਜ਼ ਤਾਂ ਇਟ ਇਜ਼ 4 ਰੈਪ ਅਗਰ ਕਰ ਰਹੇ ਹੋ ਜਾਂ 5 ਰੈਪ ਕਰਦੇ ਪਏ ਹੋ ਤਾਂ ਯੂ ਆਟੋਮੈਟਿਕਲੀ ਕੈਨ ਕੈਲਕੂਲੇਟ 1 RM. ਬਟ ਯੂ ਗੈਟ ਅਸੀਂ 1 RM ਵਿੱਚ ਰਹਿੰਦੇ ਨਹੀਂ ਹੈਗੇ. ਤੁਸੀਂ ਅਗਰ ਅਸੀਂ ਪੂਰੀ ਡੇ ਰੂਟੀਨ ਅਗਰ ਤੁਸੀਂ ਦੇਖੋਗੇ ਵੀ ਡੂ ਐਵਰੀਥਿੰਗ ਇਨ ਰੈਪੀਟੇਟਿਵ ਵਰਕ. ਪੂਰਾ ਦਿਨ ਅਸੀਂ ਕੋਈ ਰੈਪੀਟੇਟਿਵ ਵਰਕ ਕਰਦੇ ਕੁਝ ਵੀ. ਅਸੀਂ ਕੋਈ ਵੀ ਚੀਜ਼ ਇੱਕ ਵਾਰੀ ਨਹੀਂ ਕਰਦੇ, ਰੈਪੀਟੇਟਿਵ ਵਰਕ ਕਰਦੇ. ਸੋ ਕੋਸ਼ਿਸ਼ ਕਰੋ ਕਿ ਆਪਣੀ ਜਿੰਨੀ ਵੀ ਐਕਸਰਸਾਈਜ਼ ਹੈਗੀਆਂ ਸਾਰੀਆਂ ਮਸਲ ਐਂਡਿਓਰੈਂਸ ਵਾਲੀ ਐਬਿਲਿਟੀ ਵਿੱਚ ਰਹਿਣ ਤਾਂ ਕਿ ਤੁਸੀਂ ਪੂਰਾ ਦਿਨ ਥੱਕੋ ਨਾ, ਤੁਹਾਡਾ ਮਸਲ ਥੱਕੇ ਨਹੀਂ. ਜਿਵੇਂ ਸਕੁਆਟਸ ਹੈ, ਅਸੀਂ ਦਿਨ ਵਿੱਚ ਕਈ ਵਾਰੀ ਉੱਠਦੇ ਬੈਠਦੇ ਹਾਂ ਤੇ ਮੈਂ 2 ਰੈਪ ਵਾਲਾ 4 ਰੈਪ ਵਾਲਾ 5 ਰੈਪ ਵਾਲਾ ਕਿਉਂ ਕਰਾਂ? I'll train with 20 reps, I'll train with 25 reps ਨਾ, ਤਾਂ ਕਿ ਮੈਂ ਉਸ ਵਾਲੇ ਵੇਟ ਦੇ ਵਿੱਚ 20-25 ਵਾਰੀ ਆਪਣੇ ਆਪ ਨੂੰ ਹੋਲਡ ਕਰ ਸਕਾਂ. ਮੇਰਾ ਮਸਲ ਇੰਨਾ ਜ਼ਿਆਦਾ ਐਂਡਿਊਰੇਟਿਕਲੀ ਟ੍ਰੇਨਡ ਹੋਏ ਕਿ ਮੈਨੂੰ ਪੂਰੇ ਦਿਨ ਵਿੱਚ ਕੋਈ ਪਰਵਾਹ ਹੀ ਨਾ ਹੋਏ ਕਿ ਮੈਂ ਥੱਲੋਂ ਉੱਠ ਰਿਹਾ, ਉੱਪਰ ਉੱਠ ਰਿਹਾ ਵਾਂ, ਸੀੜੀ ਚੜ੍ਹ ਰਿਹਾ ਹੋਇਆ ਕਰ ਰਿਹਾ ਵਾਂ, ਮੇਰਾ ਮਸਲ ਥੱਕੇ ਹੀ ਨਾ. ਮੈਂ 4 ਰੈਪ ਵਿੱਚ ਐਬਿਲਿਟੀ ਕਰਕੇ ਅਗਰ ਉਹ 10-15-20 ਵਿੱਚ ਮੇਰਾ ਥੱਕ ਰਿਹਾ ਹੈ ਤਾਂ ਇਟ ਮੀਨਸ ਫਿਰ ਮੈਂ ਫਿਟਨੈਸ ਕੀ ਕ੍ਰੀਏਟ ਕੀਤੀ. So if you are doing it, क्योंकि the benefit the same है. If you're doing 4 reps or if you're doing 20 reps, it's same thing. Difference ਕੀ ਹੈ? Visibility of that weight ਨਾ. 4 ਵਿੱਚ weight ਜ਼ਿਆਦਾ ਦਿਖੇਗਾ, 20 ਵਿੱਚ weight ਨਹੀਂ ਦਿਖੇਗਾ. ਕਿਹਨੂੰ ਦਿਖਾਣਾ? ਕਿਸੇ ਨੂੰ impress ਕਰਨਾ? Go ahead. ਕੁੜੀ ਆ ਗਈ ਕੋਈ ਜਿਮ ਵਿੱਚ ਤੁਸੀਂ weight ਵਧਾ ਦਿੰਦੇ ਹੋ because you want to impress that girl, because it is psychology of opposite sex that they attract. Good. You feel good about it? Do it. No problem. But don't sacrifice the joint for that particular thing. Over ਨਹੀਂ ਚਲੇ ਜਾਓ ਕਿਉਂਕਿ ਉਹ ਨੰਬਰ ਹੀ ਤਾਂ ਚੇਂਜ ਕਰ ਰਿਹਾ, ਹੋਰ ਤਾਂ ਕੁਝ ਚੇਂਜ ਨਹੀਂ ਕਰ ਰਿਹਾ. 20 ਨੰਬਰ ਕਿਸੇ ਨੂੰ ਵਿਜ਼ੀਬਲ ਨਹੀਂ ਹੈ. 20 ਰੈਪਸ ਇਜ਼ ਨਾਟ ਵਿਜ਼ੀਬਲ. kg ਵਿਜ਼ੀਬਲ ਹੈ. ਉਹ ਤੁਸੀਂ 4 ਰੈਪ 100 ਕਿਲੋ ਦੇ ਨਾਲ ਕਰ ਰਹੇ ਹੋ, 20 ਰੈਪ ਤੁਸੀਂ 40 ਕਿਲੋ ਦੇ ਨਾਲ ਕਰ ਰਹੇ ਹੋ, ਤੂੰ 40 ਕੋਲੇ ਮਾਰ रहा है, मैंने 100 मारा है. So you get a benefit of saying it मैं 100 kilos उठा लेता हूँ.
So you want to check it that once, how much is that? Okay, do it with 4 reps, 5 reps, check कर लो, ਤੁਹਾਨੂੰ ਪਤਾ ਚੱਲ ਜਾਏਗਾ ਮੈਂ 100 किलो उठा पाना वा. So you get yourself a quite good amount of a confidence. यार मेरे अंदर ना जान है. So you proved it. You proved it with numbers. 100 किलो की जान है भाई. So your internal strength and internal confidence level ਜਿਹੜਾ rise ਹੁੰਦਾ है ना, वो बहुत ज़्यादा high होता है. मैं पहले 10 किलो उठाता था, अब मैं 40 किलो उठा लेता हूँ. You always say, you never say मैं पहले 10 रैप करता था, अब मैं 30 रैप करता हूँ. You never say ना like this. Your human body psychology doesn't work that way. ਅਣੀ ਲੈਂਗੁਏਜ ਹੀ ਨਹੀਂ ਹੈ नहीं है क्या? ਸਾਨੂੰ feel good आता है कि मैं 40 किलो उठा रहा हूँ, मैं strong हूँ. So you want to do it, but don't exceed that limit कि ਤੁਹਾਨੂੰ injury ਹੋ ਜਾਏ. ਇੱਥੇ ਮੇਰੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਆਉਂਦਾ ਸਰ, ਦੋ ਚੀਜ਼ਾਂ ਚੱਲਦੀਆਂ ਹੈ. ਇੱਕ ਹੁੰਦਾ ਹੈ ਰੈਪ ਐਂਡ ਰਿਜ਼ਰਵ, ਇੱਕ ਹੁੰਦਾ ਹੈ ਟ੍ਰੇਨਿੰਗ ਟੂ ਫੇਲੀਅਰ, ਮੀਨਸ ਕੋਈ ਹੋਰ ਹੀ ਬਾਰ ਚੱਕ ਕੇ ਰੱਖੇ. ਇਹਨਾਂ ਦੋਨਾਂ ਦਾ ਆਪਣੀ ਜਨਰਲ ਫਿਟਨੈਸ ਦੇ ਵਿੱਚ ਕਿੱਦਾਂ ਆਪਾਂ ਇਹਨੂੰ ਤੇ ਜਿਹੜਾ ਜਿਹਨੂੰ ਅਸੀਂ RIR ਬੋਲਦੇ ਹੈਗੇ ਆ, ਇਟਸ ਬੇਸਿਕਲੀ ਮੈਂ ਸਾਰਿਆਂ ਨੂੰ ਦੱਸ ਦਵਾਂ ਹੁੰਦਾ ਕੀ ਹੈਗਾ ਕਿ ਅਗਰ ਤੁਸੀਂ 10 ਰੈਪ ਲੈ ਰਹੇ ਹੈਗੇ ਹੋ ਤਾਂ 10 ਰੈਪ ਵਿੱਚ ਤੁਸੀਂ ਅਗਰ 8 ਰੈਪ ਵਿੱਚ ਵਜਨ ਰੱਖ ਦਿੱਤਾ ਹੈਗਾ ਐਂਡ ਇਫ ਆਈ ਆਸਕ ਯੂ ਇਸ ਤੋਂ ਬਾਅਦ ਤੁਸੀਂ ਕਿੰਨੇ ਰੈਪ ਹੋਰ ਲੈ ਸਕਦੇ ਸੀਗੇ ਤੇ ਉਹ ਬੋਲਦਾ ਮੈਂ 2 ਹੋਰ ਲੈ ਸਕਦਾ ਜਾਂ 3 ਹੋਰ ਲੈ ਸਕਦਾ, ਤੇ ਉਹ 2-3 ਰੈਪ ਜਿਹੜੇ ਹੈਗੇ ਨੇ ਉਹਨੂੰ ਅਸੀਂ RIR ਬੋਲਦੇ ਹੈਗੇ ਨਾ, ਰੈਪ ਇਨ ਰਿਜ਼ਰਵ ਜੀ. ਠੀਕ ਹੈ, ਹੁਣ ਅਗਰ ਤੁਸੀਂ ਉਸ ਨੂੰ ਬ੍ਰੇਕ ਕਰਕੇ ਉਸ 2 ਰੈਪ ਨੂੰ ਹੋਰ ਐਕਸੀਡ ਕਰਕੇ ਅੱਗੇ ਜਾ ਰਹੇ ਹੋ, ਇਟ ਮੀਨਸ ਨਾਓ ਯੂ ਆਰ ਹੈਡਿੰਗ ਟੂਵਰਡਸ ਦ ਡੇਂਜਰ ਜ਼ੋਨ. ਰਿਸਕ ਫੈਕਟਰ ਨੂੰ ਵਧਾ ਰਹੇ ਹੋ. ਇਸ ਦਾ ਰਿਸਕ ਫੈਕਟਰ ਜਿਹੜਾ ਤੁਸੀਂ ਉਠਾ ਰਹੇ ਹੋ ਉਹ ਤੁਹਾਡੇ ਬੈਨੀਫਿਟ ਦੇ ਨਾਲ ਆ ਰਿਹਾ ਕਿ ਨਹੀਂ ਆ ਰਿਹਾ, ਤੁਸੀਂ ਡਿਸਾਈਡ ਕਰੋ, ਕਿਉਂਕਿ ਉਹ 8 ਵਿੱਚ ਵੀ ਉਹਦਾ ਬੈਨੀਫਿਟ ਉਨਾ ਹੀ ਹੈ. ਓਕੇ, you don't need to actually reach because you should be able to, ਕਿਉਂਕਿ ਅਗਰ ਤੁਸੀਂ 8 ਰੈਪ 9 ਰੈਪ ਲਿਆ ਗਿਆ ਤੁਸੀਂ ਤੁਹਾਡੇ ਬਾਅਦ ਉਸ ਤੋਂ ਬਾਅਦ ਵੀ ਬਹੁਤ ਸਾਰੀ ਜਾਨ ਰਹਿੰਦੀ ਹੈ, ਬਿਕੋਜ਼ ਇਸੈਂਟਰਿਕ ਫੇਜ਼ ਵਿੱਚ 25% ਦੀ ਲੋਡ ਜ਼ਿਆਦਾ ਹੁੰਦੀ ਹੈ. ਸੋ ਤੁਸੀਂ ਕੰਸੈਂਟਰਿਕ ਦੀ ਫੇਲਿਅਰ ਆਈ ਹੈ, ਇਸੈਂਟਰਿਕ ਦੀ ਨਹੀਂ ਆਈ ਹੈ. ਸੋ ਯੂ ਹੈਵ ਅ 25% ਮੋਰ ਸਟਰੈਂਥ ਇਨ ਦਾ ਇਸੈਂਟਰਿਕ ਫੇਜ਼. ਤਾਂ ਤੁਸੀਂ ਉੱਪਰ ਚੈਸਟ ਪ੍ਰੈਸ ਵਿੱਚ ਤੁਸੀਂ ਉੱਪਰ ਦੀ ਹੈਲਪ ਲੈ ਲਈ ਹੈ, ਤੁਸੀਂ ਤੁਹਾਡੇ ਥੱਲੇ ਦੀ ਜਾਨ ਹੈਗੀ ਹੈ. You're still left with this thing. So even if you do a 10 rep also, you're still left with more failure to come up. ਐਂਡ ਜੇ ਆਪਾਂ ਨੂੰ ਡ੍ਰੌਪ ਸੈਟ ਚ ਕਰ ਦਈਏ, Again, drop set ਵਿੱਚ ਤੁਸੀਂ ਕੀਤਾ ਕੀ ਹੈ? You did not train the failure. You are actually now heading towards a different thing which is known as a muscle endurance now. ਓਕੇ, ਤੁਸੀਂ muscle endurance ਵਿੱਚ ਚਲੇ ਗਏ. ਹਾਈਪਰਟ੍ਰੋਫੀ ਉਹਦੇ ਨਾਲ ਕੋਈ hypertrophy has nothing to do with. Hypertrophy is linked to the food which you're going to eat and the sleep which you're going to take. And the confidence level you're going to, positive nature which you're going to create, ਉਸ ਤੋਂ ਆਏਗਾ. Training is as per what person, ਉਹਦੇ ਅੰਦਰ ਕੀ availability ਹੈ, ਉਹਦੇ ਅੰਦਰ ਕਿੰਨੀ tolerance ਹੈ, ਉਹਨੂੰ ਕੀ ਚਾਹੀਦਾ. ਕਈਆਂ ਨੂੰ ਅਸੀਂ ਸਾਈਕੋਲੋਜੀ ਵਿੱਚ ਰੱਖਣ ਲਈ ਸਾਨੂੰ ਉਸ ਰੈਪ ਨੂੰ 15 ਰੈਪ ਨੂੰ 4 5 6 ਰੈਪ ਵਿੱਚ ਲਿਆਉਣਾ ਪੈਂਦਾ ਤਾਂ ਕਿ ਉਹਦੇ ਅੰਦਰ ਥੋੜਾ confidence level ਹਾਈ ਹੋ ਜਾਏ. ਬਟ ਜਿਹਦੇ ਅੰਦਰ ਇੰਜਰੀ ਹੈਗੀ ਹੈ ਅਸੀਂ ਕਦੀ ਲੈ ਕੇ ਨਹੀਂ ਆਉਂਦੇ. We don't never attempt it also. ਕਿਉਂ? ਕਿਉਂਕਿ ਮੈਨੂੰ ਬੈਨੀਫਿਟ ਤਾਂ ਸੇਮ ਮਿਲਦਾ ਹੀ ਪਿਆ ਨਾ. ਮੇਰੀ ਹਾਈਪਰਟ੍ਰੋਫੀ ਸੇਮ ਹੋ ਰਹੀ ਹੈ whether you take 5 rep or a 15 rep or a 20 rep. ਮੇਰਾ total volume is same again. Volume is same. ਇੱਕ ਵਿੱਚ ਤੁਸੀਂ ਰੈਪ ਘੱਟ ਮਾਰ ਰਹੇ ਹੋ, ਵਜਨ ਜ਼ਿਆਦਾ ਲੈ ਰਹੇ ਹੋ, ਇੱਕ ਵਿੱਚ ਤੁਸੀਂ ਵਜਨ ਘੱਟ ਲੈ ਰਹੇ ਹੋ, ਰੈਪ ਜ਼ਿਆਦਾ ਲੈ ਰਹੇ ਹੋ. The total productive time or load on that muscle is same. ਅਗਰ ਉਹ ਸੇਮ ਹੈ ਤੇ ਹਾਈਪਰਟ੍ਰੋਫੀ ਤਾਂ ਕ੍ਰੀਏਟ ਹੋਏਗੀ ਜੀ. ਫੂਡ ਵਿਲ ਡਿਸਾਈਡ ਕਿ ਤੁਸੀਂ ਉਹ ਲੂਜ਼ ਕਰਦੇ ਹੋ ਕਿ ਗਰੋ ਕਰਦੇ ਹੋ, ਬਿਕੋਜ਼ ਬ੍ਰੇਕੇਜ ਤਾਂ ਜਿਮ ਵਿੱਚ ਬ੍ਰੇਕੇਜ ਹੀ ਹੁੰਦੀ ਹੈ. ਘਰ ਜਾ ਕੇ ਡਿਸਾਈਡ ਹੋਏਗਾ ਕਿ ਤੁਸੀਂ ਉਸ ਬ੍ਰੇਕੇਜ ਨੂੰ ਕੰਸਟਰਕਟਿਵ ਪ੍ਰੋਡਕਟਿਵ ਬਣਾ ਕੇ ਉਹਨੂੰ ਗਰੋ ਕਰਦੇ ਕਿ ਉਹ ਟੁੱਟੇ ਹੀ ਰਹਿ ਜਾਂਦਾ ਹੈ. ਰਾਈਟ ਸਰ, ਇੱਕ ਛੋਟੀ ਸਟੱਡੀ ਸੀਗੀ, ਡਾਕਟਰ ਬ੍ਰੈਡ ਸ਼ੌਨਫੈਲਡ ਹਾਈਪਰਟ੍ਰੋਫੀ ਐਕਸਪਰਟ ਨੇ, ਉਹਨਾਂ ਨੇ ਜਨਰਲ ਵਾਰਮਅਪ ਦੇ ਉੱਤੇ ਇੱਕ ਸਟੱਡੀ ਕੀਤੀ ਕਿ ਜਿਹੜਾ ਆਪਾਂ ਜਾ ਕੇ ਜਨਰਲ ਵਾਰਮਅਪ ਕਰਦੇ ਹਾਂ, ਡਾਇਨਾਮਿਕ ਸਟ੍ਰੈਚਿੰਗ ਕਰਦੇ ਹਾਂ ਜਾਂ ਕੁਛ ਵੀ ਆਪਾਂ ਹਲਕਾ ਹੁਲਕਾ 10-15 ਮਿੰਟ 20-25 ਮਿੰਟ, ਮੈਂ ਤਾਂ ਅੱਧੇ ਘੰਟੇ ਵਾਲੇ ਵੀ ਵਾਰਮਅਪ ਵਾਲੇ ਦੇਖੇ ਹੋਏ ਆ, ਉਹਦਾ ਕੋਈ ਵੀ ਪਰਫਾਰਮੈਂਸ ਬੋਨਸ ਸਾਨੂੰ ਨਹੀਂ ਮਿਲਦਾ. ਪਰਫਾਰਮੈਂਸ ਬੋਨਸ ਇਸ ਲਈ ਨਹੀਂ ਮਿਲਦਾ ਹੈਗਾ ਬਿਕੋਜ਼ ਅਗਰ ਅਸੀਂ 20 ਮਿੰਟ 25 ਮਿੰਟ ਨੂੰ ਉਹ ਛੋਟੇ ਮਸਲਸ ਨੂੰ ਟ੍ਰੇਨ ਕਰਕੇ ਉਹਨੂੰ ਥਕਾ ਰਹੇ ਹਾਂ ਤੇ ਇਟ ਮੀਨਸ ਆਈ ਵਿਲ ਨਾਟ ਗੈਟ ਦ ਹੋਲ ਸਟੇਬਲਾਈਜ਼ਡ ਬੈਨੀਫਿਟ ਜਦੋਂ ਮੈਂ ਐਕਸਰਸਾਈਜ਼ ਕਰਾਂ, ਬਿਕੋਜ਼ ਦੋਜ਼ ਸਮੋਲ ਮਸਲਸ ਆਰ ਟਾਇਰਡ ਜੀ ਬਿਫੋਰ ਹੈਂਡ. ਤੇ ਉਹ ਸੀ ਵਾਰਮ ਅਪ ਅਗਰ ਕਰਨਾ ਹੀ ਹੈ ਤੇ ਵਾਰਮ ਅਪ ਦਾ ਮਤਲਬ ਇਹ ਹੁੰਦਾ ਹੈ ਕਿ ਮੈਂ ਜਿਹੜਾ ਵੀ ਮਸਲ ਟ੍ਰੇਨ ਕਰਦਾ ਪਿਆ ਵਾਂ ਉਸੀ ਵਾਲੀ ਐਕਸਰਸਾਈਜ਼ ਵਿੱਚ ਅਗਰ ਮੈਂ 1-2 ਸੈਟ 15-20 ਰੈਪਸ ਦੇ ਨਾਲ ਅਗਰ ਕਰ ਲੈਣਾ ਵਾਂ ਤੇ ਦੈਟ ਏਰੀਆ ਆਫ ਦੈਟ ਪਰਟੀਕੂਲਰ ਜਿਹੜੀ ਚੀਜ਼ ਮੈਂ ਕਰਨ ਵਾਲਾ ਉਹ ਵਾਰਮ ਅਪ ਹੋ ਜਾਏਗਾ. ਦੈਟ ਇਜ਼ ਅ ਵਾਰਮ ਅਪ. ਦੈਟਸ ਅ ਵਾਰਮ ਅਪ. ਇਟਸ ਅ ਮੋਸਟ ਸਿੰਪਲੈਸਟ ਵਾਰਮ ਅਪ. ਓਕੇ, ਤੁਸੀਂ ਕੋਈ ਇਹੋ ਜਿਹੀ ਐਕਸਰਸਾਈਜ਼ ਕਰਨੀ ਹੈ ਜਿਹਦੇ ਵਿੱਚ ਤੁਸੀਂ ਓਵਰਹੈਡ
ਕਲੀਨ ਐਂਡ ਪ੍ਰੈਸ ਕਰਨਾ ਹੈ ਤਾਂ ਤੁਹਾਨੂੰ ਮੋਬਿਲਿਟੀ ਐਕਸਰਸਾਈਜ਼ ਲੈ ਕੇ ਜਾਣੀ ਪਏਗੀ, ਬਿਕੋਜ਼ ਨਾਓ ਯੂ ਆਰ ਟ੍ਰੇਨਿੰਗ ਬਿਯੋਂਡ ਯੋਰ ਟੋਲਰੈਂਸ, ਜਿੱਥੋਂ ਆਇਆ ਬੇਸਿਕਲੀ ਇਹ। ਜੀ तो clean and presses is a sports game. Sport, powerlifting वाले बंदे करेंगे बहुत सारे dynamic stretches and all that. Why? Because that's a sport. जी We are not playing. So हर सी ना साढ़े इंडस्ट्री ਵਿੱਚ ਹਰ ਚੀਜ਼ ਨੂੰ ਸਪੋਰਟਸ ਦੇ ਨਾਲ ਲਿੰਕ ਕੀਤਾ ਜਾ ਰਿਹਾ ਹੈ। ਇੱਕ ਫਿਜ਼ਿਕ ਮੈਨ ਨੂੰ ਬੋਡੀ ਬਿਲਡਰ ਦੇ ਨਾਲ ਲਿੰਕ ਕੀਤਾ ਜਾ ਰਿਹਾ ਹੈ। ਪਤਲੇ ਵਾਲੇ ਬੰਦੇ ਨੂੰ ਬੋਲਿਆ ਜਾ ਰਿਹਾ ਹੈ ਕਿ ਤੇਰੀ ਤਾਂ ਕੋਈ ਫਿਜ਼ਿਕ ਹੀ ਨਹੀਂ ਹੈ, ਕਿਉਂਕਿ ਉਹਨੂੰ ਲਿੰਕ ਬੋਡੀ ਬਿਲਡਰ ਦੇ ਨਾਲ ਕੀਤਾ ਜਾ ਰਿਹਾ ਹੈ। ਬੋਡੀ ਬਿਲਡਿੰਗ ਹੈਜ਼ ਨਥਿੰਗ ਟੂ ਡੂ ਵਿਦ ਜਨਰਲ ਫਿਟਨੈਸ। Bodybuilding is a competitive sport. Keep it aside. ਜਰਨਲ ਫਿਟਨੈਸ ਨੂੰ ਜਰਨਲ ਫਿਟਨੈਸ ਕਰਕੇ ਰਹਿ ਕੇ ਰੱਖਾਂਗੇ ਤੇ ਅਸੀਂ ਨਾ ਬਹੁਤ ਡਿਫਰੈਂਟ ਸੋਚਾਂਗੇ ਉਸ ਬਾਰੇ ਵਿੱਚ। ਅਸੀਂ ਇਹਦਾ ਕੰਪੈਰੀਜ਼ਨ ਇਹਦੇ ਨਾਲ ਕਰਨਾ ਸ਼ੁਰੂ ਕਰ ਦਿੰਦੇ ਹਾਂ ਤੇ ਇਹਨੂੰ ਡੀਮੋਟੀਵੇਟ ਕਰ ਦਿੰਦੇ ਹਾਂ। तेरी क्या, तेरी तो पतली सी फिजिक है, तू पतला सा हो गया, तू तो गरीब हो गया, तू तो लेबरर हो गया। What are you trying to say? yes क्या? And you are comparing it with a person who has injected inside with a purpose. ਉਹਦੀ game ਹੈ। ਉਹਦੇ ਅੰਦਰ ਤੇ ਇਹਦੇ ਅੰਦਰ ਡਿਫਰੈਂਸ ਕੀ ਹੈ? ਸਾਈਜ਼ ਦਾ ਹੀ ਤਾਂ ਡਿਫਰੈਂਸ ਹੈ, ਹੋਰ ਕੀ ਹੈ? ਉਹਦੇ ਅੰਦਰ ਕੋਈ ਵੱਖਰੇ ਮਸਲ ਤਾਂ ਨਹੀਂ ਨਜ਼ਰ ਆ ਰਹੇ, ਜ਼ਿਆਦਾ ਨਜ਼ਰ ਆ ਰਹੇ ਨੇ ਨਾ। ਜ਼ਿਆਦਾ ਉਹ ਕਿਸ ਕਰ ਰਹੇ ਨੇ? ਬਿਕੋਜ਼ ਹੀ ਟੁਕ ਸਮਥਿੰਗ। ਮੈਂ 50,000 ਰੁਪਏ ਦੀ ਮੇਰੀ ਤਨਖਾਹ ਹੈ, ਮੈਂ 2 ਲੱਖ ਰੁਪਏ ਦੀ ਚੋਰੀ ਕਰਤੀ ਤੇ ਮੇਰਾ 2.5 ਲੱਖ ਰੁਪਏ ਦੀ ਇਨਕਮ ਥੋੜੀ ਮੈਂ ਬੋਲ ਦਾਂਗਾ। ਮੇਰੀ 50,000 ਹੈ ਇਨਕਮ, ਮੈਂ 2 ਲੱਖ ਰੁਪਏ ਚੋਰੀ ਕੀਤੀ ਹੈ। My own income is 50,000 only, and that's my limit. I will grow it with a pace. 50 ਨੂੰ ਮੈਂ 60 ਕਰਾਂਗਾ, 70 ਕਰਾਂਗਾ, 80 ਕਰਾਂਗਾ, 90 ਕਰਾਂਗਾ। ਮੈਂ ਜੰਪ ਕਰਾਂਗਾ ਤੇ ਇਟ ਮੀਨਸ ਮੇਰਾ ਘੰਟੀ ਵੱਜ ਜਾਏਗੀ ਲਾਲ ਬੱਤੀ। ਤੇਰੇ ਕੋਲ ਪੈਸਾ ਆਇਆ ਕਿਵੇਂ ਭਾਈ? ਕਿਵੇਂ ਹੋ ਗਿਆ? ਨੇਚਰ ਵਿੱਚ ਨਹੀਂ ਹੈ। ਐਵੇਂ ਹੀ ਹਿਊਮਨ ਬੋਡੀ ਦੇ ਨੇਚਰ ਵਿੱਚ ਜੋ ਹੈ ਉਹੀ ਆਏਗਾ ਨਾ। ਤੁਸੀਂ ਉਹਦਾ ਕੰਪੈਰੀਜ਼ਨ ਤੁਸੀਂ ਨਾਲ ਕਿਉਂ ਕਰਦੇ ਪਏ ਹੋ? तो इसीलिए वार्म अप, डू द वार्म अप विद द जर्नल विद द वेट। ਜਿਹੜੀ ਵੀ ਐਕਸਰਸਾਈਜ਼ ਕਰਨ ਵਾਲੇ ਉਹਦਾ ਇੱਕ ਵਾਰਮ ਅਪ ਉਸੇ ਵਾਲੇ ਸੈਟ ਦੇ ਨਾਲ ਕਰ ਲਓ। ਜੁਆਇੰਟ ਰੋਟੇਸ਼ਨ ਕਰਨੀ ਹੈ ਜ਼ਰੂਰ ਕਰ ਲਓ, ਬਟ ਸਪੈਂਡਿੰਗ ਅ ਲੋਟ ਆਫ ਅ ਟਾਈਮ ਇਨ ਲੂਬਰੀਕੇਟਿੰਗ ਐਂਡ ਡੂਇੰਗ ਆਲ ਦੈਟ ਸਟਫ ਵਿਲ ਟਾਇਰ ਦ ਮਸਲ, ਵੇਸਟ ਦ ਟਾਈਮ। ਕੋਈ ਇਟਸ ਨਾਟ ਐਡੀਸ਼ਨਲ, ਨਾਟ ਰਿਕੁਆਇਰਡ। ਕੰਪੈਰੀਜ਼ਨ ਦੇ ਵਿੱਚ ਇੱਕ ਹੋਰ ਕੰਪੈਰੀਜ਼ਨ ਆ ਜਾਂਦਾ ਹੈਗਾ ਆ, ਇੱਕ ਗਰਲਸ ਦਾ ਵਰਕਆਊਟ, ਮੈਨਸ ਦਾ ਵਰਕਆਊਟ, ਕਿ ਮਸਕੂਲਰ ਨਾ ਹੋ ਜੇ। ਇਟਸ ਅ ਵੈਰੀ ਸਟੂਪਿਡ ਕੰਪੈਰੀਜ਼ਨ, ਬਟ ਕੀ ਕੁਛ ਇਦਾਂ ਦਾ ਅਸੀਂ ਕੀ ਡਿਨਰ ਜਦੋਂ ਅਸੀਂ ਬਹਿਨੇ ਹੈਗੇ ਆ ਤੇ ਕਿ ਫੀਮੇਲ ਦੀ ਅਲੱਗ ਚਪਾਤੀ ਬਣਦੀ ਹੈਗੀ ਤੇ ਮੇਲ ਦੀ ਅਲੱਗ ਚਪਾਤੀ ਬਣਦੀ ਹੈਗੀ। ਤੁਸੀਂ ਡਿਨਰ ਕਾਰ ਮਤਲਬ ਕਿਹੋ ਜਿਹੀ ਕੋਈ ਅਲੱਗ ਚੀਜ਼ ਹੁੰਦੀ ਹੈਗੀ। How does that matter? We don't train male and female, first of all. Wow. You don't train gender. You train human. You train human body. Yes. And that human body has nothing to do with the gender specific thing. The human body is moving with the muscle, और muscle ਦੋਨਾਂ ਵਿੱਚ same ਹੈ। ਮੇਰੀ ਅਗਰ ਬਾਜੂ ਹਿਲਦੀ ਪਈ ਹੈ ਤੇ ਉਹ ਬਾਜੂ ਉਸੇ ਨਾਲ ਹਿਲਦੀ ਪਈ ਹੈ ਜਿਹੜਾ ਮੇਲ ਦੇ ਨਾਲ ਹਿਲਦੀ ਹੈ ਜਾਂ ਫੀਮੇਲ ਦੇ ਨਾਲ ਹਿਲਦੀ ਹੈ। ਹਿਊਮਨ ਬੋਡੀ ਦੀ ਮੂਵਮੈਂਟ ਹੈ। ਫਿਰ ਇੰਨੇ ਵੱਡੇ ਸਰ YouTube ਤੇ ਕਿਉਂ ਵੀਡੀਓਜ਼ ਪਏ ਹੋਏ ਨੇ? ਜਰਨਲ ਪਬਲਿਕ ਨੂੰ ਕੁਝ ਨਹੀਂ ਪਤਾ ਤੇ ਬੇਵਕੂਫ ਤਾਂ ਬਣਾਉਣਾ ਹੈ। तो this is very easy way to make a fool out of a people because they don't know anything. The difference between a male and a female is just the hormone. Male is testosterone, female is progesterone or estrogen level. That makes her different from us. Otherwise, everything is same. She doesn't have that ability to grow that big muscle like a male. Masculine nahi ho sakdi ho. She is a feminine nature but with a good strength. She will ਉਹਦੇ ਕੋਲ ਜਾਨ ਆਏਗੀ, ਉਹਦੇ ਅੰਦਰ ਵੀ ਮਸਲ ਵਿਜ਼ੀਬਲ ਹੋਏਗਾ। ਇੰਨਾ ਜਾ ਵਜ਼ਨ ਹੋਏਗਾ ਇਨ ਸਪਾਈਟ ਆਫ ਕਿੰਨਾ ਵੀ ਵਜ਼ਨ ਉਠਾ ਲੈ। ਓਕੇ, ਉਹ ਸ਼ੀ ਇਜ਼ ਨੈਵਰ ਗੋਇੰਗ ਟੂ ਗਰੋ। ਜਿਹੜੀ ਗਰੋ ਕਰ ਗਈ ਹੈ, ਇਟ ਮੀਨਸ ਦ ਪ੍ਰੋਡਕਸ਼ਨ ਆਫ ਦ ਹਿਊਮਨ ਬੋਡੀ ਹੈਜ਼ ਮੋਰ ਟੈਸਟੋਸਟੇਰੋਨ ਔਰ ਸ਼ੀ ਹਰਸੈਲਫ ਇੰਜੈਕਟਡ ਇਟ। ਓਕੇ, ਅਦਰਵਾਈਜ਼ ਕੋਈ ਮਤਲਬ ਨਹੀਂ ਹੈ। ਤੁਸੀਂ ਜਿੰਨਾ ਮਰਜ਼ੀ ਬਟਨ ਉਠਾਣਾ ਵਜ਼ਨ ਉਠਾਓ, if you trim down yourself, you come out with thin and tiny muscle as a female. And that's not a bad thing. It's a very beautiful thing. Yes. It's the most beautiful thing you can even think of as a female. Most elegant women are thin, sculpted. And they're very strong girls. Very strong girls. But comparison which male or female da exercise ਦੇ ਨਾਲ ਕੋਈ link ਨਹੀਂ ਹੈ। She will do ਉਹੀ same exercise ਜੋ male ਕਰਦਾ ਹੈ,
ਉਹੀ ਸੇਮ ਚੀਜ਼ਾਂ ਹੈ। ਜਦੋਂ ਡਿਨਰ ਅਸੀਂ ਸੇਮ ਫੂਡ ਦੇ ਨਾਲ ਖਾਣੇ ਤੇ ਐਕਸਰਸਾਈਜ਼ ਵੀ ਸੇਮ ਦੇ ਨਾਲ ਕਿਉਂ ਨਹੀਂ ਕਰਾਂਗੇ ਭਾਈ? ਐਂਡ ਵਾਈ ਦਿਸ ਇੰਡਸਟਰੀ ਇਜ਼ ਲਾਈਕ ਮੈਨ ਮਲਟੀਵਿਟਾਮਿਨ ਵੂਮਨ ਮਲਟੀਵਿਟਾਮਿਨ ਐਂਡ ਮੈਂ ਉਹਦੀ ਇੰਗਰੀਡੀਐਂਟਸ ਦੇਖਦਾ It is only the dosage because they need little more quantity, they need little less quantity. ਹੋਰ ਕੀ ਹੈਗਾ? Nothing more. ਉਹਨਾਂ ਦੀ ਅਗਰ ਫੀਮੇਲ ਦਾ ਫੂਡ ਦੀ ਅਗਰ ਇਨਟੇਕ ਕਰਾਂਗੇ, ਉਹਨਾਂ ਨੂੰ ਥੋੜਾ ਜਿਹਾ ਘੱਟ ਚਾਹੀਦਾ ਹੈ, ਮੇਲ ਨੂੰ ਥੋੜਾ ਜ਼ਿਆਦਾ ਚਾਹੀਦਾ। They have little more muscle mass, they have less muscle mass. ਮਸਲ ਮਾਸ ਦੇ ਉੱਤੇ ਆ ਕੇ ਤੇ ਹੋਰ the hormone is deciding that ਅਸੀਂ ਵੀ ਮੇਲ ਵਿੱਚ ਇੱਕ ਨੈਚੁਰਲ ਬੋਡੀ ਬਿਲਡਰ ਜਾਂ ਨੈਚੁਰਲ ਫਿਜ਼ਿਕ ਮੈਨ ਨੂੰ ਅਗਰ ਇੱਕ ਬੋਡੀ ਬਿਲਡਰ ਦੇ ਨਾਲ ਕੰਪੇਅਰ ਕਰ ਰਹੇ ਹੈ ਤੇ ਡਿਫਰੈਂਸ ਕੀ ਦਿਖਾ ਰਹੇ? ਸਾਈਜ਼ ਦੀ ਨਾ। Size ਦੀ ਹੈ। ਤੋ ਸਾਈਜ਼ ਆਇਆ ਗਿਆ ਮੈਂ ਉਹਨੇ ਕੀ ਕੀਤਾ? ਉਹਨੇ ਕੁਝ ਉਹਨੇ ਕੁਝ ਇੰਜੈਕਟ ਹੀ ਕੀਤਾ ਨਾ ਹਾਰਮੋਨ, ਜਿਹਦੇ ਨਾਲ ਉਹ ਵੱਧ ਗਿਆ। ਉਹਦੇ ਕੋਲ ਜਿੰਨਾ ਸੀਗਾ ਉਸ ਤੋਂ ਉਹਨੇ ਉਹਦੇ ਜ਼ਿਆਦਾ ਪਾ ਲਿਆ। ਫੀਮੇਲ ਵਿੱਚ ਉਸ ਮੇਲ ਤੋਂ ਬਹੁਤ ਘੱਟ ਹੁੰਦਾ ਹੈ। she has to be thin. Yes. She has to be with little tiny muscle. Okay. But ਉਹ ਕਦੀ ਨਹੀਂ ਹੋ ਸਕਦਾ ਕਿ ਤੁਸੀਂ ਮੈਂ ਲੜਕੋਂ ਕੀ ਤਰ੍ਹਾਂ ਨਹੀਂ ਦਿਖਣਾ ਚਾਹਤੇ। you even if you have a choice ਨਾ, ਤਾਂ ਵੀ ਨਹੀਂ ਬਣ ਪਾਓਗੇ। ਜੇ ਤੁਸੀਂ ਧਿਆਨ ਵਿੱਚ ਰੱਖੋਗੇ ਨਾ ਕਿ ਮੈਨੂੰ ਇਹ ਬੜੀਆ, ਤਾਂ ਵੀ ਨਹੀਂ ਬਣ ਪਾਓਗੇ। It's not possible. So do with whatever it is and do with वाला पूरी जान लगा के सारे एक्सरसाइज करो, और फीमेल स्पेशली करो because females need more exercise than male. ਵਾਈ ਸਰ? Because the estrogen level inside the human body is breaking the bone density for a female. And exercise is only one tool. The female loses muscle mass more quicker than a male because of the estrogen level. The testosterone is less. Now, if you put this is known as a Bull's law. If you apply force to any connective tissue or a joint or a muscle, they will grow. So female runs with a problem which is known as a osteopenia in its initial stages, which runs to osteoporosis. ਉਹਨੂੰ ਬੋਲਦੇ ਨੇ thinning of the bone. ਤੁਸੀਂ ਹਲਕੀ ਜਿਹੀ ਵੀ ਠੋਕਰ ਮਾਰੋਗੇ ਤੇ ਡਿੱਗੇਗੀ ਤੇ ਹੱਡੀ ਟੁੱਟ ਜਾਣੀ ਹੈ। ਜੀ। Very common problem that hip bone replacement is very common females ਵਿੱਚ। ਇੱਕ ਸੀੜੀ ਤੋਂ ਗਿਰੀ ਤੇ ਬੋਨ ਟੁੱਟ ਗਈ। ਕਿਉਂ ਟੁੱਟ ਰਹੀ ਹੈ? ਬਿਕੋਜ਼ ਦੇ ਆਰ ਐਜਾਈਲ, ਮਤਲਬ ਬਹੁਤ ਪਤਲੀ ਥਿਨ ਹੈਗੀ ਹੈ, ਪਤਲੀ ਹੋ ਗਈ ਉਹਦੀ ਬੋਨ। ਉਹਨੂੰ ਸਟਰੋਂਗ ਕਰਨ ਲਈ, ਡੈਂਸਿਟੀ ਨੂੰ ਵਧਾਉਣ ਲਈ resistance training is the only tool and only medicine to raise that level। ਜਿਹੜਾ ਥਿਨ ਹੋ ਚੁੱਕੀ ਉਸ ਬੋਨ ਨੂੰ, ਡੈਂਸਿਟੀ ਨੂੰ ਵਧਾਉਣ ਲਈ। ਡੈਂਸਿਟੀ ਦਾ ਮਤਲਬ ਇਹ ਨਹੀਂ ਕਿ ਪਹਿਲੇ ਵੱਡੀ ਸੀਗੀ ਹੋਰ ਵੱਡੀ ਹੋ ਜਾਏਗੀ, ਨਹੀਂ, ਘਟ ਗਈ ਸੀਗੀ, ਉਹਨੂੰ ਨਾਰਮਲਾਈਜ਼ ਕਰਨ ਲਈ। ਸਟਰੈਂਥ ਟ੍ਰੇਨਿੰਗ, ਮਸਲ ਹੋਰ ਕੌਣ ਪ੍ਰੋਟੈਕਟ ਕਰਦਾ? ਦ ਬੋਨ ਨੂੰ ਪ੍ਰੋਟੈਕਟ ਕੌਣ ਕਰਦਾ? ਮਸਲ ਕਰੇਗੀ। ਤੇ ਮਸਲ ਨੂੰ ਸਟਰੋਂਗ ਕਰਨ ਲਈ ਤੇ ਬੋਨ ਨੂੰ ਸਟਰੋਂਗ ਕਰਨ ਲਈ resistance training is the only medicine for all the females. ਬਾਕੀ ਸਾਰੀ ਮੈਡੀਸਿਨ ਨੂੰ ਬੰਦ ਕਰ ਦੋ। ਇੱਕੋ ਹੀ ਮੈਡੀਸਿਨ ਚਾਹੀਦੀ ਹੈ and she will feel so good. ਜਿਹੜੀ ਆਪਾਂ ਕਹਿੰਦੇ ਨਾ ਗੋਲੀ ਲੱਗੀ ਹੈ ਪੂਰੀ ਜ਼ਿੰਦਗੀ ਵਾਸਤੇ, ਇਹ ਗੋਲੀ ਜ਼ਿਆਦਾ ਵਧੀਆ ਹੈਗੀ ਹੈ। I give one target to every female, every। ਅਗਰ ਉਹ ਸਾਡੇ ਕੋਲ weight loss ਲਈ ਵੀ ਆਈ ਹੈ, fat loss ਲਈ ਵੀ ਆਈ ਹੈਗੀ ਹੈ, ਮੈਂ ਕਹਾ I give you one target, the day you finish the target ਤੁਹਾਡਾ fat loss ਹੋ ਜਾਏਗਾ। What is that? That's known as you should, ਤੁਸੀਂ ਇੱਕ ਇਹੋ ਜਿਹੀ ਐਬਿਲਿਟੀ ਵੱਲ ਪਹੁੰਚੋ ਜਿਹਨੂੰ ਬੋਲਦੇ ਨੇ one pull up। ਅੱਛਾ। One pull up ability. If a girl reaches one pull up ability, it means she is all capable of losing the fat she wants. ਉਸ ਤੋਂ ਪਹਿਲੇ ਸੋਚੇ ਹੀ ਨਾ। Okay. Pull-ups means what? Pulling her own self. Yes. ਇੰਨਾ ਹੀ ਤਾਂ ਜਾਨ ਚਾਹੀਦੀ ਹੈ। ਹਾਂ। ਉਹ ਇੰਨੀ ਤਾਂ ਜਾਨ ਹੋਣੀ ਚਾਹੀਦੀ ਕਿ ਤੁਸੀਂ ਆਪਣੇ ਆਪ ਨੂੰ ਕੈਰੀ ਕਰ ਲਓ। ਹਾਂ। ਇੰਨਾ ਹੀ ਮੰਗ ਰਿਹਾ ਹੈ। Okay. And which is very rare. ਜੇ ਤੁਸੀਂ ਲਾਈਵ ਸੈਸ਼ਨ ਦੇ ਵਿੱਚ ਦੇਖਦੇ You will not find any female. ਸਾਡੀ females ਕਰ ਲੈਣਗੇ। ਸਾਡੀ females are females if they go for a transformation and on the things, ਸਾਡੀ females ਵੀ 50 push-ups ਤੋਂ ਉਹ ਵੀ ਮਾਰ ਦਿੰਦੀਆਂ। Great. If my knees, if you see my knees is Prithleen, Yes. she can do a 25 pull-ups. One go. Thin girl. Strong girl. Thin is not weak. ਫਿਰਾਰੀ ਦੇ ਉੱਤੇ ਨਾ ਅਗਰ ਕਪੜਾ ਟੱਕਿਆ ਹੋਏ ਨਾ ਤੇ ਉਹਨੂੰ ਇਹ ਨਹੀਂ ਬੋਲਦੇ ਹੈਗਾ ਕਿ ਨੇ ਮਾੜੀ ਜਿਹੀ ਗੱਡੀ ਹੈ। ਪਾਵਰ ਇੰਜਨ ਚ। ਜੀ। ਉੱਡਦੀ ਹੈ ਉਹ, ਜਦੋਂ ਕੱਪੜਾ ਉਤਰਦਾ ਤੇ ਉਹਦੇ 'ਤੇ ਅੱਖਾਂ ਆ ਜਾਂਦੀਆਂ। ਐਵੇਂ ਫਿਜ਼ੀਕ ਮੈਨ ਜਦੋਂ ਅਸੀਂ ਕੱਪੜੇ ਉਤਾਰਦਾ ਹੈਗਾ ਤੇ ਅੱਖਾਂ ਖੁੱਲ੍ਹ ਜਾਂਦੀਆਂ। ਕੱਪੜਾ ਪਾ ਕੇ ਨਹੀਂ ਰੱਖਦੇ।
So it is the nature of natural physique making that you are supposed to look like a laborer when you are on clothes. That's a nature. yes. If you're looking like a bodybuilder, it means red flag. Beautiful, sir. Yeah. So that's a nature. We need to live with that nature, and everyone needs to accept this thing. Acceptance नहीं आ रही है, जितनी जल्दी acceptance आ जाएगी ਤੁਸੀਂ run ਕਰੋਗੇ, but females ਲਈ ਇੱਕੋ ਹੀ goal, one pull up. ਗ੍ਰੇਟ ਸਰ। ਲਾਸਟ ਕੁਐਸਚਨ ਆਫ ਦਾ ਪੋਡਕਾਸਟ ਸਰ। ਆਪਾਂ ਇਸ ਟਾਈਮ ਮਸਲੋਲਿਕਸ ਮੋਹਾਲੀ ਬੈਠੇ ਹੋਏ ਹਾਂ ਐਂਡ ਇੱਥੇ ਇੱਕ ਵੇਇੰਗ ਸਕੇਲ ਪਿਆ, ਗੁੱਸਾ ਨਹੀਂ ਫੜਾਏਗਾ ਮੈਂ ਪਲੀਜ਼। ਇਹ ਵੇਇੰਗ ਸਕੇਲ ਆ, ਇੱਥੇ ਕੋਈ ਵੀ ਆ ਕੇ ਫੂਡ ਆਰਡਰ ਕਰਦਾ ਹੈ 100 ਗ੍ਰਾਮ ਚਿਕਨ ਬ੍ਰੈਸਟ, ਰਾਈਸ, ਪਨੀਰ, ਤੋਫੂ। ਮੈਂ ਰੀਸੈਂਟਲੀ ਇੱਕ ਵੀਡੀਓ ਦੇਖੀ ਜਿੱਥੇ ਤੁਸੀਂ ਰਿਐਕਟ ਕੀਤਾ, ਉਹ ਕਹਿ ਰਹੇ ਕਿ ਦਿਸ ਇਜ਼ ਬੁਲਸ਼ਿਟ। ਸੋ ਦੇ ਹੈਵ ਲੋਟ ਆਫ ਫਰੈਂਚਾਈਜ਼ੀਜ਼, ਯੂ ਮੇਅਰ ਯੂਰ ਵੇਟ, ਮੀਨਸ ਆਪਣਾ ਫੂਡ ਮੇਅਰ ਕਰਦੇ ਆਪਾਂ, ਮੈਂ ਕਰਦਾ ਹਾਂ। ਸੋ ਇਜ਼ ਇਟ, ਇਹ ਹੈਗਾ ਆ ਕੁਛ? So this is a very weird question. ਆਣਾ ਵੀ ਨਹੀਂ ਚਾਹੀਦਾ, ਪਤਾ ਨਹੀਂ why people are bringing. You reacted on that. I also reacted to that thing. That ਤੁਸੀਂ ਆਪਣੇ ਸਾਈਜ਼ ਦੇ ਕੱਪੜੇ ਪਾਉਂਦੇ ਹੋ ਕਿ ਕਿਸੇ ਹੋਰ ਦੇ ਪਾਉਂਦੇ ਹੋ? ਮੇਰੇ ਸਾਈਜ਼ ਤੇ। ਤੁਸੀਂ ਅਗਰ ਕਿਸੇ ਨੂੰ ਮਾਰਕੀਟ ਜਾ ਕੇ 200 ਰੁਪਏ ਦੀ ਚੀਜ਼ ਖਰੀਦੀ ਹੈਗੀ ਹੈ ਤੇ ਤੁਸੀਂ ਉਹਨੂੰ 500 ਰੁਪਏ ਦੇ ਦਿੱਤਾ ਹੈ ਤੇ ਉੱਤੇ ਖੜੇ ਰਹੋਗੇ ਕਿ ਚਲੇ ਜਾਓਗੇ? ਮੈਂ ਖੜਾ ਰਹਾਂਗਾ। ਜਦੋਂ ਕਿਉਂ? 300 ਲੈਣਾ। That's known as measuring. ਹਾਂ ਕੈਲਕੂਲੇਸ਼ਨ। We live in the measuring world. ਅਗਰ ਅਸੀਂ ਚਾਹ ਵੀ ਬਣਾਉਂਦੇ ਹੈਗੇ ਨਾ, ਉਹਦੇ ਵਿੱਚ ਵੀ ਅਸੀਂ ਮੈਜ਼ਰਿੰਗ ਕਰਕੇ 1 ਸਪੂਨ ਜਾਂ 2 ਸਪੂਨ ਚੀਨੀ ਪਾਉਂਦੇ ਹਾਂ। ਦੈਟਸ ਨੋਨ ਐਜ਼ ਮੈਜ਼ਰਿੰਗ। ਤੁਸੀਂ ਚਾਹ ਕਹਿ ਤਾ ਨੂੰ ਸਮਝ ਜਾਣਾ ਸਾਰਿਆਂ ਨੇ। ਮੈਜ਼ਰਿੰਗ ਦਾ ਮਤਲਬ ਜ਼ਰੂਰੀ ਨਹੀਂ ਕਿ ਮੈਜ਼ਰਿੰਗ ਮੈਨ ਕੈਨ ਬੀ ਐਨੀਥਿੰਗ। 1 ਕੱਪ ਇਜ਼ ਅ ਮੈਜ਼ਰਿੰਗ, 1 ਸਪੂਨ ਇਜ਼ ਅ ਮੈਜ਼ਰਿੰਗ। ਦਿਸ ਇਜ਼ ਮੋਰ ਸਪੈਸੀਫਿਕ, ਮੋਰ ਸਪੈਸੀਫਿਕ। ਜਦੋਂ ਅਸੀਂ ਪੂਰੀ ਜ਼ਿੰਦਗੀ ਮੈਜ਼ਰਿੰਗ ਵਿੱਚ ਹੀ ਰਹਿੰਦੇ ਹੈਗੇ ਹਾਂ, ਅਤੇ ਇਹਦੇ ਵਿੱਚ ਕਿਉਂ ਹੈ? ਜੇ ਸਾਨੂੰ 50,000 ਰੁਪਏ ਦੀ ਤਨਖਾਹ ਮਿਲਦੀ ਹੈਗੀ ਹੈ, 49,500 ਦੀ ਤਨਖਾਹ ਅਗਰ ਆ ਜਾਏ ਨਾ ਤੇ ਲੜਾਈ ਹੋ ਜਾਂਦੀ ਹੈ। ਮੇਜਰ ਹੋ ਗਈ, 500 ਰੁਪਏ ਕਿਵੇਂ ਘੱਟ ਕਰਦੇ? ਵੀ ਆਰ ਮੈਜ਼ਰਿੰਗ ਐਵਰੀਥਿੰਗ। ਈਵਨ ਇਫ ਯੂ ਸੀ ਦਿਸ ਬਾਕਸ ਰਿਟਨ ਓਵਰ ਹੇਅਰ, ਇਹਦੇ ਵਿੱਚ ਅਸੀਂ ਕੀ ਪੜ੍ਹਦੇ ਪਏ? ਕਿੰਨੇ ਕਿਲੋ ਦਾ ਹੈ? ਵਾਟ ਇਜ਼ ਦੈਟ? ਮੇਜਰਮੈਂਟ। ਮੈਜ਼ਰਿੰਗ। ਅਗਰ ਅਸੀਂ ਮਾਰਕੀਟ ਵਿੱਚ ਆ ਕੇ 200 ਗ੍ਰਾਮ ਦੀ ਰਾਈਸ ਲੈ ਰਹੇ ਹਾਂ ਤੇ ਕੀ ਉਹਨੂੰ ਬੋਲਦੇ ਪਏ ਰਾਈਸ ਦੇ ਦੇ, ਤੇ ਉਹ ਜਿੰਨਾ ਮਰਜ਼ੀ ਪਾ ਦਿੰਦਾ ਹੈ ਤੇ ਤੁਸੀਂ ਜਿੰਨਾ ਮਰਜ਼ੀ ਦੇ ਦਿੰਦੇ ਹੋ। We don't live in that world. We live in the measuring world. And in that measuring world, ਦੀ ਵਜ੍ਹਾ ਦੇ ਨਾਲ ਹੀ ਮੈਂ ਨੌਨ ਮੈਜ਼ਰਿੰਗ ਕਰਕੇ ਹੀ ਤਾਂ ਮੈਂ ਅੰਦਰ ਕਰਜ਼ੇ ਪਾਏ ਹੋਏ ਨੇ। ਮੇਰੇ ਅੰਦਰ ਕਰਜ਼ਾ ਹੈ ਕਿਸ ਕਰਕੇ? ਇਸ ਲਈ ਕਿਉਂਕਿ ਮੈਂ ਨੌਨ ਮੈਜ਼ਰ ਕੀਤਾ ਹੋਇਆ ਸੀਗਾ। ਜਿੰਨਾ ਆਉਂਦਾ ਸੀ ਮੈਂ ਖਾ ਲੈਂਦਾ ਸੀਗਾ। 1100 ਰੁਪਏ ਦਾ ਮੈਂ ਸਗਨ ਪਾਉਂਦਾ ਸੀਗਾ ਅਤੇ ਮੈਂ 5000 ਦੀ ਰੋਟੀ ਖਾ ਕੇ ਆਉਂਦਾ ਸੀਗਾ ਕਿਸੇ ਵੀ ਵਿਆਹ ਦੇ ਉੱਤੇ ਜਾ ਕੇ। Because I have paid 1100, तो मैं I have to eat it 5,000 rupees of the food. मैं एक एक चीज़ ਨੂੰ ਖਾਵਾਂਗਾ। ਆਖਰੀ ਜੇ ਮੇਰੀ ਸਵੀਟਸ ਵੀ ਰਹਿ ਗਈ ਮੈਂ ਉਹ ਵੀ ਖਾ ਕੇ ਜਾਵਾਂਗਾ। ਯੈਸ। Because ਮੈਂ 1100 ਰੁਪਏ ਦਾ ਸਗਨ ਦਿੱਤਾ ਹੈਗਾ। ਇਹ ਨਹੀਂ ਪਤਾ you have actually put a loan inside your human body which you have to take it out. Why? Because we did not measure. Wow. Why should I not measure? We live in the measuring. Even ਤੁਸੀਂ ਪਗੜੀ ਜਿਹੜੀ ਪਾਉਂਦੇ ਹੈਗੇ ਹੋ ਮੇਜਰ ਕਰਕੇ ਪਾਉਂਦੇ ਹੈਗੇ ਹੋ। ਜੀ ਸਰ। We live in the measuring. So measuring is even ਤੁਸੀਂ ਇਸ frequency ਦੇ ਉੱਪਰ ਜਿਹੜਾ ਵੀ ਹੈਗਾ, this frequency is also measured by a technician. 8 dB. Correct. So everything is measured. Everything is measured. Even if you make a food, ice cream ਬਣ ਰਹੀ, ਕੁਝ ਵੀ ਬਣਦਾ ਹੈ, ingredients are measured. Measured. Everything is measured. ਤੁਸੀਂ ਨਮਕ ਨੂੰ ਜ਼ਿਆਦਾ ਪਾ ਦੋ ਕਿ ਤੇ ਰੋਟੀ ਨਹੀਂ ਖਾਈ ਜਾਏਗੀ, measured ਹੈ। ਚੀਨੀ ਜ਼ਿਆਦਾ ਪਾਈ ਜਾਏਗੀ ਨਹੀਂ ਖਾਈ ਜਾਏਗੀ ਕਿਉਂਕਿ non measured ਹੈ। Measuring makes the life beautiful. Wow. You need to measure. Thank you sir. Thank you very much. ਕਿਵੇਂ ਲੱਗਾ ਤੁਹਾਨੂੰ ਅੱਜ? Awesome. It is thank you to you and for bringing out ਜਿਹੜੀ ਕਿ ਅਸੀਂ ਕਰਦੇ ਪਏ ਹਾਂ ਬਹੁਤ ਸਾਲ ਤੋਂ, trying to promote the things, trying to bring the educational culture in the industry, giving awareness to the general public, because general public ਨੂੰ ਇੰਨਾ ਜ਼ਿਆਦਾ ਬੇਵਕੂਫ ਬਣਾਇਆ ਜਾ ਰਿਹਾ ਹੈ। ਅਗਰ ਉਹਨਾਂ ਨੂੰ ਅਵੇਅਰਨੈਸ ਨਹੀਂ ਆਏਗੀ, ਕਿਸੇ ਨੂੰ ਨਹੀਂ ਆਏਗੀ। Once the general public is aware, the whole industry will grow in a very different way. ਮੈਂ ਨਹੀਂ ਚਾਹ ਰਿਹਾ ਕਿ ਇੰਡਸਟਰੀ ਗਰੋ ਨਾ ਕਰੇ, ਮੈਂ ਕਹਿ ਰਿਹਾ ਇੰਡਸਟਰੀ
ਅੱਛੀ ਤਰ੍ਹਾਂ ਗਰੋ ਕਰੇ, ਪ੍ਰੋਡਕਟਿਵਲੀ ਯੂਜ਼ ਕਰੇ, ਗਲਤ ਚੀਜ਼ ਵਿੱਚ ਗਰੋ ਨਾ ਕਰੇ। ਗਲਤ ਚੀਜ਼ ਵੀ ਜ਼ਿਆਦਾ ਗਰੋ ਹੋ ਰਹੀ ਹੈ ਹਲੇ, ਅੱਛੀ ਚੀਜ਼ ਵਿੱਚ ਗਰੋ ਕਰੇ, ਐਂਡ ਵੀ ਆਲ ਵਿਲ ਗਰੋ, ਐਵਰੀਵਨ ਇਜ਼ ਸਪੋਜ਼ਡ ਟੂ ਗਰੋ। ਸਾਇਨਰਜੀ ਕੰਮ ਕਰੇਗੀ ਸਰ, ਜੇ ਤੁਸੀਂ ਗਰੋ ਕਰ ਰਹੇ ਹੋ ਨਾ ਤੇ ਹਰ ਕੋਈ ਗਰੋ ਕਰੇਗਾ। ਸਿੰਪਲ, ਇਹ ਇੱਕ ਪਾਵਰ ਹੈਗੀ ਆ। ਸੋ ਅਸੀਂ ਚਾਹੁੰਦੇ ਸਾਰੇ ਜਣੇ ਗਰੋ ਕਰਨ, ਸਾਰੇ। ਇਸ ਲਈ ਮੈਂ ਜਿਮਸ ਨੂੰ ਇੰਨਾ ਜ਼ਿਆਦਾ ਪ੍ਰਮੋਟ ਕਰਦਾ ਹਾਂ, ਬਿਕੋਜ਼ ਦੇ ਆਲ ਹੈਵ ਟੂ ਗਰੋ, ਦੇ ਆਲ। ਇਫ ਇੱਕ ਪਰਸਨ ਹਰ ਫੈਮਿਲੀ ਦਾ ਮਸਟ ਟੂ ਗੋ ਟੂ ਦ ਜਿਮ, ਇੱਕ ਬਾਕੀ ਆ ਜਾਂਦੇ ਮਤਲਬ ਆਪਣੇ ਆਪ ਕਲਚਰ ਬਿਲਡਅਪ ਹੋ ਜਾਏਗਾ ਨਾ ਜੀ। ਕਲਚਰ वो बोलते ना, डायबिटीज रन्स इन माय फैमिली, इट रन्स इन अ फैमिली बिकॉज नो वन रन्स इन योर फैमिली। ਵਾਓ, ਇਹ ਕੋਟ ਬਣੇ ਪਏ ਜੀ। ਅਜੇ ਵੀ ਨਹੀਂ ਮੁੱਕਿਆ ਪੋਡਕਾਸਟ, ਸਾਡੇ ਕੈਮਰੇ ਬੰਦ ਹੋ ਗਏ ਨੇ, ਦੈਟਸ ਵਾਈ ਵੀ ਆਰ ਐਂਡਿੰਗ ਦਿਸ ਪੋਡਕਾਸਟ। ਐਂਡ ਥੈਂਕ ਯੂ ਸਰ। ਨੈਕਸਟ ਟਾਈਮ ਆਪਾਂ ਹੁਣ ਪਤਾ ਨਹੀਂ ਗੁੜਗਾਉਂ ਸਾਡਾ ਗੇੜਾ ਲੱਗਣਾ, ਤੁਹਾਡਾ ਚੰਡੀਗੜ੍ਹ ਲੱਗਣਾ ਹੈ, ਬਟ ਮੈਂ ਭੱਜ ਕੇ ਫੇਰ ਤੋਂ ਆਉਣਾ ਹੈ। ਦਿਸ ਇਜ਼ ਨਾਟ ਦ ਲਾਸਟ ਪੋਡਕਾਸਟ, Anytime. ਬਹੁਤ ਪੋਡਕਾਸਟ ਹੋਣੇ। ਥੈਂਕ ਯੂ, ਥੈਂਕ ਯੂ, Thank you, thank you, thank you so much, thank you so much.